अपने आप ਨੂੰ ਮਾਰਨਾ ਕੋਈ ਆਸਾਨ ਹੈ? ਤੁਸੀਂ ਸੋਚੋ ਇੱਕ ਦਵਾਈ ਲੈ ਕੇ ਜ਼ਹਿਰ ਪੀ ਕੇ ਤਾਂ ਮੈਂ ਕਹਿੰਦੀ ਹਾਂ ਫਿਰ ਵੀ ਮਰ ਸਕਦੇ ਹੋ, ਪਰ ਇਹ ਡੰਗ ਲੈਣਾ ਆਪਣੇ ਆਪ ਨੂੰ ਕਿੰਨਾ ਔਖਾ ਉਹਦੇ ਵਾਸਤੇ ਹੋਏਗਾ। ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦੀ ਹਾਂ, ਮੈਂ ਨਾ ਮਨਦੀਪ ਨੂੰ ਬਲੇਮ ਕਰ ਰਹੀ ਹਾਂ ਕਿ ਵੀ ਉਹਨੇ ਐਂ ਕਿਉਂ ਕੀਤਾ, ਕਿਉਂਕਿ ਸਾਨੂੰ ਕੁਝ ਨਹੀਂ ਪਤਾ ਉਸ ਟਾਈਮ 'ਤੇ ਉਹ ਤੋਂ ਪਹਿਲਾਂ ਉਹਦੇ ਨਾਲ ਕੀ ਹੋ ਚੁੱਕਿਆ ਸੀ, ਹੈ ਨਾ। ਪਤਾ ਨਹੀਂ ਤੁਹਾਨੂੰ ਹੁਣ ਪਤਾ ਹੈ ਕਿ ਨਹੀਂ ਪਤਾ, ਕੁਈਨਸ ਜਿੱਥੇ ਉਹ ਰਹਿੰਦੀ ਸੀਗੀ ਉੱਥੇ ਹਰ ਦੂਜਾ ਘਰ ਪੰਜਾਬੀਆਂ ਦਾ ਘਰ ਹੈ। ਖਬਰਾਂ ਦੇ ਮੁਤਾਬਿਕ ਕਹਿੰਦੇ ਨੇ ਕਿ ਇਹ ਟਰੱਕ 'ਚ ਵੀ ਉਹਨੂੰ 5 ਦਿਨ ਬੰਦ ਕਰਕੇ ਰੱਖਿਆ, ਹੈ ਨਾ। ਅਤੇ ਸਾਨੂੰ ਕੁਛ ਨਹੀਂ ਪਤਾ ਕਿ ਕੀ ਉਹਦੇ ਨਾਲ ਉਹਦਾ ਕੀ ਵਿਚਾਰੀ ਦਾ ਇੱਥੇ ਤੱਕ ਹੋ ਗਿਆ ਕਿ ਉਹਨੂੰ ਆਪਣੇ ਆਪ ਨੂੰ ਫਾਂਸੀ ਦਾ ਫੰਦਾ ਲੈਣਾ ਪਿਆ। ਸਾਡੇ ਪਰਿਵਾਰਾਂ ਦੇ ਵਿੱਚ ਜਾਂ ਉੱਧਰਲੇ ਜਿਹੜੇ ਲੋਕ ਨੇ ਉਹਨਾਂ ਦੇ ਪਰਿਵਾਰਾਂ 'ਚ ਜਾਂ ਉਹਨਾਂ ਦਾ ਘਰੇਲੂ ਮਾਹੌਲ ਆ ਜਿਹੜਾ ਕਿੰਨਾ ਕੁ ਵੱਖਰਾ ਹੈ ਆਪਣੇ ਲੋਕਾਂ ਨਾਲੋਂ। ਜਦੋਂ ਆਈਆਂ ਤਾਂ ਸਾਨੂੰ ਉਹਨਾਂ ਨੇ ਅੰਦਰ ਰੱਖਿਆ ਵੀ ਕਿਤੇ ਬਾਹਰ ਨਾ ਚਲੀਆਂ ਜਾਣ, ਅਤੇ ਜਦੋਂ ਅਸੀਂ ਆ ਬੱਚੇ ਪੈਦਾ ਕਰ ਲਏ, ਮੋਟੀਆਂ ਹੋ ਗਈਆਂ, ਹੁਣ ਸਾਨੂੰ ਲਿਆਉਣ ਲੱਗ ਗਏ ਬਾਹਰ। ਅੱਛਾ ਜੀ। ਅਸੀਂ ਸਾਰੇ ਬਹੁਤ ਹੱਸੇ ਇਸ ਗੱਲ ਤੋਂ। ਆਪਣੀ ਕਾਬਲੀਅਤ ਨੂੰ ਸਾਬਿਤ ਕਰਨ ਵਾਸਤੇ ਆਪਣੇ ਹਸਬੈਂਡ ਦੇ ਹੁੰਦੇ ਇੰਨਾ ਸਾਹਮਣਾ ਔਖਾ ਕਰਨਾ ਪਿਆ ਕਿ ਮੈਨੂੰ ਟਾਰਗੇਟ ਕਰਤਾ ਸੀਗਾ ਕਿ ਇਹ ਹੈਗੀ ਆ, ਬਸ ਇਹਨੂੰ ਪਤਾ ਨਹੀਂ ਚੱਲਦਾ ਕਿਸ ਤਰ੍ਹਾਂ ਦੇ ਕੰਮ ਕਰ ਲੈਂਦੀ ਹੈ। ਆਪਣੀਆਂ ਕੁੜੀਆਂ ਨੇ ਜਿਹੜੀਆਂ ਉੱਥੇ ਵੀ ਇਹ ਕਦਮ ਨਹੀਂ ਲੈਂਦੀਆਂ ਜਿੱਥੇ ਉਹ ਕਮਾ ਵੀ ਰਹੀਆਂ ਨੇ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਵੀ ਹੈਗੀ ਹੈ, ਉਹਨਾਂ ਨੂੰ ਸਾਰੀ ਤਰ੍ਹਾਂ ਦੀ ਹੈਲਪ ਮਿਲਦੀ ਹੈ, ਉਹ ਕਿਉਂ ਨਹੀਂ ਇਹ ਕੰਮ ਕਰਦੀਆਂ ਹੈਗੀਆਂ ਕਿ ਅਸੀਂ ਇੱਕ ਸਟੈਪ ਲਈਏ, ਅਸੀਂ ਇਸ ਵੀ ਉੱਚੋਂ ਬਾਹਰ ਆ ਸਕੀਏ। ਕਿ ਉਸੇ ਮੁਹੱਲੇ 'ਚ ਕੁਈਨਸ 'ਚ ਗੱਲਾਂ ਹੋ ਰਹੀਆਂ ਨੇ, ਸਾਡੇ ਹੀ ਉਮਰ ਦੀਆਂ ਲੇਡੀਜ਼ ਵੀ ਬੜੀ ਪਾਗਲ ਸੀਗੀ ਕੁੜੀ, ਉਹਨੂੰ ਹਾਲੇ ਵੀ ਵਿਕਟਮ ਬਣਾ ਰਹੇ। ਇਹ ਚੀਜ਼ਾਂ ਦੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਵਿਕਟਮਾਈਜੇਸ਼ਨ ਅਸੀਂ ਆਪਣੇ ਆਪ ਤਾਂ ਨਹੀਂ ਕ੍ਰੀਏਟ ਕੀਤੀ ਹੋਈ ਆ। ਹਰ ਇਨਸਾਨ ਆਪਣੇ ਆਪ 'ਚ ਇੰਨਾ ਖੁੱਭ ਗਿਆ ਨਾ, ਉਹ ਕਹਿੰਦਾ ਮੈਂ ਤੇਰੀ ਗੱਲ ਸੁਣ ਸਕਦਾ ਵੀ ਤੂੰ ਤੇਰੇ ਘਰ ਕੀ ਹੋ ਰਿਹਾ, ਪਰ ਮੈਂ ਤੇਰੀ ਹੈਲਪ ਨਹੀਂ ਕਰ ਸਕਦਾ। ਉਹਨਾਂ ਨੂੰ USA 'ਚ ਐਂਟਰੀ ਨਹੀਂ ਦਿੱਤੀ ਕਿ ਜੋ ਲੋਕ ਅਬਿਊਜ਼ ਨੂੰ ਨਾਰਮਲ ਸਮਝਦੇ ਨੇ ਉਹਨਾਂ ਲਈ ਸਾਡੇ ਮੁਲਕ 'ਚ ਕੋਈ ਥਾਂ ਨਹੀਂ ਹੈਗੀ। ਅਬਿਊਜ਼ ਸਿਰਫ ਚਾਂਟਾ ਮਾਰਨਾ ਹੀ ਨਹੀਂ ਹੁੰਦਾ। ਮੈਂ ਕਿਹਾ ਬੀਜੀ ਵਿਆਹ ਤੁਸੀਂ ਕਰਵਾਇਆ ਸੀ ਸਾਡਾ, ਹੈ ਨਾ, ਵੀ ਸਾਡੀ ਅਰੇਂਜਡ ਮੈਰਿਜ ਸੀ, ਪਰ ਪਿਆਰ ਹੁਣ ਸਾਡਾ ਦੋਨਾਂ ਦਾ ਹੈ। ਮੈਂ ਨਹੀਂ ਛੱਡੂੰਗੀ ਇਹਨੂੰ, ਨਹੀਂ ਮੈਂ ਇਸ ਤਰ੍ਹਾਂ ਨਹੀਂ ਛੱਡਣ ਲੱਗੀ। ਪਰ ਦੇਖੋ ਫਿਰ ਤੁਸੀਂ ਆਪਣੀ ਸੋਚ ਦੇਖੋ ਨਾ ਆਪਣੀ, ਕਿ ਇਹਨੂੰ ਜੇ ਚੈੱਕ ਬੁੱਕ ਦੇਤੀ ਹੈ ਜਾਂ ਬਾਹਰ ਕੱਢਤਾ, ਇਹਨੇ ਨਹੀਂ ਰਹਿਣਾ ਤੇਰੇ ਨਾਲ। ਤੁਹਾਨੂੰ ਲੋਨਲੀਨੈਸ ਨੂੰ ਦੂਰ ਕਰਨ ਵਾਸਤੇ ਬਾਹਰ ਨਿਕਲਣਾ ਪੈਂਦਾ, ਅਤੇ ਬਾਹਰ ਦਾ ਜਨਰਲੀ ਰਸਤਾ ਉੱਥੇ ਕੀ ਹੈ, ਗੁਰਦੁਆਰੇ। ਜ਼ਬਰਦਸਤੀ ਕਿਤੇ ਵੀ ਬਿਆਨ ਨਹੀਂ ਕਰਨਾ ਚਾਹੀਦਾ। ਪਰ ਦੈਨ ਐਟ ਦ ਸੇਮ ਟਾਈਮ ਕਿਆ ਕਹਿੰਦੇ, ਜੇ ਕੁੜੀਆਂ ਵੀ ਉੱਥੇ ਜਾਂਦੀਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਵੀ ਆਪਣੇ ਗੁਲਾਮ ਬਣਾ ਕੇ ਨਹੀਂ ਰੱਖ ਸਕਦੀਆਂ, ਹੈ ਨਾ। ਮੁੰਡਿਆਂ ਨੂੰ ਆਪੋਜ਼ਿਟ ਕਿਸੇ ਵੀ ਸੈਕਸ ਦੇ ਨਾਲ ਜ਼ਿਆਦਾ ਉਹਦੀ ਇੰਟਰੈਕਸ਼ਨ ਹੋਣੀ ਸ਼ੁਰੂ ਹੋ ਰਹੀ ਹੈ। ਉਹ ਕਿਉਂ ਹੁੰਦੀ ਹੈ? ਕਿਉਂਕਿ ਉਹਨੂੰ ਲੱਗਦਾ ਮੈਨੂੰ ਘਰ ਪਿਆਰ ਨਹੀਂ ਮਿਲਦਾ, ਘਰੇ ਮੈਨੂੰ ਸੁਣਿਆ ਨਹੀਂ ਕਿਸੇ। ਜਦੋਂ ਇੱਕ ਨੂੰ ਕਿਸੇ ਨੂੰ ਗਰਲਫਰੈਂਡ ਦਾ ਨਾਮ ਦੇਤਾ ਨਾ, ਫਿਰ ਉਹਦੇ ਨਾਲ ਵਿਆਹ ਕਰਾਈਦਾ, ਹੈ ਨਾ। ਇਹ ਮੇਰੀ ਕਲਚਰ ਕਹਿੰਦੀ ਹੈ, ਮੈਨੂੰ ਇੰਨੀ ਕੀ ਸਮਝ। ਅਤੇ ਜਦੋਂ ਮੈਂ ਲੋਕਾਂ ਤੋਂ ਸੁਣਦੀ ਸੀ ਨਾ ਵੀ ਉਹ 20 ਸਾਲ ਦੇ ਆਏ ਹੋਏ ਨੇ, ਅਤੇ ਮੈਂ ਬੜਾ ਦੇਖਦੀ ਸੀ ਵੀ ਮੁੜ ਕੇ ਕਿਉਂ ਨਹੀਂ ਗਏ ਹਾਲੇ ਤੱਕ। ਹੁਣ ਮੇਰਾ ਉਹ ਟਾਈਮ ਆ ਗਿਆ ਕਿ ਮੈਂ ਵੀ ਫਿਰ ਵੀ ਉੱਥੇ ਹੀ ਹਾਂ, 35 ਸਾਲ ਦੀ। ਹਾਂਜੀ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਖਾਸ ਮੁਲਾਕਾਤ 'ਚ ਬਹੁਤ-ਬਹੁਤ ਸਵਾਗਤ ਹੈ। ਪਿਛਲੇ ਸਾਲ ਮੈਂ ਇੱਕ ਇੰਟਰਵਿਊ ਕੀਤੀ ਸੀ ਜਿਹਦੇ 'ਚ ਤੁਹਾਡੀ ਮੁਲਾਕਾਤ ਹਰਦੀਪ ਮੱਲੀ ਮੈਮ ਹੁਣਾਂ ਨਾਲ ਕਰਵਾਈ ਸੀ, ਜਿਹੜੇ ਕਿ ਅਮਰੀਕਾ ਦੇ ਸ਼ਹਿਰ ਡੈਲਸ ਰਹਿੰਦੇ ਨੇ। ਉਸ ਵਕਤ ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਦੀ ਆਪਣੀ ਜ਼ਿੰਦਗੀ 'ਤੇ। ਬਹੁਤ ਛੋਟੀ ਉਮਰ 'ਚ ਉਹਨਾਂ ਦੇ ਜ਼ਿੰਦਗੀ ਦੇ ਸਾਥੀ ਦੁਨੀਆ ਤੋਂ ਚਲੇ ਗਏ ਸੀ, ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਸੰਘਰਸ਼ ਦੀ ਸਾਰੀ ਕਹਾਣੀ ਆਪਾਂ ਨੂੰ ਸੁਣਾਈ ਸੀ। ਪਰ ਅੱਜ ਆਪਾਂ ਉਹਨਾਂ ਨਾਲ ਹੀ ਮੁਲਾਕਾਤ ਕਰ ਰਹੇ ਹਾਂ, ਪਰ ਮੁਲਾਕਾਤ ਦਾ ਵਿਸ਼ਾ ਹੈ ਜਿਹੜਾ ਉਹ ਵੱਖਰਾ ਹੈ। ਕੁਝ ਕੁ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣਿਆ ਸੀ ਕਿ USA 'ਚ ਹੀ ਇੱਕ ਭੈਣ ਮਨਦੀਪ ਹੁਣਾਂ ਨੇ ਆਤਮ ਹੱਤਿਆ ਕੀਤੀ ਸੀ, ਜਿਹਦੇ ਪਿੱਛੇ ਬਹੁਤ ਸਾਰੇ ਲੋਕਾਂ ਨੇ ਜਾਂ ਉਹਨਾਂ ਦੇ ਪਰਿਵਾਰ ਨੇ ਕਾਰਨ ਦੱਸਿਆ ਸੀ ਕਿ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਸੀ। ਪਰਿਵਾਰ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਸੀ ਜਿਨ੍ਹਾਂ ਨਾਲ ਉਹ ਨਜਿੱਠ ਨਹੀਂ ਸਕੇ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਅਸੀਂ ਹਮੇਸ਼ਾ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਮੁਲਕਾਂ 'ਚ ਹੁੰਦਾ ਹੈ, ਪਰ ਜਦੋਂ ਉਹ ਮੁਲਕ ਜਿਹੜੇ ਕਿ ਕਹੇ ਜਾਂਦੇ ਨੇ ਕਿ ਔਰਤਾਂ ਦੇ ਹੱਕਾਂ ਦੇ ਵਿੱਚ ਬਹੁਤ ਹੀ ਸ਼ਿੱਦਤ ਨਾਲ ਖੜ੍ਹਦੇ ਨੇ, ਉਹਨਾਂ ਮੁਲਕਾਂ 'ਚ ਜਦੋਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹ ਜ਼ਰੂਰ ਤੁਹਾਡਾ ਮਨ ਦੁਖਾਉਂਦੀਆਂ ਨੇ। ਘਰੇਲੂ ਹਿੰਸਾ 'ਚ ਸਿਰਫ ਔਰਤਾਂ ਨੂੰ ਨਹੀਂ ਰੱਖਿਆ ਜਾ ਸਕਦਾ, ਬੱਚਿਆਂ ਨੂੰ ਵੀ ਰੱਖਦੇ ਹਾਂ। ਅਸੀਂ ਮਰਦਾਂ ਨੂੰ ਵੀ ਇਸ ਸਮੱਸਿਆ ਨਾਲ ਨਜਿੱਠਦੇ ਵੇਖਿਆ ਹੈ। ਅਮਰੀਕਾ ਦੇ ਵਿੱਚ ਔਰਤਾਂ ਦੀ ਜ਼ਿੰਦਗੀ ਕਿਵੇਂ ਦੀ ਆ, ਖਾਸ ਕਰਕੇ ਸਾਡੀਆਂ ਜਿਹੜੀਆਂ ਭਾਰਤੀ
ਔਰਤਾਂ ਨੇ ਇੱਧਰੋਂ ਮਾਈਗ੍ਰੇਟ ਹੋ ਕੇ ਜਦੋਂ ਜਾਂਦੀਆਂ ਨੇ ਉਹਨਾਂ ਨੂੰ ਕਿਹੋ ਜਿਹਾ ਮਾਹੌਲ ਮਿਲਦਾ ਜਾਂ ਫਿਰ ਕਿਹੋ ਜਿਹਾ ਮਾਹੌਲ ਮਿਲਣਾ ਚਾਹੀਦਾ, ਸਾਨੂੰ ਆਪਣੇ ਬੱਚਿਆਂ ਨੂੰ ਬਾਹਰਲੇ ਮੁਲਕਾਂ 'ਚ ਭੇਜਣ ਵੇਲੇ ਉਹਨਾਂ ਨੂੰ ਕਿਹੋ ਜਿਹੀ ਸੋਚ ਦੇਣੀ ਚਾਹੀਦੀ ਆ, ਜਾਂ ਉੱਧਰ ਜਿਹੜੇ ਇੱਧਰਲੇ ਮੁਲਕਾਂ 'ਚੋਂ ਗਏ ਹੋਏ ਮਾਪਿਓ ਨੇ ਉਹ ਕਿੰਝ ਆਪਣੇ ਬੱਚਿਆਂ ਨੂੰ ਵੱਡੇ ਕਰਨ। ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਉਹਨਾਂ ਨਾਲ ਕਰਨੀਆਂ ਨੇ। ਪਹਿਲਾਂ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਰੁਪਿੰਦਰ, ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਤੇ ਦੁਬਾਰਾ ਮਿਲਣ ਦਾ ਬਹੁਤ ਹੀ ਮੌਕਾ ਮਿਲਿਆ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਸਾਨੂੰ ਹਮੇਸ਼ਾ ਹੀ ਤੁਹਾਨੂੰ ਮਿਲ ਕੇ ਚੰਗਾ ਲੱਗਦਾ, ਦੂਜੀ ਮੁਲਾਕਾਤ ਆਪਣੀ ਹੈ ਨਾ। ਹਾਂ। ਪਰ ਇਸ ਸਾਲ ਦੇ ਅਰਸੇ 'ਚ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਤੇ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੂੰ ਮਿਲਦੇ ਹੋ ਤਾਂ ਤੁਹਾਨੂੰ ਜਿਹੜਾ ਇੱਕ ਚੜ੍ਹਦੀ ਕਲਾ ਵਾਲਾ ਚਿਹਰਾ ਜਿਹਾ ਜਦੋਂ ਮਿਲਦਾ ਨਾ, ਉਹ ਬੜਾ ਸਕੂਨ ਵਾਲਾ ਹੁੰਦਾ ਨਾ। ਥੈਂਕ ਯੂ। ਤੇ ਉਹ ਤੁਹਾਡੇ 'ਚੋਂ ਹਮੇਸ਼ਾ ਮਿਲਦਾ, ਤੇ ਇਸੇ ਲਈ ਅਸੀਂ ਅੱਜ ਇੰਨੀ ਦੂਰ ਦੇਖੋ ਕੰਡਾ ਘਾਟ ਬੈਠੇ ਹਾਂ ਦੇਖੋ ਅੱਜ ਨਾ। ਤੁਸੀਂ, ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਇੰਨੀ ਦੂਰ, ਉਹ ਵੀ ਬਾਰਿਸ਼ਾਂ ਦੇ ਮੌਸਮ ਤੇ ਕੰਡਾ ਘਾਟ ਆਏ ਹੋ ਤੇ ਇਸ ਵਿਸ਼ੇ ਤੇ ਗੱਲ ਕਰਨ ਵਾਸਤੇ ਆਏ ਹੋ, ਜਿਹੜਾ ਕਿ ਸਾਡੀ ਜ਼ਿੰਦਗੀ ਦੇ, ਹਰ ਔਰਤ ਦੀ ਜ਼ਿੰਦਗੀ ਦੇ ਨਾਲ ਬਹੁਤ ਗਮਗੀਨ ਐਂਡ ਬਹੁਤ, ਜਿਹਨੂੰ ਕਹਿੰਦੇ ਨੇ, ਗੂੜੇ ਤਰੀਕੇ ਨਾਲ ਜੁੜਿਆ ਹੋਇਆ ਹੈ। ਤੇ ਹਾਂ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਹਲਕਾ ਫੁਲਕਾ ਜਿਹਾ ਮਤਲਬ ਸ਼ੁਰੂਆਤ ਕਰਦੇ ਹਾਂ ਨਾ। ਠੀਕ ਹੈ। ਤੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਇੱਥੇ ਪਹਾੜਾਂ 'ਚ ਮਤਲਬ ਘਰ ਬਣਾ ਕੇ ਬੈਠੇ ਹੋ ਨਾ। ਦੇਖੋ, ਤੇ ਵੈਸੇ ਤਾਂ ਆਪਾਂ ਕਹਿੰਦੇ ਕਿ ਪੰਜਾਬੀ ਜਿੱਥੇ ਮਰਜ਼ੀ ਚਲੇ ਜਾਣ, ਉਹਨਾਂ ਨੂੰ ਪੰਜਾਬ ਆ ਜਿਹੜਾ ਉਹ ਖਿੱਚ ਕੇ ਲਿਆਉਂਦਾ ਹੈ ਨਾ। ਤੇ ਪਹਾੜਾਂ ਦਾ ਸੋਹਣਾ ਜਿਹਾ ਸ਼ਹਿਰ ਆ, ਤੇ ਬਾਹਰ ਅੱਜ ਜਿਵੇਂ ਆਪਾਂ ਦੇਖਿਆ ਮੀਂਹ ਪੈ ਰਿਹਾ ਸੀ, ਕਿਵੇਂ ਲੱਗਦਾ ਤੁਹਾਨੂੰ ਇੱਥੇ ਰਹਿ ਕੇ? ਇੱਥੇ ਮੇਰਾ ਬਚਪਨ ਗੁਜ਼ਰਿਆ। ਇੱਥੇ ਮੈਂ 1 ਸਾਲ ਦੀ ਸੀ ਜਦੋਂ ਆ ਗਈ ਸੀ, ਤੇ ਫਿਰ ਮੰਮੀ ਪਾਪਾ ਦੀ ਸਕੂਲ ਦੀ, ਕਾਲਜ ਦੀ ਲਾਈਫ ਇੱਥੇ ਸੀਗੀ। ਇੱਥੇ ਮੇਰਾ ਪੇੜਾਂ ਤੇ ਪਲਮ ਤੋੜ ਕੇ, ਖੁਰਮਾਣੀਆਂ ਤੋੜ ਕੇ ਖਾਣੀਆਂ, ਹਰ ਸ਼ਰਾਰਤ ਕਰਨੀਆਂ ਸਕੂਲਾਂ ਵਿੱਚ। ਤੇ ਇੱਥੇ ਜਿੰਨੇ ਵੀ ਸ਼ਹਿਰ 'ਚ ਵੀ ਹੈਗੇ ਨੇ, ਉਹ ਮੇਰੇ ਜਾਂ ਕਲਾਸ ਫੈਲੋ ਨੇ ਜਾਂ ਸੀਨੀਅਰ ਨੇ ਜਾਂ ਕੁੜੀਆਂ ਨੇ ਜਿਹੜੀਆਂ ਸਮਰ 'ਚ ਇੱਥੇ ਆਉਂਦੀਆਂ ਨੇ। ਸੋ ਇਸ ਕਰਕੇ ਬਹੁਤ ਦਿਲ ਲੱਗਦਾ ਇੱਥੇ। ਤਾਂ ਐਂ ਲੱਗਦਾ ਵੀ ਜਿਸ ਤਰ੍ਹਾਂ ਮੈਨੂੰ ਮੇਰਾ ਪੁਰਾਣਾ ਬਚਪਨ ਯਾਦ ਆ ਗਿਆ। ਤੇ ਫਿਰ ਉਹ ਤੋਂ ਵੱਡੀ ਗੱਲ ਇਹ ਹੈ ਕਿ ਕਿਆ ਕਹਿੰਦੇ, ਮੇਰੇ ਹਸਬੈਂਡ ਨੇ ਜਦੋਂ ਹੀ ਕੰਡਾ ਘਾਟ ਦੇਖਿਆ ਮੇਰੇ ਵਿਆਹ ਦੇ ਟਾਈਮ ਤੇ ਉਹਨਾਂ ਨੂੰ ਵੀ ਇਸ ਸ਼ਹਿਰ ਨਾਲ ਪਿਆਰ ਪੈ ਗਿਆ। ਤੇ ਉਹ ਕਹਿੰਦੇ ਸੀ ਕਿ ਮੈਂ ਆਪਣੀ ਰਿਟਾਇਰਮੈਂਟ ਹੀ ਇੱਥੇ ਕਰਨੀ ਆ। ਤੇ ਉਹਨਾਂ ਨੂੰ ਬੜਾ ਸ਼ੌਕ ਸੀ ਵੀ ਕਿਸ ਤਰ੍ਹਾਂ ਅਸੀਂ ਜ਼ਮੀਨ ਖਰੀਦ ਲਈਏ ਤੇ ਘਰ ਬਣਾ ਲਈਏ। ਪਰ ਫਿਰ ਉਹ ਤੋਂ ਬਾਅਦ ਜ਼ਿੰਦਗੀ ਚੱਲਣੀ ਸ਼ੁਰੂ ਹੋਈ। ਉਹਨਾਂ ਦਾ ਕਦੀ ਵੀ, ਜਦੋਂ ਵੀ ਟ੍ਰਿਪ ਇੱਥੇ ਕਰਦੇ ਸੀਗੇ, ਆਲਵੇਜ਼ ਕਿ ਵੀ ਖਰੀਦੀਏ, ਕੁਝ ਖਰੀਦੀਏ। ਫਿਰ ਉਹਨਾਂ ਦੇ ਜਾਣ ਤੋਂ ਬਾਅਦ ਮੰਮੀ ਨੂੰ ਬਹੁਤ ਲੱਗਿਆ ਤੇ ਪਾਪਾ ਨੂੰ ਕਿ ਅਸੀਂ ਕੁਝ ਬਣਾਈਏ ਉਹਨਾਂ ਦੇ, ਬਿਕੋਜ਼ ਉਹਨਾਂ ਦਾ ਬੜਾ ਦਿਲ ਕਰਦਾ ਸੀ। ਤੇ ਦੇਖੋ ਹੁਣ ਸਾਡੇ ਮੰਮੀ ਵੀ ਚਲੇ ਗਏ, ਉਹ ਵੀ ਚਲੇ ਗਏ, ਮੈਂ ਤੇ ਪਾਪਾ ਇੱਥੇ ਹੈਗੇ ਆ। ਤੇ ਪਾਪਾ ਕਹਿੰਦੇ ਨੇ ਮੈਨੂੰ ਇਹ ਸ਼ਹਿਰ ਬਹੁਤ ਪਸੰਦ ਹੈ ਤੇ ਉਹਨਾਂ ਨੂੰ ਮਿਲਣਾ ਜੀਦਾ। ਪਰ ਇਰਦ ਗਿਰਦ ਦੀਆਂ ਯਾਦਾਂ ਬਹੁਤ ਹੀ ਪਿਆਰੀਆਂ ਯਾਦਾਂ ਨੇ, ਬਚਪਨ ਦੀਆਂ ਯਾਦਾਂ ਨੇ, ਤੇ ਮੈਨੂੰ ਵੀ ਬਚਪਨ 'ਚ ਲੈ ਜਾਂਦੀਆਂ ਨੇ। ਤੇ ਤੁਹਾਨੂੰ ਤਾਂ ਮੇਰੀ ਚੜ੍ਹਦੀ ਕਲਾ ਲੱਗਦੀ ਹੈ। ਬਿਲਕੁਲ ਸਹੀ ਗੱਲ ਹੈ। ਵੈਸੇ ਅੰਕਲ ਨੂੰ ਜਿਵੇਂ ਆਪਾਂ ਮਿਲੇ, ਉਹ ਵੀ ਬਹੁਤ, ਉਹਨਾਂ ਦਾ ਸੁਭਾਅ ਵੀ ਇੱਦਾਂ ਹੀ ਹੈ ਨਾ, ਕਿ ਜਿਵੇਂ ਤੁਸੀਂ ਦੱਸਿਆ 88 ਸਾਲ ਦੇ ਨੇ ਉਹ, ਕਿੰਨਾ ਪੋਜ਼ਿਟਿਵ ਐਟੀਟਿਊਡ ਆ ਉਹਨਾਂ ਦਾ। 88 ਸਾਲ ਦੇ ਆ। ਜੇ ਮੈਂ ਕੋਈ ਗਲਤੀ ਨਾਲ ਕਿਸੇ ਬੰਦੇ ਨੂੰ ਸਫਾਈ ਵਾਲਾ ਜਾਂ ਰੋਟੀ ਵਾਲਾ ਰੱਖ ਜਾਵਾਂ ਨਾ, ਤੇ ਉਹਨਾਂ ਨੇ ਜਿਸ ਤਰ੍ਹਾਂ ਹੀ ਮਹੀਨੇ ਦਾ ਅੰਤ ਆਣਾ, ਮੈਂ ਚਲੀ ਜਾਣਾ, ਉਹਨਾਂ ਨੇ ਕਹਿਣਾ ਜਦੋਂ ਮੈਨੂੰ ਤੇਰੀ ਲੋੜ ਹੋਊਗੀ ਮੈਂ ਬੁਲਾ ਲੂੰਗਾ। ਪਰ ਇਹ ਹੈ ਕਿ ਵੀ ਫਿਰ ਪਿਛਲੀ ਵਾਰ ਮੈਂ ਵੀ ਕਿਹਾ ਵੀ ਜੇ ਮੇਰੇ ਫਾਦਰ ਕਰ ਸਕਦੇ ਆ ਤੇ ਝਾੜੂ ਪੋਚੇ ਮੈਂ ਵੀ ਕਰੂੰਗੀ, ਇਹਦੇ 'ਚ ਕਿਹੜੀ ਵੱਡੀ ਗੱਲ ਹੈ। ਤੇ ਫਿਰ ਹੁਣ ਇਹ ਆ ਵੀ ਜਦ ਮੈਂ ਉਹਨਾਂ ਨੂੰ ਇਸ ਵੱਲ ਦੇਖਿਆ ਨਾ, ਤਾਂ ਮਨ 'ਚ ਬੜੀ ਸ਼ਾਂਤੀ ਇਹ ਹੋਈ ਕਿ ਜੇ ਇਹਨਾਂ ਨੂੰ ਮੰਜੇ ਤੇ ਬਿਠਾ ਦਿੰਦੇ ਤੇ ਇਹਨਾਂ ਨੇ ਰਹਿ ਜਾਣਾ ਸੀ, ਹੈ ਨਾ। ਇੱਕ ਤਾਂ ਮੰਮੀ ਦਾ ਦੁੱਖ ਸੀਗਾ, ਪਰ ਹੁਣ ਲੱਗਦੇ ਨੇ, ਉੱਠਦੇ ਨੇ, ਚਾਹ ਬਣਾਉਂਦੇ ਨੇ। ਤੇ ਮੈਂ ਵੀ ਕਹਿੰਦੀ ਹਾਂ ਪਾਪਾ ਹੁਣ ਚਾਹ ਬਣਾ ਦਿਓ, ਹੁਣ ਟਾਈਮ ਆ ਗਿਆ, ਹੈ ਨਾ। ਤੇ ਬਹੁਤ ਚੰਗਾ, ਉਹਨਾਂ ਦੀ ਇੰਡੀਪੈਂਡੈਂਸ ਵਾਸਤੇ ਆਪਾਂ ਨੂੰ ਬਜ਼ੁਰਗਾਂ ਨੂੰ ਛੱਡਣਾ ਚਾਹੀਦਾ, ਉਹਨਾਂ ਨੂੰ ਕੁਝ ਕਰਨ ਦੇਣਾ ਚਾਹੀਦਾ ਜੇ ਉਹ ਚਾਹੁੰਦੇ ਨੇ। ਸਹੀ ਗੱਲ ਹੈ। ਇਹ ਦੇਖੋ ਹਮੇਸ਼ਾ ਆਪਣੇ ਨਾ ਘਰਾਂ 'ਚ ਵੀ ਇਹੀ ਚੀਜ਼ ਕਹਿੰਦੇ ਹੁੰਦੇ ਆ ਕਿ ਆਪਣੇ ਬਜ਼ੁਰਗ ਜਿਹੜੇ ਘਰ 'ਚ ਹੁੰਦੇ ਆ ਜਾਂ ਆਪਾਂ ਤੋਂ ਜਿਹੜੇ ਵੱਡੇ ਹੁੰਦੇ, ਉਹਨਾਂ ਦੀ ਉਮਰ ਇੰਨੀ ਨਹੀਂ ਹੁੰਦੀ ਜਿੰਨੀ ਅਸੀਂ ਉਹਨਾਂ ਨੂੰ ਮਹਿਸੂਸ ਕਰਾਉਣ ਲਾ ਦਿੰਦੇ ਹਾਂ ਕਿ ਹੁਣ ਤੁਸੀਂ ਬੈਠੋ, ਹੁਣ ਤੁਹਾਡੀ ਉਮਰ ਹੋ ਗਈ। ਸੱਚੀ ਗੱਲ ਹੈ। ਤੇ ਇਹ ਵੀ ਆਪਣੀ ਚੇਂਜ ਹੈ ਇੱਕ ਲਾਈਫ ਦਾ। ਤੇ ਪਾਪਾ ਜਦੋਂ ਬਾਜ਼ਾਰ ਜਾਂਦੇ ਨੇ, ਆ ਕੇ ਮੈਨੂੰ ਕਹਿਣਗੇ, ਮੈਨੂੰ ਮੇਰਾ ਸਟੂਡੈਂਟ ਮਿਲਿਆ ਤੇ ਉਹ ਵੀ ਰਿਟਾਇਰ ਹੋ ਗਿਆ। ਤੇ ਉਹ ਕਹਿੰਦਾ ਗੁਰੂ ਜੀ ਤੁਹਾਡੀ ਕਿੰਨੀ ਉਮਰ ਹੋਏਗੀ? ਤੁਸੀਂ 90 ਦੇ ਨੇੜੇ ਤਾਂ ਹੋਵੋਗੇ। ਕਹਿੰਦੇ ਮੈਨੂੰ ਨਾ ਕੋਈ ਯਾਦ ਨਹੀਂ ਹੈ, ਪਰ ਮੈਨੂੰ ਉਹਦੀ ਸ਼ਕਲ ਯਾਦ ਹੁੰਦੀ ਹੈ। ਸੋ ਦੇਖੋ ਫਿਰ ਕਿੰਨੇ ਪਿਆਰੀਆਂ ਯਾਦਾਂ। ਬਾਜ਼ਾਰ ਜਾਂਦੇ ਨੇ ਚੱਲ ਕੇ, ਹੁਣ ਤੁਸੀਂ ਉਚਾਈ ਦੇਖੀ ਹੈ ਕਿੰਨੀ ਹੈ ਇੱਥੋਂ, ਪਰ ਬਾਜ਼ਾਰ ਜਾ ਕੇ ਆਪਣਾ ਸਮਾਨ ਲੈ ਕੇ ਆਉਂਦੇ ਆ। ਬਟ ਇਰਦ ਗਿਰਦ ਸਾਡਾ ਇਸ ਤਰ੍ਹਾਂ ਦਾ ਸਰਕਲ ਹੈ ਜਿੱਥੇ ਸਾਰੇ ਜਣੇ ਉਹਨਾਂ ਦਾ ਧਿਆਨ ਰੱਖਦੇ ਆ। ਸਪਨਾ ਅੰਕਲ ਦੀ ਖਿੜਕੀ ਖੁੱਲੀ ਕਿ ਨਹੀਂ ਖੁੱਲੀ, ਅੰਕਲ ਉੱਠ ਗਏ ਨੇ, ਅੰਕਲ ਕਿੰਨੀ ਦੇਰ ਦੇ ਦਿਖੇ ਨਹੀਂ ਹਿਲਦੇ ਚਲਦੇ।
ਸੋ ਸਾਰੇ ਜਣੇ ਇਰਦ ਗਿਰਦ। ਇੱਕ ਸਾਡੇ ਹੋਰ ਪ੍ਰਿੰਸੀਪਲ ਸਾਹਿਬ ਦਾ, ਉਹਨਾਂ ਦੇ ਬੇਟਾ, ਉਹ ਜ਼ਰੂਰ ਆਉਂਦੇ ਨੇ ਤੇ ਸਾਰੇ ਧਿਆਨ ਰੱਖਦੇ ਨੇ। ਸੋ ਇਸ ਕਰਕੇ ਕਹਿੰਦੇ ਹੁੰਦੇ ਨੇ ਆਪਣਾ ਜਿਹੜਾ ਜੱਦੀ ਹੁੰਦਾ ਨਾ ਸ਼ਹਿਰ, ਮੇਰਾ ਇੱਕ ਤਾਂ ਪੰਜਾਬ 'ਚ ਹੈ ਪਰ ਪੜ੍ਹਾਈ ਵਾਲਾ ਇਹ ਹੈ, ਤੇ ਉਹਨਾਂ ਨੇ ਵੀ ਜੌਬ ਇੱਥੇ 35 ਇਅਰਸ ਕੀਤੀ ਹੈ। ਸੋ ਇਸ ਕਰਕੇ ਸਾਨੂੰ ਇਹ ਵੀ ਸ਼ਹਿਰ ਆਪਣਾ ਸ਼ਹਿਰ ਲੱਗਦਾ। ਹਾਂਜੀ। ਤੇ ਤੁਹਾਨੂੰ ਕਿੰਨੇ ਸਾਲ ਹੋ ਗਏ USA ਰਹਿੰਦੇ ਨੂੰ? ਮੈਂ 86 ਅਕਤੂਬਰ 'ਚ ਗਈ ਸੀਗੀ, ਤੇ ਤੁਸੀਂ ਹੁਣ ਦੇਖ ਲਓ 35+ ਸਾਲ ਹੋ ਗਏ ਨੇ। ਹਾਂਜੀ। ਤੇ ਜਦੋਂ ਮੈਂ ਲੋਕਾਂ ਤੋਂ ਸੁਣਦੀ ਸੀ ਨਾ ਵੀ ਉਹ 20 ਸਾਲ ਦੇ ਆਏ ਹੋਏ ਨੇ, ਤੇ ਮੈਂ ਬੜਾ ਦੇਖਦੀ ਸੀ ਵੀ ਮੁੜ ਕੇ ਕਿਉਂ ਨਹੀਂ ਗਏ ਹਾਲੇ ਤੱਕ। ਹੁਣ ਮੇਰਾ ਉਹ ਟਾਈਮ ਆ ਗਿਆ ਕਿ ਮੈਂ ਵੀ ਫਿਰ ਉੱਥੇ ਹੀ ਹਾਂ 35 ਸਾਲ ਦੀ। ਹਾਂਜੀ ਹਾਂਜੀ। ਤੇ ਜਦੋਂ ਤੁਸੀਂ ਇਸ ਘਟਨਾ ਨੂੰ ਸੁਣਿਆ ਸੀ ਹੈ ਨਾ, ਨਿਊਯਾਰਕ 'ਚ ਜਦੋਂ ਮਨਦੀਪ ਨੇ ਸੁਸਾਈਡ ਕੀਤਾ, ਤੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ 35 ਸਾਲ ਹੋ ਗਏ ਗਏ ਨੂੰ, ਬਹੁਤ ਸਾਰੇ ਪਰਿਵਾਰ ਜਿਹੜੇ ਜਿਵੇਂ ਤੁਸੀਂ ਦੱਸਦੇ ਹੋ 20 ਸਾਲ ਹੋ ਗਏ, ਕੋਈ ਮਤਲਬ ਬਹੁਤ ਲੰਮੇ ਸਮੇਂ ਤੋਂ ਵੀ 40 ਸਾਲ ਤੋਂ ਪਰਿਵਾਰ ਉੱਥੇ ਬੈਠੇ ਨੇ। ਤੇ ਇਸ ਘਟਨਾ ਨੂੰ ਉਦੋਂ ਤੁਸੀਂ ਕਿਵੇਂ ਦੇਖਿਆ? ਮਤਲਬ ਜਦੋਂ ਤੁਸੀਂ ਸੁਣਿਆ ਤੁਹਾਨੂੰ ਕਿਵੇਂ ਲੱਗੀ ਇਹ ਚੀਜ਼ ਸੁਣ ਕੇ? ਸਭ ਤੋਂ ਪਹਿਲਾਂ ਤਾਂ ਤੁਹਾਡੇ ਦਿਲ 'ਚ ਇੱਕ ਆਵਾਜ਼ ਉੱਠਦੀ ਹੈ ਕਿ ਅਸੀਂ ਕਿੱਥੇ ਫੇਲ ਹੋ ਗਏ, ਹੈ ਨਾ, ਕਿ ਇਸ ਦੇਸ਼ 'ਚ ਵੀ ਰਹਿ ਕੇ ਇਹ ਕਿਵੇਂ ਹੋ ਗਿਆ। ਪਰ ਫਿਰ ਦੂਜੀ ਆਵਾਜ਼ ਇਹ ਵੀ ਉੱਠਦੀ ਹੈ ਕਿ ਜਿਹੜੇ ਸ਼ਹਿਰ 'ਚ ਤੂੰ ਹੈ ਉੱਥੇ ਵੀ ਕਿੰਨੀਆਂ ਔਰਤਾਂ, ਇਹ ਔਰਤਾਂ ਜਾਂ ਆਦਮੀ ਵੀ ਕਹਿ ਸਕਦੇ ਹਾਂ ਆਪਾਂ, ਇੱਥੇ ਜੈਂਡਰ ਦੀ ਗੱਲ ਨਹੀਂ ਕਰ ਰਹੇ ਹਾਂ, ਕਿ ਇਸ ਪੀੜਿਤ ਨੇ ਇਸ ਤਰੀਕੇ ਦੀ ਇੱਕ ਦੂਜੇ ਦੇ ਨਾਲ, ਜਿਹੜੀ ਇਹ ਘਰਾਂ ਦੀ ਲੜਾਈਆਂ ਨੇ, ਚਿੰਤਾਵਾਂ ਨੇ, ਡਿਪਰੈਸ਼ਨ ਹੈ, ਤੇ ਕਿੰਨੇ ਲੋਕ ਇਹਨੂੰ ਜੂਝ ਰਹੇ ਨੇ, ਹੈ ਨਾ। ਤੇ ਅਸੀਂ ਸਮਾਜਿਕ ਜਿਹੜੇ ਕਹਿੰਦੇ ਆ ਕਿ ਸਮਾਜ ਦੇ ਠੇਕੇਦਾਰ ਜਿਹੜੇ ਆ, ਅਸੀਂ ਉਹਨਾਂ ਵਾਸਤੇ ਕੀ ਕਰ ਰਹੇ ਹਾਂ। ਸੋ ਉਸ ਟਾਈਮ 'ਤੇ ਮੇਰਾ ਕੋਈ ਸਵਾਲ ਇਹ ਨਹੀਂ ਉੱਠਿਆ ਸੀਗਾ ਉਹਨੇ ਗਲਤ ਕੀਤਾ, ਉਹਨੇ ਠੀਕ ਕੀਤਾ, ਕਿਹਦੀ ਗਲਤੀ ਕਿਹਦੀ ਸੱਚ। ਮੈਨੂੰ ਇਹ ਸੀਗਾ ਅਸੀਂ ਕਿੱਥੇ ਫੇਲ ਹੋ ਗਏ, ਹੈ ਨਾ। ਤੇ ਹੁਣ ਕਿੱਥੋਂ ਸ਼ੁਰੂ ਕਰੀਏ ਕਿ ਕੋਈ ਹੋਰ ਕੁੜੀ ਆਪਣੀ ਜਾਨ ਨਾ ਦੇਵੇ ਜਾਂ ਕੋਈ ਹੋਰ ਬੰਦਾ ਆਪਣੀ ਜਾਨ ਨਾ ਦੇ ਦੇਵੇ। ਕਿਉਂਕਿ ਜ਼ਿੰਦਗੀ ਜਿਵੇਂ ਆਪਾਂ ਨੂੰ ਗੁਰੂ ਜੀ ਕਹਿੰਦੇ ਨੇ, ਹੈ ਨਾ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਕਿ ਇਹ ਤਾਂ ਇੰਨੀ ਉਹ ਹੈ, ਹਸੀਨ ਹੈ, ਇੰਨੀ ਚੰਗੀ ਹੈ, ਤੇ ਅਸੀਂ ਪਤਾ ਨਹੀਂ ਕਿਹੜੀ ਚੀਜ਼ਾਂ 'ਚ ਇਹਨੂੰ ਗਵਾ ਕੇ ਕੱਢ ਦਿੱਤਾ। ਸੋ ਉਹ ਮੇਰਾ ਸਵਾਲ ਸਭ ਤੋਂ ਪਹਿਲਾਂ ਆਇਆ ਸੀ। ਤੇ ਫਿਰ ਇੱਕਦਮ ਮੇਰਾ ਖਿਆਲ ਉਹਦੀਆਂ ਬੇਟੀਆਂ ਵੱਲ ਗਿਆ ਸੀਗਾ, ਹੈ ਨਾ। ਤੇ ਫਿਰ ਉਹ ਤੋਂ ਲੱਗਿਆ ਸੀ ਉਹਦੀ ਇੰਟੈਂਸਿਟੀ ਇੰਨੀ ਜ਼ਿਆਦਾ, ਉਹ ਚਿੰਤਿਤ ਔਰ ਇੰਨੀ ਜ਼ਿਆਦਾ ਉਹ ਉਦਾਸ ਸੀਗੀ ਕਿ ਉਹਨੂੰ ਹੋਰ ਕੁਛ ਨਹੀਂ ਦਿਖਿਆ, ਹੋਰ ਕੋਈ ਰਸਤਾ ਨਹੀਂ ਦਿਖਿਆ, ਹੈ ਨਾ, ਕਿ ਆਪਣੀ ਬੱਚੀਆਂ ਨੂੰ ਵੀ ਛੱਡ ਗਈ। ਜੇ ਉਹ ਆਪਣੇ ਆਪ ਨੂੰ ਇਸ ਤਰ੍ਹਾਂ ਸੋਚਦੀ ਸੀਗੀ ਕਿ ਮੈਂ ਨਹੀਂ ਇਸ ਘਰ 'ਚ ਰਹਿ ਸਕਦੀ, ਤੇ ਉਹਨੇ ਕਿਵੇਂ ਸੋਚਿਆ ਹੋਏਗਾ ਵੀ ਕੁੜੀਆਂ ਰਹਿਣਗੀਆਂ ਉੱਥੇ। ਫਿਰ ਉੱਥੇ ਮੇਰੇ ਦਿਮਾਗ 'ਚ ਇਹ ਗੱਲ ਗਈ ਸੀਗੀ ਕਿ ਜਿਹੜਾ ਸਾਡਾ ਸਾਰਾ ਸਮਾਜਿਕ ਢਾਂਚਾ ਹੈ ਨਾ, ਅਸੀਂ ਇੱਕ ਦੂਜੇ ਨੂੰ ਮਿਲਣ ਜਾਂਦੇ ਹਾਂ, ਹੈ ਨਾ, ਤੇ ਪਾਰਟੀਆਂ 'ਚ ਮਿਲਦੇ ਹਾਂ ਜਾਂ ਕਿਤੇ ਹੋਰ ਗੈਟ ਟੂਗੈਦਰਸ 'ਚ ਮਿਲਦੇ ਹਾਂ, ਅਸੀਂ ਹੈਲੋ ਹਾਏ ਜਾਂ ਸੂਟ ਦੇਖ ਕੇ ਇੱਕ ਦੂਜੇ ਨਾਲ ਬਸ ਓਵਰ, ਜਿਸ ਤਰ੍ਹਾਂ ਕਹਿੰਦੇ ਥੋੜ੍ਹਾ ਹੱਗ ਕਰਕੇ ਬਸ ਆ ਜਾਂਦੇ ਹਾਂ। ਪਰ ਜਦੋਂ ਤੁਹਾਨੂੰ ਕੋਈ ਬੰਦਾ ਚਿੰਤਤ ਲੱਗਦਾ, ਕੋਈ ਉਦਾਸ ਲੱਗਦਾ, ਜਿਹੜਾ ਕਿ ਪਹਿਲਾਂ ਉਦਾਸ ਨਹੀਂ ਹੁੰਦਾ ਸੀ, ਕੀ ਕਦੀ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਹਦੇ ਕੋਲ ਜਾ ਕੇ ਬੈਠ ਕੇ ਕਿ ਵੀ ਕੀ ਗੱਲ ਹੋ ਗਈ, ਅੱਜ ਕੋਈ ਗੱਲ ਹੋ ਗਈ, ਤੇ ਜਾਂ ਉਸ ਦੂਜੇ ਮਤਲਬ ਚਾਹੇ ਕੁੜੀ ਹੋਵੇ ਚਾਹੇ ਕੋਈ ਔਰਤ ਹੋਵੇ, ਉਹਨੂੰ ਇਹ ਦੱਸਣ ਵਾਸਤੇ ਮੈਂ ਤੇਰੀ ਗੱਲ ਪੁੱਛ ਕੇ ਫਲਾਣ ਵਾਸਤੇ ਨਹੀਂ ਆਈ ਹਾਂ। ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹੀ ਸੋਚਦੇ ਹਾਂ ਵੀ ਇਹਨੂੰ ਕੁਝ ਦੱਸਾਂਗੀ, ਅੱਗੇ ਦੱਸਣਗੇ ਕੀ ਹੋਊਗਾ, ਹੈ ਨਾ। ਤੇ ਆਪਾਂ ਇਹੋ ਜਿਹੇ ਰਿਸ਼ਤੇ ਕਿਉਂ ਨਹੀਂ ਕ੍ਰੀਏਟ ਕਰ ਸਕਦੇ ਕਿ ਅਸੀਂ ਉਹਨਾਂ ਦੀਆਂ ਚਿੰਤਾਵਾਂ ਦੇ ਔਰ ਉਹਨਾਂ ਦੀ ਉਦਾਸੀ ਦੇ ਰਸਤੇ ਦੱਸ ਸਕੀਏ ਵੀ ਰਸਤੇ ਨੇ ਬਾਹਰ, ਹੈ ਨਾ। ਅਸੀਂ ਉਹਨਾਂ ਨੂੰ ਇਹ ਨਹੀਂ ਗਾਈਡ ਕਰਨਾ ਵੀ ਘਰ ਛੱਡ ਕੇ ਜਾਂ ਆਪਣਾ ਜੋ ਵੀ ਵਿਵਾਹਿਤ ਜੀਵਨ ਹੈ ਇਹਨੂੰ ਛੱਡੋ ਤੇ ਆ ਜਾਓ, ਇਹ ਨਹੀਂ ਗੱਲ ਹੁੰਦੀ ਹੈ। ਸੋ ਸਾਡੀ ਰਿਸਪੌਂਸਿਬਿਲਟੀ ਹੈ ਕਿ ਜੇ ਸਾਨੂੰ ਕਦੀ ਲੱਗੇ ਤਾਂ ਅਸੀਂ ਉਸ ਬੰਦੇ ਵਾਸਤੇ ਕੀ ਕਰ ਰਹੇ ਹਾਂ। ਇੱਥੇ ਮੈਨੂੰ ਸਭ ਤੋਂ ਜ਼ਿਆਦਾ ਲੱਗਦਾ ਕਿ ਜੇ ਅਸੀਂ ਇਹ ਕਰਨਾ ਸ਼ੁਰੂ ਕਰਤਾ ਤਾਂ ਜਿਹੜਾ ਸਾਡੇ ਮਾਨਸਿਕ ਸਿਹਤ ਹੈ ਨਾ, ਉਹਦੇ 'ਤੇ ਬਹੁਤ ਫਰਕ ਪਏਗਾ, ਹੈ ਨਾ। ਹੋਰ ਨਹੀਂ ਤੁਸੀਂ ਦੱਸ ਸਕਦੇ, ਅਗਲਾ ਇਹ ਵੀ ਕਹੇ ਕਿ ਚਲੋ ਮੈਨੂੰ ਬਲੱਡ ਪ੍ਰੈਸ਼ਰ ਹੈ ਪਰ ਮੇਰਾ ਤਬੀਅਤ ਵੀ ਠੀਕ ਨਹੀਂ ਰਹਿੰਦੀ, ਕਿਸੇ ਡਾਕਟਰ ਕੋਲ ਭੇਜ ਦਿਓ। ਡਾਕਟਰ ਵੀ ਜਿਹੜੇ ਨੇ ਉਹ ਪੰਜਾਬੀ ਡਾਕਟਰ ਨੇ ਆਪਣੇ, ਉਹਨਾਂ ਕੋਲ ਭੇਜ ਦਿਓ। ਔਰ ਜਦੋਂ ਉਹਨਾਂ ਕੋਲ ਜਾਂਦੇ ਨੇ ਇਹ, ਤਾਂ ਉਹ ਪੂਰੀ ਮਾਨਸਿਕ ਹਾਲਤ ਬਾਰੇ ਵੀ ਪੁੱਛਦੇ ਨੇ ਉਹਨਾਂ ਤੋਂ। ਪਰ ਫਿਰ ਉਹੀ ਗੱਲ ਆ ਜਾਂਦੀ ਹੈ, ਹੁਣ ਮੈਂ ਕੁਝ ਡਾਕਟਰਸ ਨਾਲ ਵੀ ਇਹਦੇ ਬਾਰੇ ਗੱਲ ਕਰਕੇ ਆਈ ਹਾਂ, ਉਹ ਕਹਿੰਦੇ ਉਹ ਗੱਲ ਹੀ ਨਹੀਂ ਦੱਸਣਾ ਚਾਹੁੰਦੇ। ਉਹਨਾਂ ਦੀ ਸ਼ਕਲ 'ਤੇ ਸਾਫ਼ ਪਤਾ ਹੈ ਕਿ ਇਹਨਾਂ ਨੂੰ ਐਂਗਜ਼ਾਇਟੀ ਦੀ, ਚਿੰਤਾ ਦੀ ਜਾਂ ਡਿਪਰੈਸ਼ਨ ਦੀ, ਉਦਾਸੀ ਦੀ ਦਵਾਈ ਦੀ ਲੋੜ ਹੈ ਨਾ। ਉਹ ਲੈਣਾ ਹੀ ਨਹੀਂ ਚਾਹੁੰਦੇ, ਹੈ ਨਾ, ਕਿ ਘਰ ਜਾ ਕੇ ਕੀ ਦੱਸਾਂਗੇ,
ਕਿ ਵੀ ਮੈਂ ਇਸ ਤਰ੍ਹਾਂ ਹੋ ਗਈ ਹਾਂ, ਮੇਰੀ ਮਾਨਸਿਕ ਹਾਲਤ ਖਰਾਬ ਹੋ ਗਈ ਹੈ। ਸੋ ਹੁਣ ਟਾਈਮ ਆ ਚੁੱਕਿਆ ਕਿ ਆਪਾਂ ਜਿਹੜੀਆਂ ਰਚਨਾਤਮਕ ਜਿਹੜੀਆਂ ਨੇ ਨਾ ਡਾਇਲੋਗ ਹੁਣ ਕਰੀਏ, ਇਹ ਵੀ ਹੈ ਨਾ, ਇਟਸ ਟਾਈਮ ਕਿ ਆਪਾਂ ਮੈਂਟਲ ਹੈਲਥ ਬਾਰੇ ਗੱਲ ਕਰੀਏ। ਬੱਚਾ ਜੇ ਮਾਂ ਨੂੰ ਦੇਖਦਾ ਔਰ ਮਾਂ ਬੱਚੇ ਨੂੰ ਦੇਖਦੀ ਹੈ, ਇਹਦੀ ਕੋਈ ਏਜ ਨਹੀਂ ਹੁੰਦੀ ਉਦਾਸੀ ਦੀ, ਹੈ ਨਾ, ਇਹਦੀ ਗੱਲ ਕੀਤੀ ਜਾਵੇ। ਹੁਣ ਇਹ ਜਿਹਨੂੰ ਮੈਂਟਲ ਹੈਲਥ ਇਸ਼ੂ ਆ ਚੁੱਕੇ ਨੇ ਆਪਣੇ, ਅਤੇ ਜਿਨ੍ਹਾਂ ਦੇ ਬਾਰੇ ਸਾਨੂੰ ਗੱਲ ਕਰਨੀ, ਇਹਨੂੰ ਕਮਰੇ ਦੇ ਅੰਦਰ ਨਾ ਰੱਖੀਏ ਕਿ ਨਹੀਂ ਮੈਨੂੰ ਨਹੀਂ ਹੋ ਸਕਦਾ, ਕਿਸੇ ਹੋਰ ਨੂੰ ਹੋ ਸਕਦਾ ਹੈ ਨਾ। ਇਹਦੇ 'ਤੇ ਟੈਬੂ ਜਿਹੜਾ ਬਣਿਆ ਹੋਇਆ ਸਾਡਾ, ਹੈ ਨਾ, ਅਤੇ ਇਹਦੇ 'ਤੇ ਆਪਾਂ ਨੂੰ ਉਹ ਨਹੀਂ ਬਣਾਉਣਾ ਚਾਹੀਦਾ ਵੀ ਇਹ ਕੋਈ ਕਲੰਕ ਦਾ ਟਿੱਕਾ ਲੱਗ ਗਿਆ ਜੇ ਮੈਂ ਡਿਪਰੈਸ਼ਨ 'ਚ ਆ ਗਿਆ, ਹੈ ਨਾ। ਇਟਸ ਅ ਨੈਚੁਰਲ ਪ੍ਰੋਸੈਸ। ਸੋ ਤੁਸੀਂ ਮੈਨੂੰ ਉਹਦੀ ਮਾਨਸਿਕ ਹਾਲਤ ਦੇ ਬਾਰੇ ਧਿਆਨ ਆਇਆ, ਔਰ ਉਸ ਦੇ ਵਿੱਚ ਮੇਰੇ ਮਨ 'ਚ ਇਹ ਵੀ ਨਹੀਂ ਆਇਆ ਉਸ ਟਾਈਮ ਕਿ ਚਲੋ ਜੀ ਉਹ ਤਾਂ ਪਾਗਲ ਸੀਗੀ ਤਾਂ ਉਹਨੇ ਕਰ ਲਿਆ, ਹੈ ਨਾ। ਇਸ ਟਾਈਮ 'ਤੇ ਆਇਆ ਕਿ ਕਿੰਨੇ ਟਾਈਮ ਆਏ ਹੋਣੇ ਉਹ ਤੋਂ ਪਹਿਲਾਂ ਕਿ ਇਰਦ ਗਿਰਦ ਵਾਲਿਆਂ ਨੇ ਨੋਟਿਸ ਕੀਤਾ ਹੋਣਾ, ਉਹਨੇ ਦੱਸਿਆ ਵੀ ਹੋਣਾ। ਔਰ ਤੁਹਾਨੂੰ ਜਾਣ ਕੇ ਇਹ ਪਤਾ ਨਹੀਂ ਤੁਹਾਨੂੰ ਹੁਣ ਪਤਾ ਹੈ ਕਿ ਨਹੀਂ ਪਤਾ, ਕੁਈਨਸ ਜਿੱਥੇ ਉਹ ਰਹਿੰਦੀ ਸੀਗੀ ਉੱਥੇ ਹਰ ਦੂਜਾ ਘਰ ਪੰਜਾਬੀਆਂ ਦਾ ਘਰ ਹੈ। ਹਾਂਜੀ, ਗੁਰਦੁਆਰਾ ਇੰਨੀ ਨੇੜੇ ਆ ਉੱਥੇ, ਹੈ ਨਾ। ਅਤੇ ਕਮੇਟੀ ਜਿਹੜੀ ਉੱਥੇ ਦੀ ਕਮਿਊਨਿਟੀ ਆ ਉਹ ਇੰਨੀ ਕਲੋਜ਼ ਹੈ ਇੱਕ ਦੂਜੇ ਦੇ ਨਾਲ, ਪਰ ਫਿਰ ਵੀ ਉਹ ਕਿਸੇ ਦੇ ਨਾਲ ਗੱਲ ਨਾ ਕਰ ਸਕੀ। ਦੇਖੋ ਫਿਰ ਉਹਨੇ ਜਿਹੜਾ ਵੀਡੀਓ ਵੀ ਭੇਜਿਆ, ਮੈਂ ਕਿਤੇ ਪੜ੍ਹਿਆ ਸੀਗਾ ਕਿ ਉਹਨੇ ਕਿਸੇ ਦੂਰ ਦੇ ਰਿਸ਼ਤੇਦਾਰ ਨੂੰ ਭੇਜਿਆ ਵੀ ਮਾਂ ਬਾਪ ਨੂੰ ਨਹੀਂ ਮੈਂ ਭੇਜ ਸਕਦੀ, ਹੈ ਨਾ। ਅਤੇ ਤੁਸੀਂ ਸੋਚੋ ਵੀ ਆਪਾਂ ਨੇ ਕਿੰਨਾ ਜਕੜਿਆ ਹੋਇਆ ਇਸ ਚੀਜ਼ ਨੂੰ ਕਿ ਮੈਂ ਸਿਰਫ ਆਪਣੇ ਆਪ ਨੂੰ ਮਾਰਨਾ ਕੋਈ ਆਸਾਨ ਹੈ? ਤੁਸੀਂ ਸੋਚੋ, ਇੱਕ ਦਵਾਈ ਲੈ ਕੇ ਜ਼ਹਿਰ ਪੀ ਕੇ ਤਾਂ ਮੈਂ ਕਹਿੰਦੀ ਹਾਂ ਫਿਰ ਵੀ ਮਰ ਸਕਦੇ ਹੋ, ਪਰ ਇਹ ਡੰਗ ਲੈਣਾ ਆਪਣੇ ਆਪ ਨੂੰ ਕਿੰਨਾ ਔਖਾ ਉਹਦੇ ਵਾਸਤੇ ਹੋਏਗਾ। ਸੋ ਇਹ ਚੀਜ਼ਾਂ 'ਤੇ ਸਾਨੂੰ ਬੜਾ ਧਿਆਨ ਜਾਂਦਾ ਹੈ ਕਿ ਮੈਂ ਉਹ ਪੜ੍ਹ ਰਹੀ ਸੀਗੀ ਕਿ ਵੀ USA 'ਚ ਗਲੋਬਲੀ ਇੱਕ ਔਰਤ 3 ਵਿੱਚੋਂ ਇੱਕ ਜਿਹੜਾ ਉਹ ਸਫਰ ਕਰ ਰਿਹਾ ਘਰ ਦੀਆਂ ਇਸ ਤਰੀਕੇ ਦੀਆਂ ਵਾਇਲੈਂਸ ਦੇ ਨਾਲ, ਹੈ ਨਾ। ਅਤੇ ਫਿਰ ਕਹਿੰਦੇ USA 'ਚ 1 ਆਊਟ ਆਫ 4 ਕਰ ਰਿਹਾ, 4 ਵਿੱਚੋਂ 1 ਕਰਦੀ ਆ ਔਰਤ, ਸਫਰ ਕਰਦੀ ਆ। ਪਰ ਕਹਿੰਦੇ ਜਿਹੜੀ ਏਸ਼ੀਅਨ, ਸਾਊਥ ਏਸ਼ੀਅਨ ਕਿ ਸਾਡੀ ਕਮਿਊਨਿਟੀ ਆ, ਉਹਦੇ ਵਿੱਚ 5 ਵਿੱਚੋਂ 2 ਸਫਰ ਕਰ ਰਹੀਆਂ ਨੇ। ਸੋ ਉਹ ਤੋਂ ਬਾਅਦ ਆਰਗੇਨਾਈਜੇਸ਼ਨਸ ਉੱਥੇ ਬਣੀਆਂ ਹੋਈਆਂ ਨੇ, ਹੈ ਨਾ, ਪਰ ਉਹਨਾਂ ਤੱਕ ਨਹੀਂ ਪਹੁੰਚਿਆ ਜਾ ਰਿਹਾ। ਅੱਛਾ, ਹੋਰ ਕਿਸੇ ਨੇ ਕੋਈ ਕੁਛ ਨਾ ਕਰਨਾ ਹੋਵੇ, 911 ਹੈਗਾ, ਅਤੇ ਉਹਦੇ 'ਚ ਵੀ ਇੱਕ ਇਸ ਤਰ੍ਹਾਂ ਦੀ ਹੌਟਲਾਈਨ ਹੈ ਜਿੱਥੇ ਜੇ ਉਹਨਾਂ ਨੂੰ ਪਤਾ ਚੱਲ ਜਾਏ ਕਿ ਇਹ ਸੁਇਸਾਈਡਲ ਹੈ, ਅਤੇ ਉਹ ਉਨੀ ਦੇਰ ਉਹਨਾਂ ਨਾਲ ਇੰਨੀ ਗੱਲਾਂ ਚਲਾ ਕੇ ਰੱਖਦੇ ਨੇ ਉਹਨੂੰ, ਉਦੋਂ ਤੱਕ ਕਿਸੇ ਨੂੰ ਹੈਲਪ ਨੂੰ ਉਹਨਾਂ ਦੇ ਘਰ ਭੇਜ ਦਿੰਦੇ ਨੇ, ਹੈ ਨਾ। ਅਤੇ ਇਸ ਤਰ੍ਹਾਂ ਦੀ ਜਗ੍ਹਾ 'ਤੇ ਵੀ ਇਹ ਚੀਜ਼ਾਂ ਹੋ ਗਈਆਂ, ਹੈ ਨਾ। ਅਤੇ ਫਿਰ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਕਿ ਇਹ ਕਿਉਂ ਹੋ ਗਿਆ, ਇਸ ਤਰ੍ਹਾਂ ਕਿਉਂ ਹੋ ਸਕਦਾ। ਅਤੇ ਉਹਨਾਂ ਨੇ ਦੱਸਿਆ ਕਿ ਇੱਕ ਤਾਂ ਸਾਡੇ ਜਿਹੜੀਆਂ ਔਰਤਾਂ ਨੇ ਇਸ ਟਾਈਮ 'ਤੇ ਤਾਂ ਆਪਾਂ ਮਨਦੀਪ ਦੀ ਤਰਫੋਂ ਇਸ ਤਰ੍ਹਾਂ ਗੱਲ ਕਰ ਰਹੇ ਹਾਂ, ਅਤੇ ਉਹ ਸ਼ਰਮ ਬੜੀਆਂ ਮਹਿਸੂਸ ਕਰਦੀਆਂ ਵੀ ਜੇ ਬਾਹਰ ਦੱਸਦਾ, ਹੈ ਨਾ। ਅਤੇ ਇੱਕ ਸਮਾਜਿਕ ਢਾਂਚੇ ਵਿੱਚ ਇਸ ਤਰ੍ਹਾਂ ਜਕੜੀਆਂ ਹੋਈਆਂ ਵੀ ਲੋਕ ਮੈਨੂੰ ਕੀ ਕਹਿਣਗੇ, ਹੈ ਨਾ। ਅਤੇ ਇੱਕ ਤਾਂ ਹੁੰਦਾ ਇਨਸਾਨ ਵਿਕਟਮ, ਹੈ ਨਾ, ਜਿਵੇਂ ਉਹਦੇ ਨਾਲ ਗਲਤ ਕੁਝ ਹੋ ਰਿਹਾ, ਪਰ ਜਿਹੜੇ ਦੇਖਣ ਵਾਲੇ ਨੇ ਉਹ ਉਹਨੂੰ ਹੋਰ ਵਿਕਟਮ ਬਣਾਉਂਦੇ ਵੀ ਹਾਂ ਤੂੰ ਰਹਿ ਸਕਦੀ ਸੀ, ਬਿਲਕੁਲ, ਹੈ ਨਾ। ਸੋ ਬਹੁਤ ਚੀਜ਼ਾਂ ਨੇ ਜਿਨ੍ਹਾਂ ਵਿੱਚ ਸਾਨੂੰ ਸੋਚਣਾ ਪਏਗਾ ਕਿ ਅਸੀਂ ਕੀ ਕਰ ਸਕਦੇ। ਇੱਕ ਘਰ ਦੀ ਕਹਾਣੀ ਨਹੀਂ ਹੈ, ਇਹ ਸਾਡੇ ਘਰ ਵੀ ਹੋ ਸਕਦਾ। ਸੋ ਤੁਹਾਨੂੰ ਇੰਨੇ ਸਾਲਾਂ ਦੇ ਵਿੱਚ, ਜਿਵੇਂ ਆਪਾਂ ਹਮੇਸ਼ਾ ਕਹਿੰਦੇ ਕਿ ਉੱਧਰਲੀਆਂ ਜਿਹੜੀਆਂ ਔਰਤਾਂ ਨੇ, ਅਮਰੀਕਨ ਜਾਂ ਕੈਨੇਡੀਅਨ ਲੋਕ ਨੇ ਜਿਹੜੇ, ਹੈ ਨਾ, ਅਸੀਂ ਕਹਿੰਦੇ ਕਿ ਉਹ ਬਹੁਤ ਜ਼ਿਆਦਾ ਅਵੇਅਰ ਨੇ। ਜਦੋਂ ਉਹਨਾਂ ਨੂੰ ਲੱਗਦਾ ਕਿ ਇਹ ਰਿਸ਼ਤਾ ਉਹਨਾਂ ਲਈ ਖਤਰਨਾਕ ਹੋ ਰਿਹਾ ਜਾਂ ਇਸ ਰਿਸ਼ਤੇ ਨੂੰ ਉਹ ਨਹੀਂ ਨਿਭਾ ਰਹੇ, ਤਾਂ ਉਹ ਛੱਡ ਦਿੰਦੇ ਨੇ ਉਸ ਰਿਸ਼ਤੇ ਨੂੰ, ਹੈ ਨਾ। ਅਤੇ ਸਾਡੇ ਜਿਹੜਾ ਹੈਗਾ ਕਲਚਰ, ਸਾਨੂੰ ਹਮੇਸ਼ਾ ਹੀ ਇਹ ਸਿਖਾਇਆ ਜਾਂਦਾ ਕਿ ਵਿਆਹ ਹੈ ਜਿਹੜਾ ਤੁਹਾਡੇ ਲਈ ਬਹੁਤ ਵੱਡੀ ਚੀਜ਼ ਆ, ਇਹਨੂੰ ਨਿਭਾਉਣਾ ਜਿਹੜਾ ਜ਼ਿਆਦਾਤਰ ਔਰਤ ਦੀ ਜ਼ਿੰਮੇਵਾਰੀ ਹੁੰਦੀ ਆ, ਹੈ ਨਾ। ਅਤੇ ਉਸ ਤਰੀਕੇ ਨਾਲ ਤੁਸੀਂ ਉੱਧਰਲੀਆਂ ਔਰਤਾਂ ਅਤੇ ਆਪਣੀਆਂ ਔਰਤਾਂ ਦੀ ਜ਼ਿੰਦਗੀ 'ਚ ਕੋਈ ਫ਼ਰਕ ਮਹਿਸੂਸ ਕਰਦੇ ਹੋ? ਜਾਂ ਮੈਂ ਓਵਰਆਲ ਵੀ ਕਹਾਂ ਕਿ ਸਾਡੇ ਪਰਿਵਾਰਾਂ ਦੇ ਵਿੱਚ ਜਾਂ ਉੱਧਰਲੇ ਜਿਹੜੇ ਲੋਕ ਨੇ ਉਹਨਾਂ ਦੇ ਪਰਿਵਾਰਾਂ 'ਚ ਜਾਂ ਉਹਨਾਂ ਦਾ ਘਰੇਲੂ ਮਾਹੌਲ ਆ ਜਿਹੜਾ ਕਿੰਨਾ ਕੁ ਵੱਖਰਾ ਹੈ ਆਪਣੇ ਲੋਕਾਂ ਨਾਲੋਂ? ਸੋ ਉੱਥੇ ਦਾ ਬਹੁਤ ਅੱਛਾ ਕੁਐਸਚਨ ਹੈ, ਤੁਹਾਡਾ ਸਵਾਲ ਹੈ। ਅਤੇ ਉੱਥੇ ਜਿਹੜੇ ਡਾਈਵੋਰਸ ਕੋਈ ਹਊਆ ਨਹੀਂ ਹੈ ਉਹਨਾਂ ਵਾਸਤੇ, ਪਹਿਲੀ ਚੀਜ਼ ਤਾਂ ਇਹ ਹੈ ਨਾ। ਸੋ ਆਪਣੇ ਵਾਸਤੇ ਹੁਣ ਸਾਰੇ ਕਹਿੰਦੇ ਨੇ ਕਿ ਇੱਥੇ ਵੀ ਬਹੁਤ ਵੱਧ ਗਏ ਨੇ, ਪਰ ਉਹਨਾਂ ਵਾਸਤੇ ਹਊਆ ਨਹੀਂ ਹੈ। ਉਹਨਾਂ ਨੇ ਜਦੋਂ ਇਹ ਡਿਸੀਜ਼ਨ ਲੈਣਾ ਤਾਂ ਉਹ ਲੈ ਲੈਂਦੇ ਨੇ, ਅਤੇ ਸੁਸਾਇਟੀ ਉਹਨਾਂ 'ਤੇ ਕੁਐਸਚਨ 'ਤੇ ਉਂਗਲੀ ਨਹੀਂ ਉਠਾਉਂਦੀ, ਹੈ ਨਾ, ਵੀ ਤੂੰ ਕਿਉਂ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਕੌਨਫੀਡੈਂਟ ਨੇ, ਉਹਨਾਂ ਨੂੰ ਕੌਨਫੀਡੈਂਟਲੀ ਰੇਜ਼ ਕੀਤਾ ਗਿਆ, ਬੜੇ ਕੀਤਾ ਗਿਆ, ਹੈ ਨਾ। ਕਿ ਸਾਨੂੰ ਇਹ ਨਹੀਂ ਦੱਸਿਆ ਜਾਂਦਾ, ਹੈ ਨਾ। ਹੁਣ ਮੈਂ ਤੁਹਾਨੂੰ ਇੱਕ ਰੂਪੀ ਕੌਰ ਦੀ
ਸਾਡੇ ਇੱਥੇ ਕਿਉਂ ਇਹ ਫਰਕ ਮਹਿਸੂਸ ਹੁੰਦਾ। ਰੂਪੀ ਕੌਰ ਨੇ ਇੱਕ ਪੋਇਮ ਲਿਖੀ ਹੈ ਫਾਦਰਸ ਟੂ ਡਾਟਰਸ, ਤੇ ਉਹ ਕਹਿੰਦੇ ਜਦੋਂ ਫਾਦਰ ਤੁਹਾਨੂੰ ਆਪਣੇ ਘਰ ਵਿੱਚ ਝਿੜਕ ਰਿਹਾ ਹੁੰਦਾ ਨਾ, ਤੇ ਫਿਰ ਬਾਅਦ 'ਚ ਤੁਸੀਂ ਕਹਿੰਦੇ ਹੋ ਵੀ ਡੈਡ ਮੈਨੂੰ ਤੁਸੀਂ ਝਿੜਕਿਆ ਇਸ ਤਰੀਕੇ ਨਾਲ, ਤੇ ਉਹ ਕਹੇਗਾ ਮੇਰਾ ਪਿਆਰ ਸੀਗਾ, ਪਿਆਰ 'ਚ ਮੈਂ ਤੈਨੂੰ ਝਿੜਕਿਆ। ਐਂਗਰ ਨੂੰ ਮੈਂ ਪਿਆਰ ਨਾਲ, ਉਹ ਕਹਿੰਦਾ ਗੁੱਸਾ ਕਿਉਂਕਿ ਮੈਂ ਤੈਨੂੰ ਪਿਆਰ ਕਰਦਾ। ਹੁਣ ਜਿਹੜਾ ਬੱਚਾ ਰੋਜ਼ ਦੇਖਦਾ ਕਿ ਇਹ ਮੇਰੇ ਡੈਡੀ ਇੰਨਾ ਹੀ ਗੁੱਸਾ ਮੰਮੀ ਨੂੰ ਹੁੰਦੇ ਨੇ, ਹੈ ਨਾ, ਤੇ ਇਹਦਾ ਮਤਲਬ ਉਹਨਾਂ ਦਾ ਪਿਆਰ ਹੀ ਹੈ ਇਹ। ਜਦੋਂ ਕੁੜੀ ਨੇ ਬਾਹਰ ਜਾ ਕੇ ਇੱਕ ਬੰਦੇ ਨੂੰ ਢੂੰਡਣ ਜਾਣਾ ਹੈ ਨਾ, ਤੇ ਉਹਦੇ ਮਨ 'ਚ ਕੀ ਆਏਗਾ ਕਿ ਜੇ ਗੁੱਸੇ ਵੀ ਹੁੰਦਾ ਇਹਦਾ ਪਿਆਰ ਹੈ ਮੇਰੇ ਨਾਲ, ਬਿਲਕੁਲ, ਹੈ ਨਾ। ਸੋ ਆਪਾਂ ਕੀ ਕਰ ਰਹੇ, ਕਨਫਿਊਜ਼ ਕਰ ਰਹੇ ਹਾਂ ਘਰ, ਹੈ ਨਾ। ਜਿਹੜਾ ਉਹ ਰੂਪੀ ਕੌਰ ਦੀ ਪੋਇਮ ਇੰਨੀ ਸੋਹਣੀ ਇੰਗਲਿਸ਼ 'ਚ 5 ਲਾਈਨਾਂ ਦੀ ਹੈ, ਪਰ ਉਹ ਕਹਿੰਦੀ ਹੈ ਫਾਦਰਸ ਤੁਸੀਂ ਸੋਚੋ ਜਦੋਂ ਤੁਸੀਂ ਇਹ ਕਰ ਰਹੇ ਹੋ, ਤੁਸੀਂ ਇਸ ਕੁੜੀ ਨੂੰ ਬਾਹਰ ਭੇਜਣਾ ਜਿਹਨੇ ਸੋਚਣਾ ਕਿ ਜੇ ਮੇਰਾ ਘਰ ਵਾਲਾ ਗੁੱਸੇ ਹੋਇਆ ਉਹ ਪਿਆਰ 'ਚ ਹੋਇਆ। ਦੇਖਿਆ ਫਿਰ ਤਾਂ ਆਪਾਂ, ਸੋ ਹੁਣ ਸਾਨੂੰ ਜਦੋਂ ਲੜਕੀ ਪਹਿਲਾਂ ਤਾਂ ਵਿਆਹ ਕਰਾਉਣ ਵਾਸਤੇ ਆਪਾਂ ਸਮਾਜਿਕ ਉਹਦੇ ਉੱਤੇ ਪਾ ਦਿੰਦੇ ਹਾਂ ਕਿ ਵੀ ਨਹੀਂ ਤੇਰੀ ਇੰਨੀ ਉਮਰ ਹੋ ਗਈ, ਹੁਣ ਤੂੰ ਦੇਖ ਲੈ, ਹੁਣ ਕਰ ਲੈ। ਕਿਆ ਉਹ ਲੜਕੀ ਉਹਦੇ ਵਾਸਤੇ ਤਿਆਰ ਹੈ ਵੀ ਮੈਂ ਵਿਆਹ ਕਰਵਾਉਣਾ? ਪਹਿਲਾਂ ਤਾਂ ਇਹ ਕੁਐਸਚਨ ਹੋਣਾ ਚਾਹੀਦਾ। ਔਰ ਉਸ ਲੜਕੀ ਨੂੰ ਪੂਰੀ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਤੂੰ ਨਾ ਕਰ ਸਕਦੀ ਹੈ ਤੇ ਹਾਂ ਕਰ ਸਕਦੀ ਹੈ, ਹੈ ਨਾ। ਪਰ ਉਹ ਤਾਂ ਹੋਏਗੀ ਜੇ ਉਹ ਵੀ ਕੌਨਫੀਡੈਂਟਲੀ, ਉਹਨੂੰ ਵੀ ਬਹੁਤ ਉਤਸ਼ਾਹ ਦੇ ਨਾਲ ਰੇਸ ਕੀਤਾ ਹੋਇਆ ਜਿੱਥੇ ਉਹਦੀ ਹਾਂ ਨਾ ਦਾ ਮਤਲਬ ਹੈ ਨਾ। ਚਲੋ ਅੱਜ ਕੱਲ੍ਹ ਦੀ ਸੁਸਾਇਟੀ 'ਚ ਉਹ ਵੀ ਹੋ ਰਿਹਾ। ਫਿਰ ਉਹ ਤੋਂ ਬਾਅਦ ਇਹ ਹੈ ਕਿ ਜਦੋਂ ਤੁਸੀਂ ਵਿਆਹ ਕਰਦੇ ਹੋ, ਪਹਿਲਾਂ ਆਪਾਂ ਦੇਖਦੇ ਸੀ ਨਾ ਘਰ ਕਿੱਥੇ ਹੈ, ਕਿਹੜੇ ਸ਼ਹਿਰ ਤੋਂ ਹੈ, ਉਹਨਾਂ ਦੇ ਪਿੱਛੇ ਪਰਿਵਾਰ ਵਾਲੇ ਕਿੱਥੇ ਹੈ। ਹੁਣ ਆਪਾਂ ਨੇ ਦੇਖਿਆ ਕੋਈ ਬਾਹਰ ਤੋਂ ਆਇਆ, ਚਲੋ ਜੀ ਮੁੰਡਾ ਇਹਨੇ ਕਿਹਾ, ਹੀ ਸੈਡ ਸ਼ੀ ਸੈਡ ਵਾਲੀ ਗੱਲ ਹੁੰਦੀ ਆ, ਆਪਾਂ ਕੁੜੀਆਂ ਨੂੰ ਕਰਦੇ ਹੈ ਨਾ, ਆਪਾਂ ਕੁੜੀਆਂ ਭੇਜਦੀਆਂ। ਤੇ ਉਦੋਂ ਵੀ ਕੁੜੀਆਂ ਨੂੰ ਦੇਖ ਲੈਣਾ ਚਾਹੀਦਾ ਉਹ 10-15 ਦਿਨਾਂ 'ਚ ਜਿੰਨੇ ਵੀ ਰਹਿੰਦੇ ਨੇ ਕਿ ਵਾਕਈ ਇਹ ਬੰਦਾ ਮੇਰੇ ਵਾਸਤੇ ਠੀਕ ਹੈ ਜਾਂ ਮੇਰੇ ਵਾਸਤੇ ਕੁੜੀ ਠੀਕ ਹੈ। 15 ਦਿਨ ਵੀ ਤੁਹਾਨੂੰ ਬਹੁਤ ਕੁਝ ਦੱਸ ਸਕਦੇ ਨੇ ਕਿ ਹੁਣ ਮਨਦੀਪ ਦੇ ਕੇਸ 'ਚ ਇੱਥੇ ਰਹਿ ਕੇ ਵੀ ਉਹਨਾਂ ਨੂੰ ਪਤਾ ਸੀਗਾ ਕਿ ਵੀ ਇੰਨਾ ਨਹੀਂ ਹੈ, ਪਰ ਉਹਨਾਂ ਨੇ ਕਿਹਾ ਚਲੋ ਦੂਰ ਚਲੇ ਜਾਏਗੀ ਤੇ ਠੀਕ ਹੋ ਜਾਏਗੀ। ਸੇਮ ਚੀਜ਼ ਸਾਰੀਆਂ ਹੋਰ ਕੁੜੀਆਂ ਨਾਲ ਹੁੰਦੀਆਂ। ਇੱਥੇ ਆਪਾਂ ਬਲੇਮਿੰਗ ਗੇਮ ਨਹੀਂ ਕਰ ਰਹੇ ਹਾਂ, ਇੱਥੇ ਆਪਾਂ ਇਹ ਕਹਿ ਰਹੇ ਹਾਂ ਵੀ ਮੇਰਾ ਤੇਰੇ ਨਾਲ ਕੱਟ ਸਕਦਾ ਕਿ ਨਹੀਂ ਕੱਟ ਸਕਦਾ। ਹੁਣ ਜੇ ਕੋਈ ਬੰਦਾ ਪਹਿਲੇ ਦਿਨ ਹੀ ਆ ਕੇ ਤੁਹਾਨੂੰ ਉੱਚੀ ਉੱਚੀ ਬੋਲਣ ਲੱਗ ਜੇ ਔਰ ਬਹੁਤ ਹਰ ਚੀਜ਼ 'ਚ ਤੁਹਾਨੂੰ ਆਪਣਾ ਜਿਹਨੂੰ ਕਹਿੰਦੇ ਆ ਦੇਣ ਨਾ ਦੇਵੇ ਕਿ ਵੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਸੁਣਨਾ ਨਾ ਚਾਹਵੇ, ਤੇ ਤੁਹਾਨੂੰ ਪਤਾ ਹੈ ਕਿ ਇਹ ਚਲੋ ਵਾਂਸ ਇਨ ਅ ਵਾਈਲ ਤਾਂ ਠੀਕ ਹੈ, ਬਟ ਜੇ ਡੇਲੀ ਹੋ ਰਿਹਾ ਇਹ ਪ੍ਰੋਬਲਮ ਹੈ, ਇਹਨੂੰ ਸਾਨੂੰ ਸੋਲਵ ਕਰਨਾ ਚਾਹੀਦਾ ਇਹਨੂੰ। ਤੇ ਪਰ ਜਦੋਂ ਫਿਰ ਇੱਥੋਂ ਚਲੀਆਂ ਜਾਂਦੀਆਂ ਨੇ ਕਿੰਨੀਆਂ ਐਜੂਕੇਟਿਡ ਨੇ, ਹੈ ਨਾ, ਪਰ ਫਿਰ ਉੱਥੇ ਜਾ ਕੇ ਮਾਹੌਲ ਕੀ ਆ। ਹੁਣ ਮੈਂ ਤੁਹਾਨੂੰ ਇੱਕ ਬੜੀ ਫਨ ਲਵਿੰਗ ਗੱਲ ਦੱਸਦੀ ਹਾਂ। ਉਹ ਕੁੜੀਆਂ ਬੜੀਆਂ ਹੱਸ ਕੇ ਮੈਨੂੰ ਕਹਿ ਗਈਆਂ, ਡਿਫਰੈਂਸ ਤੁਸੀਂ ਪੁੱਛ ਰਹੇ ਹੋ ਨਾ ਸਾਡੀਆਂ ਤੇ ਉਹਨਾਂ 'ਚ ਕੀ ਆ। ਤੇ ਅਸੀਂ ਗੁਰਦੁਆਰੇ ਗਏ ਤੇ 2 ਕੁੜੀਆਂ ਅਸੀਂ ਬੜੀ ਦੇਰ ਬਾਅਦ ਦੇਖੀਆਂ, ਤੇ ਇੱਕ ਸਾਡੇ ਨਾਲ ਵਾਲੇ ਨੇ ਕਿਹਾ ਵੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਇਹਨਾਂ ਦੀਆਂ ਨੂੰਹਾਂ ਤੇ ਤੁਸੀਂ ਕਦੋਂ ਆਈਆਂ, ਵੀ ਤੁਹਾਡੇ ਤੋਂ ਬੱਚੇ ਵੀ ਨੇ। ਤੇ ਉਹਨਾਂ ਨੇ ਹੱਸ ਕੇ ਗੱਲ ਦਾ ਜਵਾਬ ਦਿੱਤਾ, ਕਹਿੰਦੀਆਂ ਅਸੀਂ ਸੋਹਣੀਆਂ ਬੜੀਆਂ ਸੀ, ਜਦੋਂ ਆਈਆਂ ਤਾਂ ਸਾਨੂੰ ਉਹਨਾਂ ਨੇ ਅੰਦਰ ਰੱਖਿਆ ਵੀ ਕਿਤੇ ਬਾਹਰ ਨਾ ਚਲੀਆਂ ਜਾਣ, ਤੇ ਜਦੋਂ ਅਸੀਂ ਬੱਚੇ ਪੈਦਾ ਕਰ ਲਏ ਮੋਟੀਆਂ ਹੋ ਗਈਆਂ ਹੁਣ ਸਾਨੂੰ ਲਿਆਉਣ ਲੱਗ ਗਏ ਬਾਹਰ। ਅਸੀਂ ਸਾਰੇ ਬਹੁਤ ਹੱਸੇ ਇਸ ਗੱਲ ਤੋਂ, ਪਰ ਤੁਸੀਂ ਇੱਕ ਅੰਦਰ ਦੀ ਚੋਟ ਵਾਲੀ ਗੱਲ ਦੇਖੋ ਕਿ ਕਿੰਨੀ ਵੱਡੀ ਗੱਲ ਕਹਿ ਗਈਆਂ ਉਹ ਹੱਸੀ 'ਚ, ਹੈ ਨਾ। ਉਹ ਬੜੀ ਖੁਸ਼ ਆ, ਉਹਨਾਂ ਦਾ ਪਰਿਵਾਰ ਬੜੇ ਖੁਸ਼ ਨੇ, ਸਾਰਾ ਕੁਝ ਉਹਨਾਂ ਦਾ ਚੰਗਾ ਚੱਲ ਰਿਹਾ, ਪਰ ਇੱਕ ਚੋਟ ਹੈ ਸਾਡੇ ਉੱਤੇ ਕਿ ਅਸੀਂ ਪਿਆਰ ਤੇ ਵਿਸ਼ਵਾਸ ਨਹੀਂ ਕਰਦੇ। ਸਾਨੂੰ ਲੱਗਦਾ ਇੱਥੇ ਜੇ ਇਹਨੂੰ ਖੁੱਲ੍ਹ ਦੇਤੀ ਤੇ ਇਹਨੇ ਕਿਤੇ ਬਾਹਰ ਚਲੀ ਜਾਣਾ, ਕੁਝ ਹੋਰ ਹੋ ਜਾਣਾ। ਫਿਰ ਤੁਸੀਂ ਦੇਖੋ ਮੁੰਡੇ ਦਾ ਕੌਨਫੀਡੈਂਸ ਕਿੰਨਾ ਖੋਏਗਾ ਉਸ ਕੇਸ 'ਚ, ਹੈ ਨਾ। ਤੇ ਫਿਰ ਆਪਾਂ ਨੇ ਕੁੜੀਆਂ ਹੀ ਨਹੀਂ ਇਸ ਤਰ੍ਹਾਂ ਦੀਆਂ ਕੌਨਫੀਡੈਂਟ ਰੇਜ਼ ਕਰਨੀਆਂ, ਮੁੰਡਿਆਂ ਨੂੰ ਵੀ ਦੱਸਣਾ ਕਿ ਕਿਹੜੀ ਚੀਜ਼ ਠੀਕ ਹੈ ਤੇ ਕਿਹੜੀ ਨਹੀਂ ਠੀਕ ਹੈ। ਤੁਹਾਡਾ ਮੈਂ ਜਿਹੜਾ ਐਪੀਸੋਡ ਦੇਖ ਰਹੀ ਸੀ ਚਪੇੜ ਦਾ, ਵੀ ਕੀ ਮੁੰਡਾ ਜਦੋਂ ਗੁੱਸੇ 'ਚ ਹੁੰਦਾ ਮਾਂ ਨੂੰ ਮਾਰਦਾ, ਭੈਣ ਨੂੰ ਮਾਰਦਾ। ਇਹ ਕੁਐਸਚਨੇਬਲ ਚੀਜ਼ ਹੈ ਕਿ ਜਦੋਂ ਬੱਚਾ ਇਸ ਤਰ੍ਹਾਂ ਦੀ ਉੱਚੀ ਆਵਾਜ਼ ਕਮਰੇ ਤੋਂ ਸਾਨੂੰ ਆ ਰਹੀ ਹੈ ਤੇ ਸਾਨੂੰ ਇੰਟਰਪਟ ਕਰਨਾ ਪੈ ਰਿਹਾ ਮਾਂ-ਬਾਪ ਨੂੰ, ਚਾਹੇ ਅਸੀਂ ਕੁੜੀ ਦੇ ਹਾਂ ਚਾਹੇ ਅਸੀਂ ਮੁੰਡੇ ਦੇ ਹਾਂ, ਚਾਹੇ ਕੁੜੀ ਦੀ ਉੱਚੀ ਆਵਾਜ਼ ਆ ਰਹੀ ਹੈ, ਸਾਨੂੰ ਉੱਥੇ ਰੋਕਣਾ ਪਏਗਾ ਉਹਨਾਂ ਨੂੰ ਕਿ ਕੀ ਹੋ ਰਿਹਾ ਤੁਹਾਡਾ, ਹੈ ਨਾ। ਤੇ ਉਹਦੇ 'ਚ ਇਹ ਨਹੀਂ ਹੈ ਕਿ ਤੂੰ ਮੇਰੀ ਕੁੜੀ ਹੈ ਤੇ ਮੈਂ ਤੇਰੀ ਹੋਈ ਸਾਈਡ ਲੈਣੀ ਹੈ, ਤੂੰ ਮੇਰਾ ਮੁੰਡਾ ਤੇ ਮੈਂ ਤੇਰੀ ਹੋਈ ਸਾਈਡ ਲੈਣੀ ਹੈ ਨਾ। ਸੋ ਇਹ ਚੀਜ਼ਾਂ 'ਚ ਸਾਨੂੰ ਥੋੜ੍ਹੇ ਜਿਹੇ ਅੱਗੇ ਵਧਣਾ ਪਏਗਾ। ਫਿਰ ਜਦੋਂ ਉੱਥੇ ਜਾਂਦੀਆਂ ਤੇ ਉੱਥੇ ਜਾ ਕੇ ਖੁੱਲ੍ਹ ਕਿੰਨੀ ਹੈ ਉਹਨਾਂ ਨੂੰ, ਹੈ ਨਾ। ਹੁਣ ਮੇਰੇ ਹਸਬੈਂਡ ਦਾ ਮੈਂ ਤੁਹਾਨੂੰ ਦੱਸਿਆ ਸੀ, ਉਹਨਾਂ ਨੇ ਕਿਤਾਬ ਰੱਖਤੀ ਕਿ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਲੈ ਲਓ,
ਜਿਸ ਦਿਨ ਆ ਗਈ ਤਾਂ ਗੱਡੀ ਮਿਲ ਜਾਏਗੀ ਤੇ ਬਾਹਰ ਜਾ ਸਕੋਗੇ, ਹੈ ਨਾ। ਪਰ ਕਿੰਨਿਆਂ ਨੂੰ ਐਸੀ ਆਪਰਚੁਨਿਟੀਜ਼ ਮਿਲਦੀਆਂ ਨੇ, ਨਹੀਂ ਮਿਲਦੀਆਂ। ਜਾਂ ਫਿਰ ਕੁਝ ਕੁੜੀਆਂ ਜਾ ਕੇ ਉੱਥੇ ਫੈਕਟਰੀਜ਼ 'ਚ ਕੰਮ ਕਰਨ ਲੱਗ ਜਾਂਦੀਆਂ, ਜਾਂ ਕੁਝ ਬਹੁਤ ਅੱਛੀਆਂ ਜੌਬਸ ਵੀ ਕਰ ਰਹੀਆਂ। ਇਟਸ ਨਾਟ ਕਿ ਵੀ ਸਾਰੀਆਂ ਹੀ ਸਫਰ ਕਰ ਰਹੀਆਂ ਨੇ, ਬਹੁਤ ਅੱਛੇ ਤਰੀਕੇ ਨਾਲ ਵੀ ਰਹਿ ਰਹੀਆਂ। ਪਰ ਤੁਸੀਂ ਦੇਖੋ ਇੱਕ ਕਲਚਰ ਡਿਫਰੈਂਸ ਕਿੰਨਾ ਆਇਆ ਕਿ ਜਿੱਥੇ ਤੁਸੀਂ ਭੈਣ ਭਰਾ ਅਤੇ ਪਰਿਵਾਰ ਦੇ ਨਾਲ ਸਾਰੇ ਪ੍ਰੋਟੈਕਟਿਡ ਸੀਗੀਆਂ, ਵੀ ਸਾਰੇ ਉਹਨਾਂ ਦਾ ਧਿਆਨ ਰੱਖਦੇ ਸੀ, ਕਿੱਥੇ ਉਹ ਹੁਣ ਅਣਜਾਣ ਦੇਸ਼ 'ਚ ਚਲੀਆਂ ਗਈਆਂ ਨੇ। ਅਤੇ ਲੋਨਲੀਨੈਸ ਇੱਥੋਂ ਅਤੇ ਉੱਥੇ ਦੀ ਬਹੁਤ ਜ਼ਿਆਦਾ ਹੈ ਨਾ। ਤੁਹਾਨੂੰ ਲੋਨਲੀਨੈਸ ਨੂੰ ਦੂਰ ਕਰਨ ਵਾਸਤੇ ਬਾਹਰ ਨਿਕਲਣਾ ਪੈਂਦਾ, ਅਤੇ ਬਾਹਰ ਦਾ ਜਨਰਲੀ ਰਸਤਾ ਉੱਥੇ ਕੀ ਹੈ, ਗੁਰਦੁਆਰੇ, ਹੈ ਨਾ। ਅਤੇ ਫਰਾਈਡੇ ਨੂੰ ਵੀ ਜਾਂਦੇ ਨੇ ਲੋਕ, ਸ਼ੁੱਕਰਵਾਰ ਚਲੇ ਗਏ, ਸੰਡੇ ਤਾਂ ਜਾਣਾ ਹੀ ਜਾਣਾ, ਹੈ ਨਾ। ਅਤੇ ਫਿਰ ਉੱਥੋਂ ਖਿਆਲ ਆ ਰਿਹਾ ਕਿ ਅਸੀਂ ਉਹਨਾਂ ਨੂੰ ਉੱਥੇ ਅਸੀਂ ਸਾਡੀ ਸੋਸ਼ਲ ਲਾਈਫ ਬੜੀ ਹੈ, ਇੱਕ ਦੂਜੇ ਨਾਲ ਹਾਲ ਚਾਲ ਪੁੱਛਦੇ ਹਾਂ, ਸਾਰਾ ਕੁਝ ਕਰਦੇ ਹਾਂ। ਅਤੇ ਅਸੀਂ ਉੱਥੇ ਵਿਚਾਰ ਕਰੀਏ ਕਿ ਕੀ ਅਸੀਂ ਇਸ ਤਰੀਕੇ ਦੀ ਐਜੂਕੇਸ਼ਨ ਉੱਥੇ ਦੇ ਰਹੇ ਹਾਂ ਕਿ ਬੱਚੀਆਂ ਨੂੰ ਜਿਹੜੀਆਂ ਨਵੀਆਂ ਆ ਰਹੀਆਂ ਨੇ ਉਹਨਾਂ ਨੂੰ, ਕਈ ਨੂੰ ਇੰਗਲਿਸ਼ ਸਪੀਕਿੰਗ ਦੀਆਂ ਕਲਾਸਿਸ ਦੇ ਰਹੇ ਹਾਂ, ਜਾਂ ਬਾਹਰ ਕਿਵੇਂ ਨਿਕਲਣਾ ਸੋਸਾਇਟੀ ਵਿੱਚ, ਉਸ ਤਰੀਕੇ ਦੇ ਕੁਛ ਸਪੈਸ਼ਲ ਪ੍ਰੋਗਰਾਮਸ ਬਣਾਏ ਹੋਏ ਨੇ, ਐਜੂਕੇਟ ਕਰ ਰਹੇ ਹਾਂ। ਜਾਂ ਅਸੀਂ ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਬਾਅਦ 'ਚ ਇਹਦੇ ਬਾਰੇ ਵੀ ਗੱਲ ਕਰਾਂਗੀ, ਕਈ ਆਰਗੇਨਾਈਜੇਸ਼ਨਸ ਨੇ ਜਿਹੜੀ ਤੇ ਅਬਿਊਜ਼ 'ਤੇ ਕੰਮ ਕਰਦੀਆਂ, ਕਿ ਅਸੀਂ ਉਹਨਾਂ ਦੀ ਇਨਫੋਰਮੇਸ਼ਨ ਉੱਥੇ ਟੇਬਲਸ 'ਤੇ ਰੱਖੀ ਹੋਈ ਹੈ ਕਿ ਕਿਉਂਕਿ ਜਿਹਨੇ ਲੜਕੀ ਨੇ ਵੀ ਚੱਕਣਾ ਹੀ ਹੈ ਉਹ ਇਨਫੋਰਮੇਸ਼ਨ, ਉਹਨੇ ਲੁੱਕ ਕੇ ਹੀ ਚੱਕਣੀ ਹੈ, ਕਿਉਂਕਿ ਉਹਦੇ ਮਨ 'ਚ ਫੇਰ ਡਰ ਹੋਊਗਾ ਕੋਈ ਦੇਖ ਨਾ ਲਵੇ, ਹੈ ਨਾ। ਕਿ ਅਸੀਂ ਇੰਨੀ ਅਵੇਲੇਬਲ ਕੀਤੀ ਹੋਈ ਹੈ ਕਿ ਉਹ ਚੱਕ ਸਕੇ ਉੱਥੋਂ। ਅਤੇ ਜ਼ਿੰਦਗੀ ਉੱਥੇ ਇਕੱਲਾਪਣ ਬਹੁਤ ਜ਼ਿਆਦਾ ਹੈ ਨਾ। ਘਰ ਆ ਕੇ ਫਿਰ ਉਹ ਦਰਵਾਜ਼ੇ 'ਚ ਅੰਦਰ ਬੰਦ ਹੋ ਜਾਂਦੀ ਹੈ ਨਾ। ਅਤੇ ਉਹਦੀ ਕਮਿਊਨੀਕੇਸ਼ਨ ਸਿਰਫ ਹਸਬੈਂਡ ਦੇ ਨਾਲ ਹੀ ਹੈ। ਜੇ ਉਹਨਾਂ ਦਾ ਪਰਿਵਾਰ ਹੈ ਤਾਂ ਬਹੁਤ ਅੱਛੀ ਗੱਲ ਹੈ, ਪਰ ਪਰਿਵਾਰ ਦੇ ਗੁੱਡ ਐਂਡ ਬੈਡ ਪੁਆਇੰਟਸ ਵੀ ਹੁੰਦੇ ਨੇ ਕਿ ਹਸਬੈਂਡ ਵਾਈਫ ਕਿੰਨਾ ਕੁ ਇੱਕ ਦੂਜੇ ਨੂੰ ਜਾਣਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਦੇਖਦੇ ਹਾਂ, ਕੌਨਫੀਡੈਂਸ ਤੁਹਾਡਾ ਅੰਦਰ ਹੋਣਾ ਬਹੁਤ ਜ਼ਰੂਰੀ ਹੈ। ਮੈਨੂੰ ਕਈ ਵਾਰ ਮਨਦੀਪ ਦਾ ਇਹ ਵੀ ਖਿਆਲ ਆਉਂਦਾ ਹੈ ਕਿ ਜਦੋਂ ਉਹਨਾਂ ਦੇ ਘਰ ਇਹ ਸਭ ਕੁਝ ਹੋ ਰਿਹਾ ਸੀ, ਕਦੀ ਉਹਨੇ ਸੋਚਿਆ ਕਿ ਮੇਰੀ 2 ਔਰ 4 ਸਾਲ ਦੀ ਬੱਚੀ ਨੂੰ ਕਿਆ ਕਹਿੰਦੇ, ਇਹਨਾਂ ਦੇ ਦਿਮਾਗ 'ਤੇ ਕੀ ਅਸਰ ਪੈ ਰਿਹਾ। ਸਕੂਲ ਹੀ ਚਲੀ ਜਾਂਦੀ ਉਹਨਾਂ ਦੇ ਸਕੂਲ 'ਚ ਜਾ ਕੇ ਕਹਿੰਦੇ ਵੀ ਇਹ ਬੱਚਿਆਂ ਨੂੰ, ਮੈਂ ਕਾਉਂਸਲਰਸ ਹੁੰਦੇ ਨੇ ਉੱਥੇ, ਕਾਉਂਸਲਰਸ ਨੂੰ ਤੁਸੀਂ ਗੱਲ ਕਰਕੇ ਵੀ ਇਹਨਾਂ ਨਾਲ ਗੱਲ ਕਰਕੇ ਦੇਖੋ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਚੱਲ ਰਹੀ ਆ। ਹੋ ਸਕਦਾ ਉੱਥੇ ਮੈਂਸ਼ਨ ਕਰਦੀਆਂ ਕਿ ਸਾਡੇ ਘਰ 'ਚ ਇਹ ਚੱਲ ਰਿਹਾ ਕੰਮ, ਹੈ ਨਾ। ਅਤੇ ਉੱਥੋਂ ਉਹਨਾਂ ਨੇ ਮਦਰ ਨੂੰ ਬੁਲਾਉਣਾ ਸੀ, ਫਾਦਰ ਨੂੰ ਬੁਲਾਉਣਾ ਸੀ, ਜਾਂ ਜੋ ਕੁਝ ਵੀ ਹੋਣਾ ਸੀ, ਉੱਥੋਂ ਉਹਦੀ ਵੀ ਮੈਂਟਲ ਹੈਲਥ ਦਾ ਪਤਾ ਚੱਲ ਜਾਣਾ ਸੀਗਾ, ਮਨਦੀਪ ਦੀ ਵੀ, ਹੈ ਨਾ। ਅਤੇ ਜਾਂ ਫਿਰ ਮਤਲਬ ਰਸਤੇ ਬੜੇ ਨੇ, ਹੈ ਨਾ। ਪਰ ਤੁਸੀਂ ਕਿਸ ਤਰੀਕੇ ਨਾਲ, ਜੇ ਤੁਸੀਂ ਜੀਣ ਦਾ ਰਸਤਾ ਜੀਣਾ ਚਾਹੁੰਦੇ ਹੋ ਔਰ ਤੁਸੀਂ ਕਹਿ ਚੁੱਕੇ ਹੋ ਕਿ ਇਨਫ ਇਜ਼ ਇਨਫ, ਹੁਣ ਮੈਂ ਇਹ ਤੋਂ ਵੱਧ ਨਹੀਂ ਲੈ ਸਕਦੀ, ਤਾਂ ਮਰਨਾ ਹੀ ਇੱਕ ਅੰਤ ਨਹੀਂ ਹੈ ਨਾ। ਔਰ ਮੈਂ ਫਿਰ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਕਹਿਣਾ ਚਾਹੁੰਦੀ ਹਾਂ, ਮੈਂ ਨਾ ਮਨਦੀਪ ਨੂੰ ਬਲੇਮ ਕਰ ਰਹੀ ਹਾਂ ਕਿ ਵੀ ਉਹਨੇ ਐਂ ਕਿਉਂ ਕੀਤਾ, ਕਿਉਂਕਿ ਸਾਨੂੰ ਕੁਝ ਨਹੀਂ ਪਤਾ ਉਸ ਟਾਈਮ 'ਤੇ, ਉਹ ਤੋਂ ਪਹਿਲਾਂ ਉਹਦੇ ਨਾਲ ਕੀ ਹੋ ਚੁੱਕਿਆ ਸੀ, ਹੈ ਨਾ। ਉਹ ਕਹਿੰਦੇ ਨੇ ਇੱਕ ਘਰ 'ਚ ਹੀ ਤੁਸੀਂ ਇੰਨੇ ਲੋਨਲੀ ਹੋ, ਖਬਰਾਂ ਦੇ ਮੁਤਾਬਿਕ ਕਹਿੰਦੇ ਨੇ ਕਿ ਇਹ ਟਰੱਕ 'ਚ ਵੀ ਉਹਨੂੰ 5 ਦਿਨ ਬੰਦ ਕਰਕੇ ਰੱਖਿਆ, ਹੈ ਨਾ। ਅਤੇ ਸਾਨੂੰ ਕੁਝ ਨਹੀਂ ਪਤਾ ਕਿ ਕੀ ਉਹਦੇ ਨਾਲ, ਉਹਦਾ ਕੀ ਵਿਚਾਰੀ ਦਾ ਇੱਥੇ ਤੱਕ ਹੋ ਗਿਆ ਕਿ ਉਹਨੂੰ ਆਪਣੇ ਆਪ ਨੂੰ ਫਾਂਸੀ ਦਾ ਫੰਦਾ ਲੈਣਾ ਪਿਆ। ਪਰ ਚੀਜ਼ਾਂ ਨੇ ਜਿਹੜੀਆਂ ਅਸੀਂ ਪਹਿਲਾਂ ਕੰਟਰੋਲ ਕਰ ਸਕਦੇ ਹਾਂ। ਅੱਛਾ, ਫਿਰ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਾਂਗੀ ਕਿ ਇਸ ਤਰ੍ਹਾਂ ਹੀ ਮੇਰੇ ਕਿਸੇ ਰਿਸ਼ਤੇਦਾਰਾਂ ਦੇ ਨਾਲ ਵੀ ਬਹੁਤ ਅਰਲੀ ਇੱਥੋਂ ਗਏ ਹੀ ਨੇ, ਬੱਚਾ ਵੀ ਵੱਡਾ ਹੈ, ਅਤੇ ਇੱਕਦਮ ਹੀ ਇਹ ਚੱਕਰ ਹੋ ਗਿਆ। ਪਰਿਵਾਰਾਂ ਦੀ ਆਪਸ 'ਚ ਕੁਛ ਉਲਝਣ ਸੀਗੀ ਅਤੇ ਉਹਨਾਂ ਨੇ ਉਹ ਕੁੜੀ 'ਤੇ ਲੈਣੀ ਸ਼ੁਰੂ ਕਰਤੀ, ਹੈ ਨਾ। ਅਤੇ ਉਹ ਬਾਹਰ ਨਿਕਲੇ, ਉਹਨਾਂ ਨੂੰ ਵੀ ਬੰਦ ਸੀਗਾ, ਉਹ ਬਾਹਰ ਨਿਕਲ ਕੇ ਇੱਕ ਅਮਰੀਕਨ ਨੂੰ ਹੀ ਉਹਨਾਂ ਨੇ ਫੜ ਲਿਆ, ਅਤੇ ਉਹ ਹੈਪਨ ਟੂ ਵੀ ਸੋਸ਼ਲ ਵਰਕਰ ਹੋ ਗਏ ਸੀਗੇ। ਅਤੇ ਉਹਨਾਂ ਨੇ ਕਿਸ ਤਰ੍ਹਾਂ ਹੈਲਪ ਕਰਕੇ ਉਹਨਾਂ ਨੂੰ ਵਿੱਚੋਂ ਕੱਢਿਆ, ਹੈ ਨਾ। ਅਤੇ ਫਿਰ ਡਾਈਵੋਰਸ ਵੀ ਉਹਨਾਂ ਦਾ ਹੋਇਆ, ਉਹਨਾਂ ਨੇ ਆਪਣਾ ਬੱਚਾ ਵੀ ਰੇਜ਼ ਕੀਤਾ, ਬਹੁਤ ਅੱਛੀ ਟੌਪ 'ਤੇ ਕਲਾਸ ਤੱਕ ਲੈ ਕੇ ਗਏ, 3 ਜੌਬਸ ਵੀ ਕੀਤੀਆਂ, ਅਤੇ ਇੱਥੇ BA ਵੀ ਉਹਨਾਂ ਨੇ ਪੂਰੀ ਨਹੀਂ ਕੀਤੀ ਸੀਗੀ, 2nd ਈਅਰ ਸੀਗਾ। ਤਾਂ ਤੁਸੀਂ ਇਹ ਦੇਖੋ ਵੀ ਅੰਦਰੋਂ ਉਹਨਾਂ ਨੂੰ ਕਿੰਨਾ ਆਪਣੇ 'ਤੇ ਸੀਗਾ, ਔਰ ਸਿਰਫ ਇੱਕ ਚੇਨ 'ਤੇ ਕੰਨਾਂ 'ਚ ਟੌਪਸ ਪਾ ਕੇ ਇੱਥੋਂ ਗਏ ਸੀਗੇ, ਹੈ ਨਾ। ਅਤੇ ਤੁਸੀਂ ਇਹ ਦੇਖੋ ਵੀ ਫਿਰ ਆਪਾਂ ਨਿਕਲ ਸਕਦੇ ਹਾਂ, ਪਰ ਸਾਨੂੰ ਆਪਣੇ ਨਾਲ ਗੱਲ ਕਰਨੀ ਪਊਗੀ। ਅੱਛਾ, ਗੱਲ ਬੰਦਾ ਤਾਂ ਕਰ ਸਕਦਾ ਜੇ ਮੈਂਟਲ ਹੈਲਥ ਠੀਕ ਹੈ ਨਾ। ਹੁਣ ਫਿਰ ਇਹਦੇ ਪਿੱਛੇ ਆਪਾਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਇਹ ਤਾਂ ਫਰਕ ਸਭ ਤੋਂ ਵੱਡਾ ਇਹ ਹੈ ਕਿ ਅਸੀਂ ਛੁਪਾਉਂਦੇ ਹਾਂ ਆਪਣੀ ਚੀਜ਼ ਨੂੰ, ਉੱਥੇ ਦੀ ਸੁਸਾਇਟੀ ਦੱਸਦੀ ਹੈ, ਬਿਲਕੁਲ ਓਪਨਲੀ ਦੱਸਦੀ ਹੈ ਨਾ। ਅਤੇ ਉੱਥੇ ਵੀ ਹੁੰਦੀ ਆ ਅਬਿਊਜ਼, ਉੱਥੇ ਵੀ ਕੁੱਟਦੇ ਨੇ, ਹੈ ਨਾ, ਮਾਰਦੇ ਕੁੱਟਦੇ ਨੇ। ਅਤੇ ਫਿਰ ਫਿਰ ਉੱਥੇ ਆਰਗੇਨਾਈਜੇਸ਼ਨ ਦਾ ਉਹਨਾਂ ਨੂੰ ਪਤਾ ਹੁੰਦਾ ਕਿ ਕਿਵੇਂ ਫੋਨ ਕਾਲ ਕਰਕੇ, ਅਤੇ ਉੱਥੇ
ਵਿਦਆਊਟ ਨੇਮ ਟੈਲਿੰਗ ਉੱਥੇ ਚਲੀਆਂ ਜਾਂਦੀਆਂ ਨੇ ਅਤੇ ਉਹਨਾਂ ਨੂੰ ਉਹ ਸਾਰੇ ਪ੍ਰੋਟੈਕਟ ਕਰਕੇ ਰੱਖਦੇ ਨੇ। ਕੋਈ ਉਹਨਾਂ ਨੂੰ ਦੱਸਦਾ ਨਹੀਂ ਹੈ ਕਿ ਇੱਥੇ ਕਿਉਂ ਆਈਆਂ ਨੇ। ਬੱਚਿਆਂ ਸਮੇਤ ਵੀ ਜਾ ਸਕਦੇ ਹੋ ਤੁਸੀਂ। ਫਿਰ ਉਹ ਤੁਹਾਨੂੰ ਇਸ ਤਰ੍ਹਾਂ ਰੇਜ਼ ਕਰਕੇ ਤੁਹਾਨੂੰ ਇੰਡੀਪੈਂਡੈਂਟ ਬਣਾਉਂਦੇ ਹੋ ਕਿ ਤੁਸੀਂ ਆਪਣੀਆਂ ਜੌਬਸ ਕਰ ਸਕੋ, ਆਪਣੇ ਬੱਚੇ ਪਾਲ ਸਕੋ, ਅਤੇ ਉੱਥੋਂ ਫਿਰ ਤੁਹਾਨੂੰ ਬਾਹਰ ਕੱਢਦੇ ਨੇ ਕਿੰਨੇ। ਪਰ ਸਾਡੇ ਮਨ 'ਚ ਡਰ ਬੈਠ ਗਿਆ ਕਿ ਜੇ ਮੈਂ ਬਾਹਰ ਨਿਕਲ ਗਈ ਤਾਂ ਮੈਨੂੰ ਸੁਸਾਇਟੀ ਕੀ ਕਹੂਗੀ ਮੇਰੀ, ਅਤੇ ਨੰਬਰ 2 'ਤੇ ਮੈਂ ਤਾਂ ਕਮਾ ਨਹੀਂ ਰਹੀ, ਮੇਰੇ ਬੱਚਿਆਂ ਦਾ ਕੀ ਹੋਊਗਾ, ਹੈ ਨਾ। ਪਰ ਜੇ ਅੰਤ ਹੀ ਆ ਰਿਹਾ ਕਿ ਤੁਸੀਂ ਚਲੇ ਹੀ ਜਾਣਾ ਇਸ ਦੁਨੀਆ ਤੋਂ ਛੱਡ ਕੇ, ਤਾਂ ਬੱਚਿਆਂ ਦਾ ਫਿਰ ਕੀ ਹੋਊਗਾ, ਹੈ ਨਾ। ਸੋ ਇਹ ਸੋਚਿਆ ਜਾ ਸਕਦਾ। ਬਹੁਤ ਹੈਲਪ ਹੈ ਉੱਥੇ, ਤੁਸੀਂ ਪਰ ਬਾਹਰ ਨਿਕਲੋ। ਮੈਂ ਇਹੀ ਚੀਜ਼ ਤੁਹਾਨੂੰ ਮਤਲਬ ਪੁੱਛਣਾ ਚਾਹੁੰਦੀ ਸੀ, ਜਿਵੇਂ ਜੇ ਆਪਾਂ ਆਪਣੇ ਇੱਧਰਲੇ ਮਾਹੌਲ ਦੀ ਗੱਲ ਕਰੀਏ ਨਾ, ਚਾਹੇ ਉਹ ਮੁੰਡਾ ਹੈ ਜਿਹੜਾ ਆਪਣੇ ਵਿਆਹ ਤੋਂ ਨਾ ਖੁਸ਼ ਹੈ, ਉਹਨੂੰ ਵੀ ਲੱਗੂਗਾ ਕਿ ਵਿਆਹ ਦੇ ਰਿਸ਼ਤੇ 'ਚੋਂ ਬਾਹਰ ਆਉਣਾ ਮਤਲਬ ਮੇਰੇ ਲਈ ਬਹੁਤ ਵੱਡੀ ਗੱਲ ਆ, ਕਿਉਂਕਿ ਮੇਰੇ ਪਰਿਵਾਰ ਦਾ ਨਾਂ ਉਸ ਨਾਲ ਜੁੜਿਆ ਹੋਇਆ, ਮੇਰੇ ਮਾਂ ਪਿਓ ਜਾਂ ਮੇਰੀ ਜਿਹੜੀ ਬਾਹਰ ਆ ਉਹ ਉਸ ਤਰੀਕੇ ਦੀ ਇੱਜ਼ਤ ਨਹੀਂ ਰਹੂਗੀ। ਬਿਲਕੁਲ ਇੱਦਾਂ ਹੀ ਕੁੜੀਆਂ ਸੋਚਦੀਆਂ ਨੇ ਨਾ। ਕੁੜੀਆਂ 'ਤੇ ਪ੍ਰੈਸ਼ਰ ਥੋੜ੍ਹਾ ਜਿਹਾ ਇਸ ਤੋਂ ਜ਼ਿਆਦਾ ਹੋ ਜਾਂਦਾ, ਕਿਉਂਕਿ ਇੱਕ ਚੀਜ਼ ਉਹਨਾਂ ਨੂੰ ਇਹ ਲੱਗਦੀ ਹੁੰਦੀ ਹੈ ਕਿ ਜੇ ਮੈਂ ਕਮਾ ਨਹੀਂ ਰਹੀ ਤਾਂ ਮੈਂ ਕਿੱਥੇ ਜਾਊਂਗੀ। ਦੂਜੀ ਚੀਜ਼ ਹੈ ਕਿ ਮਾਂ ਪਿਓ ਜਿਹੜੇ ਸਮਝਦੇ ਨੇ ਕਿ ਜਿਵੇਂ ਅਸੀਂ ਗੱਲ 'ਤੇ ਗੱਲ 'ਚ ਵੀ ਇਹ ਗੱਲ ਕੀਤੀ ਸੀ ਕਿ ਜਿੰਨਾ ਚਿਰ ਕੁੜੀ ਆਪਣੇ ਘਰ ਵੱਸਦੀ ਆ ਤਾਂ ਉਨਾ ਚਿਰ ਕੁੜੀ ਦੀ ਵੀ ਇੱਜ਼ਤ ਆ, ਸਾਡੇ ਵੀ, ਹੈ ਨਾ। ਅਤੇ ਉਹ ਤਲਾਕ ਲੈ ਕੇ ਆਏਗੀ ਜਾਂ ਉਹ ਘਰ ਛੱਡ ਕੇ ਆਏਗੀ, ਅਸੀਂ ਪੰਚਾਇਤ ਤੋਂ ਪੰਚਾਇਤੀ ਹੋਵਾਂਗੇ, ਤਾਂ ਉਹਦੇ 'ਚ ਸਵਾਲ ਨੇ ਜਿਹੜੇ ਕੁੜੀ ਨੂੰ ਮੁੰਡੇ ਦੇ ਮੁਕਾਬਲੇ ਜ਼ਿਆਦਾ ਹੁੰਦੇ ਆ, ਜਾਂ ਮਾਂ ਪਿਓ ਨੂੰ ਵੀ ਜ਼ਿਆਦਾ। ਪਰ ਉੱਧਰਲੇ ਜਿਹੜੇ ਮੁਲਕ ਨੇ, ਆਪਾਂ ਜਦੋਂ ਗੱਲ ਕਰਦੇ ਹਾਂ ਕਿ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਕਮਾ ਸਕਦਾ ਉੱਥੇ, ਹੈ ਨਾ। ਤੁਸੀਂ ਲੇਬਰ ਕਰਕੇ ਵੀ ਆਪਣੇ ਬੱਚੇ ਪਾਲ ਸਕਦੇ ਹੋ। ਅਤੇ ਜਿਵੇਂ ਤੁਸੀਂ ਕਿਹਾ ਕਿ ਉੱਥੇ ਇੰਸਟੈਂਟ ਹੈਲਪ ਆ, ਤੁਸੀਂ ਇੱਕ ਵਾਰੀ ਕਾਲ ਕਰਦੇ ਹੋ ਤਾਂ ਉਸ ਵਕਤ ਤੁਸੀਂ ਆਪਣੇ ਬੱਚਿਆਂ ਸਮੇਤ ਜਾ ਸਕਦੇ ਹੋ। ਈਵਨ ਕਿ ਤੁਸੀਂ ਬੱਚੇ ਦੇ ਸਕੂਲ 'ਚ ਜਾ ਕੇ ਵੀ ਦੱਸੋ ਤਾਂ ਉੱਥੋਂ ਤੁਹਾਨੂੰ ਹੈਲਪ ਮਿਲ ਜਾਂਦੀ ਹੈ। ਉੱਥੇ ਮਤਲਬ ਆਪਣੀਆਂ ਕੁੜੀਆਂ ਨੇ ਜਿਹੜੀਆਂ ਉੱਥੇ ਵੀ ਇਹ ਕਦਮ ਨਹੀਂ ਲੈਂਦੀਆਂ ਜਿੱਥੇ ਉਹ ਕਮਾ ਵੀ ਰਹੀਆਂ ਨੇ, ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਵੀ ਹੈਗੀ ਹੈ, ਉਹਨਾਂ ਨੂੰ ਸਾਰੀ ਤਰ੍ਹਾਂ ਦੀ ਹੈਲਪ ਮਿਲਦੀ ਹੈ, ਉਹ ਕਿਉਂ ਨਹੀਂ ਇਹ ਕੰਮ ਕਰਦੀਆਂ ਹੈਗੀਆਂ ਕਿ ਅਸੀਂ ਇੱਕ ਸਟੈਪ ਲਈਏ, ਅਸੀਂ ਇਸ ਵਿਊ 'ਚੋਂ ਬਾਹਰ ਆ ਸਕੀਏ। ਹਾਂਜੀ, ਅਤੇ ਜਿਹੜੀਆਂ ਆਰਗੇਨਾਈਜੇਸ਼ਨਸ ਉੱਥੇ ਹੈ ਉਹਨਾਂ ਦੀ ਰਿਪੋਰਟ ਦੇ ਮੁਤਾਬਿਕ, ਜਿਸ ਤਰ੍ਹਾਂ ਇੱਕ ਹੈ ਸਖੀ ਆਰਗੇਨਾਈਜੇਸ਼ਨ, ਇੱਕ ਮਾਨਵੀ ਹੈ, ਇੱਕ ਸਿੱਖ ਫੈਮਿਲੀ ਸੈਂਟਰ ਹੈ, ਅਤੇ ਉਹਨਾਂ ਦੇ ਮੁਤਾਬਿਕ ਇਹ ਹੀ ਹੈ ਕਿ ਇਹ ਲੜਕੀਆਂ ਸ਼ਰਮ ਮਹਿਸੂਸ ਕਰਦੀਆਂ ਕਿ ਕੀ ਕਹਿਣਗੇ, ਕਿ ਮੈਂ ਆਪਣਾ ਪਰਿਵਾਰ ਵੀ ਨਾ ਬੰਨ੍ਹ ਕੇ ਰੱਖ ਸਕੀ, ਹੈ ਨਾ। ਅਤੇ ਦੂਸਰੀ ਚੀਜ਼ ਉਹ ਸੋਚਦੀਆਂ ਸਮਾਜ ਕੀ ਕਹੂਗਾ। ਉਹ ਸੇਮ ਕਲਚਰ ਅਸੀਂ ਨਹੀਂ ਛੱਡ ਕੇ ਗਏ, ਅਸੀਂ ਦੇਸ਼ ਬਦਲ ਗਏ, ਦੇਸ਼ ਬਦਲਤਾ, ਪਰ ਅਸੀਂ ਕਲਚਰ ਨਹੀਂ ਛੱਡੀ ਹੈ ਨਾ। ਅਤੇ ਫਿਰ ਤੀਸਰੀ ਚੀਜ਼ ਉਹਨਾਂ ਦੇ ਮਨ 'ਚ ਇਹ ਹੁੰਦੀ ਹੈ ਕਿ ਕੁਛ ਉਹਦੀ ਸਾਈਡ ਲੈਣਗੇ, ਕੁਛ ਮੇਰੀ ਲੈਣਗੇ, ਪਰ ਜੇ ਮੈਂ ਇੰਨੀ ਤੰਗ ਆ ਚੁੱਕੀ ਹਾਂ ਤਾਂ ਮੈਂ ਕਿਹਦੇ ਘਰ ਜਾਵਾਂ। ਮਤਲਬ ਸਭ ਤੋਂ ਵੱਡੀ ਗੱਲ ਇਹ, ਤੁਸੀਂ ਆਪਣੇ ਆਪ ਸੋਚੋ, ਤੁਹਾਡੇ ਘਰ ਕੋਈ ਅੱਧੀ ਰਾਤ ਨੂੰ ਦਰਵਾਜ਼ਾ ਕੁੜੀ ਖੜਕਾ ਦੇ ਔਰ ਕਵੇ ਮੈਂ ਬਹੁਤ ਪਰੇਸ਼ਾਨ ਹੈ ਘਰ ਤੋਂ, ਅਤੇ ਤੁਸੀਂ ਮੈਨੂੰ ਰੱਖੋਗੇ। ਹੁਣ ਦੇਖੋ ਤੁਸੀਂ ਆਪਾਂ ਹੀ ਸਮਾਜ ਦੇ ਕਿਆ ਕਹਿੰਦੇ ਸਦੱਸਿਆ ਹੋਣ ਦੇ ਉਹਦੇ ਕਾਰਨ ਆਪਾਂ ਕੀ ਕਵਾਂਗੇ ਕਿ ਚੱਲ ਅੱਜ ਰਾਤ ਤਾਂ ਲੁੱਕ ਕੇ ਰਹਿ ਲਾ, ਹੈ ਨਾ। ਦੂਜੇ ਦਿਨ ਕੀ ਕਰਾਂਗੇ, ਤੀਸਰੇ ਦਿਨ ਕੀ ਕਰਾਂਗੇ, ਹੈ ਨਾ। ਤੁਸੀਂ ਸੋਚੋ ਕਿ ਕੀ ਅਸੀਂ ਇੰਨੇ ਇੰਡੀਪੈਂਡੈਂਟ ਹੋ ਗਏ ਕਿ ਇਸ ਤਰ੍ਹਾਂ ਦਾ ਸਾਥ ਦੇ ਸਕੀਏ। ਹੁਣ ਮੇਰੇ ਨਾਲ ਇਹ ਹੋਇਆ ਜਦੋਂ ਮੇਰੇ ਹਸਬੈਂਡ ਜਿੰਦਾ ਸੀਗੇ, ਅਤੇ ਉਹਨਾਂ ਦੇ ਘਰ 'ਚ ਸੀਗੀ ਇਹ ਚੱਲਦੀ ਸੀ ਚੀਜ਼, ਅਤੇ ਉਹ ਲੜਕੀ ਆਈ ਮੇਰੇ ਕੋਲ, ਹੈ ਨਾ, ਅਤੇ ਮੈਂ ਲਿੱਤਾ ਉਹਨੂੰ, ਰੱਖਿਆ, ਹੈ ਨਾ। ਅਤੇ ਆਫਕੋਰਸ ਉਹਨਾਂ ਦੇ ਹਸਬੈਂਡ ਵੀ ਆਏ ਪਤਾ ਕਰਨ ਵੀ ਤੁਹਾਡੇ ਕੋਲ ਹੀ ਹੋਏਗੀ। ਆਫਕੋਰਸ ਮੈਂ ਕਿਹਾ ਨਹੀਂ ਹੈ, ਮੇਰੇ ਕੋਲ ਨਹੀਂ ਹੈ ਨਾ। ਉਹਦੇ ਕੌਨਸੀਕੁਐਂਸਿਸ ਵੀ ਆਏ, ਹੈ ਨਾ। ਇਹ ਦੋਨਾਂ ਨੇ ਲਵ ਮੈਰਿਜ ਕੀਤੀ ਸੀਗੀ, ਹੈ ਨਾ। ਅਤੇ ਮੈਨੂੰ ਤਾਂ ਉਹਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਤੂੰ ਕਿਹੜੀ ਚੀਜ਼ ਦੇਖ ਕੇ ਲਵ ਮੈਰਿਜ ਕੀਤੀ ਸੀ, ਜਾਂ ਤਾਂ ਉਹਨੂੰ ਹੋਲਡ ਕਰਕੇ ਰਹਿ ਲੈ, ਜਾਂ ਤੂੰ ਇਹ ਸੋਚ ਕੇ ਉਹ ਤਾਂ ਬਸ ਔਨ ਦਾ ਸਪੌਟ ਸੀ ਅਤੇ ਹੁਣ ਮੈਨੂੰ ਨਹੀਂ ਹੈ ਨਾ। ਫਿਰ ਤੁਹਾਨੂੰ ਕੁਛ ਕਦਮ ਚੱਕਣਾ ਪਏਗਾ, ਪਰ ਤੁਸੀਂ ਐਂ ਨਹੀਂ ਕਰ ਸਕਦੇ ਕਿ ਤੁਸੀਂ ਬਚ ਕੇ ਕਿਸੇ ਹੋਰ ਦੇ ਘਰ ਰਹੋ, ਹੈ ਨਾ। ਉਹਦਾ ਵੀ ਤੁਹਾਨੂੰ ਪਤਾ ਚੱਲ ਜਾਂਦਾ ਕਿ ਕਿੰਨਾ ਕੁ ਸਟੈਂਡ ਲੈ ਰਹੀ ਹੈ ਉਹ ਲੜਕੀ, ਸਿਰਫ ਡਰਾਉਣ ਵਾਸਤੇ ਹੀ ਆਈ ਹੈ ਕਿ ਹੋਰ ਤਰੀਕੇ ਨਾਲ ਆਈ ਹੈ। ਪਰ ਚਲੋ ਉਹਨਾਂ ਦੀ ਤਾਂ ਆਪਸ 'ਚ ਇੰਨੀ ਬਣਦੀ ਹੈ ਇਸ ਟਾਈਮ 'ਤੇ ਵੀ। ਪਰ ਮੈਂ ਜਿਹੜੇ 15 ਸਾਲ ਸੁਸਾਇਟੀ 'ਚ ਰਹੀ ਹਾਂ ਕਿ ਆਹ ਸੀਗੀ ਕੁੜੀ, ਆਹ ਹਰਦੀਪ ਹੈ, ਇਹਨੇ ਆਪਣੇ ਘਰ ਰੱਖ ਲਈ, ਉਹਨਾਂ ਦਾ ਪਰਿਵਾਰ ਮੇਰੇ ਨਾਲ ਨਹੀਂ ਬੋਲਿਆ 10 ਸਾਲ, ਹੈ ਨਾ। ਹੁਣ ਬਹੁਤ ਅੱਛੇ ਅਸੀਂ ਫਰੈਂਡਸ ਨੇ, ਪਰ ਮੈਨੂੰ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਵਾਸਤੇ ਆਪਣੇ ਹਸਬੈਂਡ ਦੇ ਹੁੰਦੇ ਇੰਨਾ ਸਾਹਮਣਾ ਔਖਾ ਕਰਨਾ ਪਿਆ ਕਿ ਮੈਨੂੰ ਟਾਰਗੇਟ ਕਰਤਾ ਸੀਗਾ ਕਿ ਇਹ ਹੈਗੀ ਆ, ਬਸ ਇਹਨੂੰ ਪਤਾ ਨਹੀਂ ਚੱਲਦਾ ਕਿਸ ਤਰ੍ਹਾਂ ਦੇ ਕੰਮ ਕਰ ਲੈਂਦੀ ਹੈ ਨਾ, ਸਪੋਰਟ ਕਰਦੀ ਹੈ, ਗਲਤ ਹੈ ਨਾ। ਸੋ ਤੁਸੀਂ ਦੱਸੋ ਕਿਸ ਤਰ੍ਹਾਂ ਕੁੜੀ ਜੇ ਕਿਸੇ ਕੋਲ ਜਾਏ ਤਾਂ ਉਹਨੂੰ ਰੱਖਣ ਵਾਲਾ ਵੀ ਕੋਈ ਨਹੀਂ। ਅਤੇ ਅਸੀਂ ਸਾਰੇ, ਹੁਣ ਮੇਰੇ ਕੋਲ ਕੋਈ ਆਵੇ
ਦੱਸੋ ਅਸੀਂ ਕਹਿ ਸਕਦੇ ਹਾਂ ਚਲੋ ਹਸਬੈਂਡ ਮੇਰੇ ਨਹੀਂ ਹੈ, ਮੈਂ ਜਿਹੜਾ ਡਿਸੀਜ਼ਨ ਲਊਂਗੀ ਠੀਕ ਹੀ ਲਊਂਗੀ, ਪਰ ਤੁਸੀਂ ਉਹ ਤੋਂ ਬਾਅਦ ਤਾਂ ਮੈਨੂੰ ਕਿਸੇ ਨੇ ਜੀਣ ਹੀ ਨਹੀਂ ਦੇਣਾ ਵੀ ਤੂੰ ਤਾਂ ਇਹੀ ਕੰਮ ਕਰਨ ਲੱਗ ਗਈ ਹੈ ਨਾ। ਜਦ ਕਿ ਜਦੋਂ ਉਹ ਆਂਦੀ ਹੈ ਔਰ ਯੰਗ ਕੁੜੀਆਂ ਮੇਰੇ ਕੋਲ ਆਈਆਂ ਨੇ ਹੈ ਨਾ, ਔਰ ਉਹਨਾਂ ਨੂੰ ਨਹੀਂ ਵੀ ਕਿਸੇ ਦੇ ਘਰਾਂ 'ਚ ਨਹੀਂ ਵੀ ਪਤਾ ਹੋਏਗਾ, ਪਰ ਉਹਨਾਂ ਨੂੰ ਮੈਂ ਇਹੀ ਕਿਹਾ ਕਿ ਜਿਸ ਚੀਜ਼ ਵਾਸਤੇ ਤੁਸੀਂ ਇਹਨਾਂ ਨਾਲ ਵਿਆਹ ਕੀਤਾ ਸੀ ਹੈ ਨਾ, ਉਹਨਾਂ ਨੂੰ ਡਾਇਰੈਕਟ ਚੀਜ਼ ਦੱਸੋ ਹੈ ਨਾ, ਜਾਂ ਉਹ ਚੀਜ਼ ਮਰ ਚੁੱਕੀ ਹੈ ਤਾਂ ਠੀਕ ਹੈ, ਉਹ ਕਿਉਂ ਮਰ ਚੁੱਕੀ ਹੈ ਉਹ ਤੁਹਾਡਾ ਐਨਾਲਿਸਿਸ ਹੈ। ਅਸੀਂ ਨਹੀਂ ਕਹਿਣਾ ਵੀ ਰਹੋ ਜਾਂ ਨਾ ਰਹੋ, ਪਰ ਹੁਣ ਜੇ ਤੂੰ ਬਾਹਰ ਜਾ ਰਹੀ ਹੈ, ਇੱਕ ਬੜੀ ਯੰਗ ਕੁੜੀ ਆਈ ਸੀ ਮੇਰੇ ਕੋਲ, ਉਹਨੂੰ ਮੈਂ ਇਹੀ ਕੁਐਸਚਨ ਕੀਤਾ ਸੀ, ਤੂੰ ਹੁਣ ਬਾਹਰ ਜਾ ਰਹੀ ਹੈ, ਤੇਰੇ ਇੱਕ ਬੱਚਾ ਜੋ ਵੀ ਸੀਗਾ ਉਹਦਾ, ਤੇ ਬਾਹਰ ਵੀ ਤੇਰੇ 50% ਉਨੇ ਹੀ ਚਾਂਸ ਨੇ, ਘਰ 'ਚ ਵੀ 50% ਹੀ ਹੈ ਉਨੇ ਹੀ ਚਾਂਸ ਹੈ, ਪਰ ਅਬਿਊਜ਼ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ? ਆਫਕੋਰਸ ਉਹ ਅਬਿਊਜ਼ ਦਾ ਕੇਸ ਨਹੀਂ ਸੀਗਾ, ਵਰਬਲ। ਅੱਛਾ, ਫਿਰ ਹੁਣ ਇਹਦੇ ਬਾਰੇ ਵੀ ਮੈਂ ਗੱਲ ਕਰਾਂਗੀ ਤੁਹਾਡੇ ਨਾਲ ਵੀ ਅਬਿਊਜ਼ ਸਿਰਫ ਚਾਂਟਾ ਮਾਰਨਾ ਹੀ ਨਹੀਂ ਹੁੰਦਾ, ਹਰ ਵਕਤ ਹੀ ਗਾਲਾਂ ਕੱਢੀ ਜਾਣੀਆਂ ਜਾਂ ਹਰ ਵਕਤ ਹੀ ਤੁਹਾਨੂੰ ਨੈਗੇਟਿਵ ਚੀਜ਼ਾਂ ਕਹੀ ਜਾਣੀਆਂ, ਤੇ ਉਹ ਵੀ ਅਬਿਊਜ਼ ਹੀ ਹੈ ਨਾ। ਇਹ ਤਾਂ ਆਪਾਂ ਕਦੀ ਕਿਸੇ ਨੂੰ ਟ੍ਰੇਨ ਹੀ ਨਹੀਂ ਕਰਦੇ, ਕਿਸੇ ਕੁੜੀ ਨੂੰ, ਇਹ ਤਾਂ ਆਪਾਂ ਘਰ 'ਚ ਉਹਨਾਂ ਨੂੰ ਕੋਈ ਚੰਗੀ ਚੀਜ਼ ਕਹਿਣੀ ਹੋਈ ਨਹੀਂ ਹੈ ਨਾ, ਮਾੜੀ ਨਾਲ ਹੀ ਤਿਆਰ ਰੱਖੀਦਾ, ਤੇ ਉਹ ਕੁੜੀਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਠੀਕ ਹੈ ਕਿ ਗਲਤ ਹੈ, ਠੀਕ ਹੈ ਨਾ। ਸੋ ਇਹ ਮੇਰਾ ਕੁਐਸਚਨ ਸੀਗਾ, ਤੇ ਉਹਨੇ ਆਪਣੇ ਆਪ ਡਿਸੀਜ਼ਨ ਲਿੱਤਾ, ਪਰ ਕਿਆ ਅਸੀਂ ਓਪਨ ਹੈ ਇਹ ਚੀਜ਼ਾਂ ਵਾਸਤੇ ਕਿ ਅਸੀਂ ਉਹਨਾਂ ਨੂੰ ਅਸੀਂ ਗਾਈਡ ਕਰ ਸਕੀਏ, ਜਾਂ ਸਿਰਫ ਜਜਮੈਂਟਸ ਹੀ ਪਾਸ ਕਰ ਸਕਦੇ ਹਾਂ ਹੈ ਨਾ, ਤੇ ਉਹਨਾਂ ਨੂੰ ਕੰਫਰਟੇਬਲ ਕਿਵੇਂ ਫੀਲ ਕਰਵਾ ਸਕਦੇ ਹੋ ਕਿ ਕਿਵੇਂ ਤੂੰ ਗੱਲ ਕਰ ਮੇਰੇ ਨਾਲ। ਹੁਣ ਮੇਰਾ ਇਹ ਹੈ, ਮੈਂ ਆਪਣੀ ਕੋਈ ਬਹੁਤ ਵੱਡੀ ਗੱਲ ਨਹੀਂ ਕਰ ਰਹੀ ਹਾਂ, ਪਰ ਮੈਂ ਪੀਪਲ ਵਾਚਿੰਗ ਵਾਲੇ ਬੰਦਿਆਂ 'ਚੋਂ ਹੈ। ਜੇ ਮੈਂ ਕਿਤੇ ਵੀ ਬਹਿ ਜਾਵਾਂ, ਚਾਹੇ ਰੇਲਵੇ ਸਟੇਸ਼ਨ 'ਤੇ ਹੋਵਾਂ, ਹਵਾਈ ਅੱਡੇ 'ਤੇ ਹੋਵਾਂ, ਮੈਨੂੰ ਬੜਾ ਅੱਛਾ ਲੱਗਦਾ ਉਹਨਾਂ ਨੂੰ ਸਾਰਿਆਂ ਨੂੰ, ਲੋਕਾਂ ਨੂੰ ਦੇਖਣਾ, ਕਿੱਥੇ ਆ ਰਹੇ ਹੋਣੇ ਆ, ਕਿੱਥੋਂ ਜਾ ਰਹੇ ਹੋਣੇ ਆ। ਇਸ ਤਰ੍ਹਾਂ ਹੀ ਮੇਰੀ ਪਾਰਟੀ 'ਚ ਵੀ ਆਦਤ ਹੈ। ਤੇ ਜੇ ਮੈਨੂੰ ਕੋਈ ਕੁੜੀ ਇਸ ਤਰ੍ਹਾਂ ਲੱਗੇ ਬੜੀ ਉਦਾਸ ਹੈ, ਤਾਂ ਬੜੀ ਚੁਲਬਲੀ ਜੀ ਕੁੜੀ ਹੈ, ਚਲੋ ਉਹਦੇ ਕੋਲ ਬੈਠ ਕੇ ਜਾ ਕੇ ਦੋ ਗੱਲਾਂ ਕਰਿਆ ਏ, ਜੇ ਕੋਈ ਸਮਝਾਉਣ ਦੀ ਗੱਲ ਹੋਈ ਗੱਲ ਕਰ ਲਈ, ਜੇ ਗੱਲ 'ਚੋਂ ਉਹਦੀ ਕੋਈ ਗੱਲ ਨਿਕਲੀ ਚਲੋ ਉਹਨੂੰ ਵੀ ਕੋਸ਼ਿਸ਼ ਕੀਤੀ ਵੀ ਉਹਦੀ ਹੈਲਪ ਕੀਤੀ ਜਾ ਸਕੇ। ਪਰ ਕੀ ਅਸੀਂ ਸਾਰੀਆਂ ਔਰਤਾਂ, ਮੈਂ ਤਾਂ ਔਰਤਾਂ ਵਾਸਤੇ ਇਸ ਵਕਤ ਇਸ ਕਰਕੇ ਕਹਿ ਰਹੀ ਹਾਂ ਕਿ ਕਿਉਂਕਿ ਮੈਂ ਆਪਣੇ ਵਿਅਕਤੀਤਵ ਤੋਂ ਬੋਲ ਰਹੀ ਹਾਂ ਕਿ ਕੀ ਅਸੀਂ ਇਸ ਤਰੀਕੇ ਨਾਲ ਗੱਲ ਕਰਦੇ ਹਾਂ ਇੱਕ ਦੂਜੇ ਦੇ ਨਾਲ, ਇੱਕ ਦੂਜੇ ਨੂੰ ਇਸ ਤਰ੍ਹਾਂ ਦੀ ਸਹਾਇਤਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਕਿਸੇ ਦੀ ਗੱਲ ਨੂੰ ਖਿਲਾਰਨ ਦੀ ਕੋਸ਼ਿਸ਼ ਕਰਨਾ। ਇਹ ਤਾਂ ਆਪਣੀ ਕਲਚਰ ਹੁਣ ਆਪਣੀ ਰਹਿ ਗਈ ਹੈ, ਪਿੱਛੇ ਰਹਿ ਗਈ ਹੈ। ਅਸੀਂ ਇੱਕ ਦੂਜੇ ਦੇ ਭੈਣ ਭਰਾ ਹਾਂ ਉੱਥੇ ਹੈ ਨਾ, ਸਾਡੇ ਜਿਹੜੀ ਵੀ ਪਾਰਟੀ 'ਚ ਜਾਂਦੇ ਹੋ, ਜਿਹੜੇ ਵੀ ਫੰਕਸ਼ਨ 'ਚ ਜਾਂਦੇ ਹੋ, ਅਸੀਂ ਇੱਕ ਦੂਜੇ ਦੇ ਵਾਸਤੇ ਹਾਂ। ਪਰ ਜੇ ਤੁਹਾਨੂੰ ਕੋਈ ਲੱਗਦਾ ਹੈ ਤਾਂ ਉਹਨੂੰ ਅਸੀਂ ਕੋਈ ਹੈਲਪ ਆਫਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਨਹੀਂ ਕਰਦੇ, ਕਿ ਸਿਰਫ ਡਰ ਕੇ ਰਹਿ ਜਾਂਦੇ ਹਾਂ ਵੀ ਇਹਨੇ ਜੇ ਕੱਲ੍ਹ ਨੂੰ ਦੱਸਤਾ ਫਿਰ ਮੈਨੂੰ ਇਹ ਨਾ ਕਹਿ ਦੇਵੇ। ਹਰ ਇਨਸਾਨ ਆਪਣੇ ਆਪ 'ਚ ਇੰਨਾ ਖੁੱਭ ਗਿਆ ਨਾ, ਉਹ ਕਹਿੰਦਾ ਮੈਂ ਤੇਰੀ ਗੱਲ ਸੁਣ ਸਕਦਾ ਵੀ ਤੂੰ ਤੇਰੇ ਘਰ ਕੀ ਹੋ ਰਿਹਾ, ਪਰ ਮੈਂ ਤੇਰੀ ਹੈਲਪ ਨਹੀਂ ਕਰ ਸਕਦਾ। ਬਿਲਕੁਲ, ਅਸੀਂ ਹੈਲਪ ਨਹੀਂ ਵੀ ਕਰਨੀ, ਤੁਸੀਂ ਉਹਨਾਂ ਨੂੰ ਇੱਕ ਨੰਬਰ ਦੇ ਸਕਦੇ ਹੋ ਵੀ ਇਹਨਾਂ ਨਾਲ ਗੱਲ ਕਰਕੇ ਦੇਖ ਲਓ। ਜੇ ਤੁਹਾਨੂੰ ਲੱਗਦਾ ਇੱਕ ਡਾਕਟਰ ਦਾ ਹੀ ਨੰਬਰ ਦੇ ਦਿਓ, ਇਹ ਤਾਂ ਕੋਈ ਮਾੜੀ ਚੀਜ਼ ਨਹੀਂ ਕੀਤੀ ਤੁਸੀਂ ਹੈ ਨਾ, ਜਿਹਦੇ ਨਾਲ ਤੁਸੀਂ ਪੰਜਾਬੀ 'ਚ ਬੋਲ ਸਕਦੇ ਹੋ, ਗੱਲ ਕਰਕੇ ਮੈਂਟਲ ਹੈਲਥ ਬਾਰੇ ਗੱਲਾਂ ਕਰ ਸਕਦੇ ਹੋ। ਕਿੰਨੇ ਕਿੰਨੇ ਵੱਡੇ ਐਕਟਰ ਹੋਏ ਨੇ ਆਪਣੇ, ਕਿਆ ਕਹਿੰਦੇ ਬਾਲੀਵੁੱਡ 'ਚ ਵੀ, ਜਿਹੜੇ ਸਾਰੇ ਗੱਲ ਕਰ ਰਹੇ ਨੇ ਕਿ ਡਿਪਰੈਸ਼ਨ ਇਜ਼ ਸੱਚ ਏ ਬੈਡ ਥਿੰਗ। ਹਾਂ, ਔਰ ਤੁਸੀਂ ਇਹਦੇ ਲਈ ਮਤਲਬ ਐਕਸੈਪਟੈਂਸ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਹੈ ਤਾਂ ਮੈਂ ਤੁਹਾਨੂੰ ਇਹ ਨਾ ਕਹਾਂ ਕਿ ਤੁਸੀਂ ਮੈਂਟਲ ਇਲਨੈਸ 'ਚੋਂ ਹੈ ਨਾ, ਉਹ ਥੋੜ੍ਹਾ ਜਿਹਾ ਤੁਹਾਡਾ ਇੱਕ ਮਾਈਨਰ ਡਿਪਰੈਸ਼ਨ ਵੀ ਹੋ ਸਕਦਾ, ਜਿਹੜਾ ਕਿਸੇ ਨਾਲ ਗੱਲ ਕਰਕੇ ਤੁਹਾਨੂੰ ਠੀਕ ਲੱਗੇ। ਇਹ ਗੱਲ ਹੈ, ਅਤੇ ਉੱਥੇ ਲੋਨਲੀਨੈਸ ਬਹੁਤ ਹੈ, ਅਤੇ ਇੱਥੋਂ ਦੀ ਕਲਚਰ ਲੈ ਗਏ ਆਪਾਂ, ਲੋਨਲੀਨੈਸ ਵੱਧ ਗਈ ਹੈ, ਗੱਲ ਕਰਨ ਨੂੰ ਕੋਈ ਹੈ ਨਹੀਂ ਹੈ। ਫੋਨਾਂ 'ਤੇ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੋਂ, ਪਰ ਉਹ ਇੰਡੀਆ ਵਾਲੇ ਨਹੀਂ ਸਮਝ ਸਕਦੇ ਉਹ ਕਿਹੜੀ ਸਿਚੁਏਸ਼ਨ 'ਚ ਹੈ। ਉਹਨਾਂ ਨੂੰ ਤਾਂ ਲੱਗਦਾ ਕਿ ਸ਼ਾਇਦ ਸਾਰੀ ਫਨ ਲਵਿੰਗ ਚੀਜ਼ਾਂ ਨੇ ਉੱਥੇ ਹੈ ਨਾ, ਅਸੀਂ ਸਮਝ ਨਹੀਂ ਸਕਦੇ, ਉਹਨਾਂ ਨੂੰ ਸਮਝਾ ਨਹੀਂ ਸਕਦੇ ਇਹ ਚੀਜ਼ਾਂ ਨੂੰ ਹੈ ਨਾ, ਅਤੇ ਇਸ ਕਰਕੇ ਸਫਰਿੰਗ ਹੁੰਦੀ ਰਹਿੰਦੀ ਹੈ। ਅਤੇ ਸੁਸਾਇਟੀ ਦੇ ਹਰ ਮੈਂਬਰ ਦਾ ਸਾਡਾ ਇਹ ਹੁਣ ਜ਼ਿੰਮੇਵਾਰੀ ਹੋ ਗਈ ਹੈ ਕਿ ਅਸੀਂ ਮੈਂਟਲ ਹੈਲਥ ਬਾਰੇ ਗੱਲ ਕਰੀਏ। ਇਹ ਹੋ ਸਕਦੀ ਹੈ ਕਿਸੇ ਨੂੰ ਪ੍ਰੋਬਲਮ। ਹੁਣ ਜਿਸ ਤਰ੍ਹਾਂ ਮੈਨੂੰ ਸਭ ਤੋਂ ਬੁਰੀ ਗੱਲ ਜਿਹੜੀ ਲੱਗੀ ਕਿ ਉਸੇ ਮੁਹੱਲੇ 'ਚ ਕੁਈਨਸ 'ਚ ਗੱਲਾਂ ਹੋ ਰਹੀਆਂ ਨੇ, ਸਾਡੇ ਹੀ ਉਮਰ ਦੀਆਂ ਲੇਡੀਜ਼ ਵੀ, ਬੜੀ ਪਾਗਲ ਸੀਗੀ ਕੁੜੀ, ਉਹਨੂੰ ਹਾਲੇ ਵੀ ਵਿਕਟਮ ਬਣਾ ਰਹੇ। ਸੋਚੋ ਤੁਸੀਂ, ਇੱਕ ਜਾਨ ਲੈਣੀ ਕੋਈ ਆਸਾਨ ਹੈ? ਅਸੀਂ ਇਹ ਨਹੀਂ ਕਹਿ ਰਹੇ ਵੀ ਦੂਜੇ ਦੇ ਕਿਆ ਕਹਿੰਦੇ ਉਹਦੇ ਅਗੇਂਸਟ ਹੋ ਜਾਓ, ਔਰ ਉਹ ਸਾਨੂੰ ਨਹੀਂ ਪਤਾ ਉਹਨਾਂ ਨਾਲ ਕੀ ਗੱਲ ਹੁੰਦੀ ਸੀ। ਅਤੇ ਇੱਕ ਮੈਂ ਇੰਟਰਵਿਊ ਇਹ ਵੀ ਦੇਖੀ ਜਿਹੜਾ ਮੁੰਡੇ ਵੱਲੋਂ ਬੋਲ ਰਿਹਾ ਸੀ, ਕਹਿੰਦਾ ਉਹ ਪੋਕ ਹੀ ਇੰਨਾ ਕਰਦੀ ਸੀ ਕਿ ਵੀ ਇਹਨੂੰ ਹੱਥ ਚੱਕਣਾ ਪਿਆ। ਸੋ ਹੁਣ ਇੱਥੋਂ ਇੱਕ ਮੈਨੂੰ ਆਪਣੀ ਬੇਟੀ ਦੀ ਗੱਲ ਯਾਦ ਆਈ, ਜਦੋਂ ਉਹਨੂੰ ਮੈਂ ਇੰਟਰਵਿਊ ਦੀ ਇਹ ਗੱਲ ਕੀਤੀ ਸੀ, ਕਹਿੰਦੀ ਮਾਮ ਇਹ ਗੱਲ ਜ਼ਰੂਰ ਕਰਿਓ ਕਿ ਜਦੋਂ ਇਹ ਬੱਚੇ ਮੇਰੇ ਦੋਨੋਂ ਲੜਦੇ ਸੀ ਨਾ, ਮੁੰਡਾ ਕੁੜੀ, ਅਤੇ ਕਿਸੇ ਵੀ ਗੱਲ 'ਤੇ ਲੜ ਪਏ,
ਤੇ ਜਿਹਨੇ ਹੱਥ ਚੱਕ ਲਿਆ ਕਹਿੰਦੇ ਤੁਸੀਂ ਉਹਦੇ ਕਹਿੰਦੇ ਸੀ ਹੁਣ ਫਾਲਟ ਤੇਰੀ ਆ, ਭਾਵੇਂ ਉਹਦੀ ਫਾਲਟ ਵੀ ਨਹੀਂ ਸੀ। ਸੋ ਇਹ ਘਰ ਤੋਂ ਸਿਖਾਉਣਾ ਪੈਣਾ ਸਾਨੂੰ। ਬਿਲਕੁਲ। ਜਿਹਨੇ ਹੱਥ ਚੱਕ ਲਿਆ, ਹੱਥ ਇਜ਼ ਨਾਟ ਅਲਾਉਡ। ਤੂੰ ਹੱਥ ਨਹੀਂ ਚੱਕ ਸਕਦਾ ਚਾਹੇ ਕੁਝ ਵੀ ਹੈ ਨਾ। ਤੇ ਇਹ ਕੌਣ ਆਪਾਂ ਵਾਚ ਕਰਾਂਗੇ? ਆਪਾਂ ਨੇ, ਪੇਰੈਂਟਸ ਨੇ ਦੇਖਣਾ ਨਾ ਸਾਡੇ ਬੱਚੇ ਕੀ ਕਰ ਰਹੇ। ਤੇ ਉਹਨੇ ਮੈਨੂੰ ਬੜੀ ਯਾਦ ਕਰਵਾਈ ਇਹ ਚੀਜ਼ ਕਿ ਤੁਸੀਂ, ਉਹਦੀ ਗਲਤੀ ਹੁੰਦੀ ਸੀਗੀ, ਫਿਰ ਉਹਨੂੰ ਕੌਨਸੀਕੁਐਂਸਿਸ ਦੇਣੇ ਪੈਂਦੇ ਹੁੰਦੇ ਸੀਗੇ, ਭਾਵੇਂ ਉਹਦੀ ਸਟਾਰਟਿੰਗ ਆਰਗੂਮੈਂਟ 'ਚ ਉਹਦੀ ਗਲਤੀ ਵੀ ਨਹੀਂ ਸੀ, ਪਰ ਉਹਨੇ ਹੱਥ ਉਠਾਤਾ। ਸੋ ਸਾਨੂੰ ਰੋਕਣਾ ਪੈਣਾ ਘਰ ਦੇ ਲੈਵਲ 'ਤੇ। ਮੈਨੂੰ ਇਹ ਚੀਜ਼ ਵੀ ਮਤਲਬ ਕੁਝ ਕੁ ਦਿਨ ਪਹਿਲਾਂ, ਜਿਵੇਂ ਤੁਸੀਂ ਵੀ ਸ਼ਾਇਦ ਸੁਣੀ ਹੋਣੀ, ਲੋਕਾਂ ਨੇ ਇਸ ਚੀਜ਼ ਦਾ ਬੜਾ ਮਜ਼ਾਕ ਵੀ ਬਣਾਇਆ ਕਿ ਇੱਕ ਮਤਲਬ ਜੋੜਾ ਆਪਣੇ ਬੱਚੇ ਕੋਲ ਚੱਲਿਆ ਸੀਗਾ ਅਮਰੀਕਾ, ਤੇ ਉਹ ਘਰੋਂ ਆ ਜਿਹੜੇ ਪਰੌਂਠੇ ਬਣਾ ਕੇ ਲੈ ਕੇ ਗਏ ਹੈ ਨਾ, ਤਾਂ ਉਹਦੇ ਵਿੱਚ ਲੂਣ ਘੱਟ ਹੋਣਾ, ਤਾਂ ਉਹ ਜਿਹੜਾ ਬੰਦਾ ਹੈ, ਜਿਵੇਂ ਆਪਾਂ ਕਹਿੰਦੇ ਕਿ ਅਸੀਂ ਵੱਡੇ ਹੀ ਉਸ ਚੀਜ਼ 'ਚ ਹੋਏ ਹਾਂ ਕਿ ਔਰਤ ਨੂੰ ਝਿੜਕਣਾ ਜਾਂ ਮਾਰਨਾ, ਸਾਨੂੰ ਲੱਗਦਾ ਕਿ ਇਹ ਨੋਰਮਲ ਹੈ, ਇਹ ਚੀਜ਼ ਠੀਕ ਹੈ। ਤੇ ਉਹਨੇ ਏਅਰਪੋਰਟ 'ਤੇ ਉਹਦੇ ਨਾਲ ਮਿਸਬਿਹੇਵ ਕੀਤਾ ਆਪਣੀ ਵਾਈਫ ਨਾਲ, ਤੇ ਉਸ ਤੋਂ ਬਾਅਦ ਉਹਨੇ ਮਤਲਬ ਪਲੇਨ ਦੇ ਵਿੱਚ ਹੈ ਨਾ, ਉਹ ਦੋਨੋਂ ਝਗੜਦੇ ਨੇ ਤੇ ਉਹ ਉਹਦੇ ਚਪੇੜ ਮਾਰ ਦਿੰਦਾ। ਤੇ ਜਦੋਂ ਉਹਨਾਂ ਨੇ ਏਅਰਪੋਰਟ 'ਤੇ ਉੱਥੇ ਜਿਹੜੀ ਹੈਲਪ ਲਈ ਪੁਲਿਸ ਬੁਲਾਈ, ਤਾਂ ਉਹ ਲੇਡੀ ਨੂੰ ਪੁੱਛਦੇ ਆ ਕਿ ਤੂੰ ਕੋਈ ਸਟੇਟਮੈਂਟ ਦੇਣਾ ਚਾਹੁੰਦੀ ਆ, ਤਾਂ ਉਹਨੇ ਕਿਹਾ ਕਿ ਨਹੀਂ, ਸਾਡੇ ਨੋਰਮਲ ਚੀਜ਼ਾਂ ਨੇ, ਹੈ ਨਾ। ਤਾਂ ਉਹਨਾਂ ਨੇ ਮਤਲਬ ਕਿ ਉਹਨਾਂ ਨੂੰ USA 'ਚ ਐਂਟਰੀ ਨਹੀਂ ਦਿੱਤੀ ਕਿ ਜੋ ਲੋਕ ਅਬਿਊਜ਼ ਨੂੰ ਨੋਰਮਲ ਸਮਝਦੇ ਨੇ ਉਹਨਾਂ ਲਈ ਸਾਡੇ ਮੁਲਕ 'ਚ ਕੋਈ ਥਾਂ ਨਹੀਂ ਹੈਗੀ। ਤੇ ਮੈਨੂੰ ਵੀ ਇਹੀ ਚੀਜ਼ ਲੱਗੀ, ਜਿਵੇਂ ਤੁਸੀਂ ਕਿਹਾ ਕਿ ਜਿੱਥੇ ਮਨਦੀਪ ਰਹਿੰਦੀ ਸੀ ਉੱਥੇ ਸਾਰੀ ਪੰਜਾਬੀ ਕਮਿਊਨਿਟੀ ਸੀ ਨਾ, ਮੈਨੂੰ ਲੱਗਿਆ ਕਿ ਸ਼ਾਇਦ ਕਾਸ਼ ਉਹ ਗੋਰਿਆਂ ਵਾਲੀ ਜਗ੍ਹਾ 'ਤੇ ਰਹਿੰਦੀ ਜਿੱਥੇ ਜ਼ਿਆਦਾ ਸਿਰਫ ਉਹੀ ਲੋਕ ਹੁੰਦੇ ਨਾ। ਕਿਉਂਕਿ ਮੈਂ ਜਿੱਥੇ ਮਰਜ਼ੀ ਰਹਿ ਰਹੀ ਹਾਂ, ਤੁਸੀਂ ਜਿੱਥੇ ਮਰਜ਼ੀ ਰਹਿ ਰਹੇ ਹੋ, ਪਰ ਜਦੋਂ ਮੈਂ ਆਪਣੇ ਨਾਲ ਹੋਈ ਕਿਸੇ ਘਟਨਾ ਨੂੰ ਤੁਹਾਡੇ ਨਾਲ ਸਾਂਝੀ ਕਰੂੰਗੀ ਤਾਂ ਤੁਸੀਂ ਕਹੋਗੇ ਕਿ ਨਹੀਂ ਰੁਪਿੰਦਰ, ਆਪਣੀਆਂ ਮਾਵਾਂ ਵੀ ਇਹੀ ਸਹਿੰਦੀਆਂ ਆਈਆਂ ਨੇ, ਜਾਂ ਮੈਂ ਵੀ ਇਹੀ ਕੁਝ ਫੇਸ ਕੀਤਾ, ਤੂੰ ਵੀ ਕਰ, ਹੈ ਨਾ, ਕੋਈ ਨਹੀਂ, ਸਮੇਂ ਨਾਲ ਚੇਂਜ ਹੋ ਜੂ। ਤੇ ਹੋ ਸਕਦਾ ਉਹਨੂੰ ਸਲਾਹਾਂ ਹੀ ਜਿਹੜੇ ਆਲੇ ਦੁਆਲੇ ਇਸ ਤਰੀਕੇ ਦੀਆਂ ਦੇਣ ਵਾਲੇ। ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਕਮਿਊਨਿਟੀ ਕਿਹਨੂੰ ਤੁਸੀਂ ਜਾਣਾ। ਸੋ ਇੱਥੋਂ ਨਵੀਂ ਚੀਜ਼ ਮੈਂ ਸਾਰੀਆਂ ਕਿਤੇ ਵੀ ਇੰਟਰਨੈਸ਼ਨਲੀ ਜਾਣ ਵਾਲੀ ਕੁੜੀਆਂ ਨੂੰ ਕਹਾਂਗੀ ਜਾਂ ਲੇਡੀਜ਼ ਨੂੰ ਕਹਾਂਗੀ, ਉੱਥੇ ਵੋਲੰਟੀਅਰ ਕੰਮ ਕਰਨ ਦਾ ਸਿਸਟਮ ਹੈ ਨਾ। ਘਰ ਤੋਂ ਬਾਹਰ ਨਿਕਲੋ, ਜਿਹੜਾ ਕਿ ਇੰਡੀਅਨ ਸਿਸਟਮ 'ਚ ਆਪਾਂ ਬਿਨਾਂ ਪੈਸੇ ਤੋਂ ਕਦੀ ਕੁਝ ਕਰਨਾ ਚਾਹੁੰਦੇ ਹੀ ਨਹੀਂ ਹੈ। ਜੇ ਕਿਤੇ ਕਰ ਵੀ ਦਿੱਤਾ 4-5 ਘੰਟੇ, ਤਾਂ ਅਸੀਂ ਸਾਰੀ ਉਮਰ ਸੁਣਾਵਾਂਗੇ ਵੀ ਉੱਥੇ 5 ਘੰਟੇ ਬਿਨਾਂ ਕਿਸੇ ਚਾਹ ਪਾਣੀ ਤੋਂ ਵੀ ਕੀਤਾ ਸੀ ਅਸੀਂ, ਰਾਈਟ। ਪਰ ਅਮਰੀਕਾ 'ਚ ਇਹ ਹੈ ਕਿ ਤੁਸੀਂ ਸਕੂਲਸ ਦੇਖੋ, ਸਕੂਲ ਦੇ ਸਟਾਪ ਸਾਈਨ 'ਤੇ ਬਜ਼ੁਰਗ ਲੇਡੀਜ਼ ਖੜੀਆਂ ਨੇ ਸਿਰਫ ਲੰਘਾਉਣ ਵਾਸਤੇ ਬੱਚਿਆਂ ਨੂੰ, ਚਾਹੇ 5 ਬੱਚੇ ਉੱਥੋਂ ਲੰਘਦੇ ਨੇ। ਸੋ ਵੋਲੰਟੀਅਰ ਸਰਵਿਸ ਕਿਆ ਕਿ ਨਰਸਿੰਗ ਹੋਮਸ 'ਚ ਇੰਨੇ ਨੇ, ਜਦੋਂ ਆਣੀ ਆਪਣੀ ਕ੍ਰਿਸਮਸ ਗਾਣੇ ਸੁਣਾਉਣ ਵਾਸਤੇ ਜਾਂਦੇ ਨੇ ਗ੍ਰੈਂਡ ਕੇ ਮਤਲਬ ਕਿਡਸ ਉੱਥੇ ਓਲਡਰ ਪੇਰੈਂਟਸ ਨੂੰ, ਹੈ ਨਾ, ਓਲਡਰ ਜਿਨ੍ਹਾਂ ਦੇ ਵੀ ਉਹ ਹੁੰਦੇ ਨੇ। ਅਤੇ ਉੱਥੇ ਵੋਲੰਟੀਅਰ ਸਿਸਟਮ ਬਹੁਤ ਹੈ। ਤੁਸੀਂ ਘਰ ਤੋਂ ਬਾਹਰ ਨਿਕਲਣ ਵਾਸਤੇ ਬੱਚਿਆਂ ਦੇ ਸਕੂਲਾਂ 'ਚ ਕੰਮ ਕਰਨਾ ਸ਼ੁਰੂ ਕਰੋ, ਹੈ ਨਾ। ਜਸਟ ਕਿ ਬਈ ਉਹਨਾਂ ਦੇ ਕਿਤੇ ਕੁਝ ਪੇਪਰ ਇਕੱਠੇ ਕਰਨੇ ਹੁੰਦੇ ਨੇ, ਕਿਤੇ ਕੋਈ ਗੱਲ ਹੋਰ ਕਰਨੀ ਹੁੰਦੀ ਆ, ਆਹ ਕਿਤਾਬਾਂ ਇਹ ਕਲਾਸ ਤੋਂ ਉੱਧਰ ਲੈ ਜਾਓ, ਜਾਂ ਇਹਨੂੰ ਤੁਸੀਂ ਸੈੱਟ ਕਰ ਦਿਓ ਲਾਇਬ੍ਰੇਰੀ ਨੂੰ, ਬੜੇ ਕੰਮ ਨੇ ਉੱਥੇ ਸਕੂਲਾਂ 'ਚ। ਉੱਥੇ ਬਾਹਰ ਨਿਕਲੋ, ਹੈ ਨਾ, ਅਤੇ ਉੱਥੇ ਦੇਖੋ ਹੋਰ ਲੋਕ ਕਿਸ ਤਰ੍ਹਾਂ ਦੇ। ਜਦ ਅਸੀਂ ਆਪਣਾ ਦੇਸ਼ ਛੱਡਿਆ, ਅਤੇ ਮੈਂ ਇਹ ਨਹੀਂ ਕਹਿੰਦੀ ਕਮਿਊਨਿਟੀ ਛੱਡੋ, ਪਰ ਉੱਥੇ ਦਾ ਵੀ ਐਕਸਪੀਰੀਅੰਸ ਕਰੋ ਵੀ ਇਰਦ ਗਿਰਦ ਵਿਟਨਾਮੀ ਹੈ ਕਿ ਚਾਈਨੀਜ਼ ਹੈ ਕਿ ਜੈਪਨੀਜ਼ ਹੈ ਕਿ ਅਮੈਰੀਕਨ ਹੈ, ਜਰਮਨ ਹੈ ਨਾ, ਉਹਨਾਂ ਦੀ ਸੋਚ ਕੀ ਹੈ ਨਾ। ਜਦ ਤੁਸੀਂ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰੋਗੇ, ਪਹਿਲਾਂ ਤਾਂ ਤੁਹਾਡੀ ਇੰਗਲਿਸ਼ ਇੰਪਰੂਵ ਹੋਏਗੀ, ਰਾਈਟ, ਚਾਹੇ ਤੁਸੀਂ ਇੰਨੇ ਜ਼ਿਆਦਾ ਨਹੀਂ ਵੀ ਪੜ੍ਹੇ ਲਿਖੇ, ਹੈ ਨਾ। ਫਿਰ ਤੁਹਾਡੀ ਕੌਨਫੀਡੈਂਸ ਬਣੇਗਾ, ਫਿਰ ਤੁਹਾਨੂੰ ਲੱਗੇਗਾ ਸ਼ਾਇਦ ਉਹਦੇ ਵਿੱਚ ਤੁਹਾਨੂੰ ਸਹੇਲੀ ਮਿਲ ਜਾਵੇ ਕੋਈ, ਹੈ ਨਾ, ਅਤੇ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਕਰ ਸਕੋ। ਅਤੇ ਅੱਜ ਮੈਨੂੰ ਕਿ ਕੁਝ ਦਿਨ ਪਹਿਲਾਂ ਹੀ ਪਾਪਾ ਦੱਸ ਰਹੇ ਸੀਗੇ ਕਿ ਜਦੋਂ ਮੇਰੇ ਹਸਬੈਂਡ ਦੀ ਡੈਥ ਹੋਈ, ਅਤੇ ਉਹ ਜਦੋਂ ਜੁਪਿਨ ਨੂੰ, ਮੇਰੀ ਬੇਟੀ ਨੂੰ 10 ਸਾਲ ਦੀ 13 ਸਾਲ ਦੀ ਨੂੰ ਸਕੂਲ ਛੱਡਣ ਜਾਂਦੇ ਸੀ, ਅਤੇ ਅਨਨੋਨ ਅਮੈਰੀਕਨਸ ਆ ਕੇ ਉਹਨਾਂ ਨੂੰ ਪੁੱਛਦੇ ਸੀ ਕਿ ਅਸੀਂ ਕੋਈ ਹੈਲਪ ਕਰੀਏ, ਸਾਨੂੰ ਪਤਾ ਇਹਦੇ ਡੈਡ ਦਾ ਇਸ ਤਰ੍ਹਾਂ ਹੋਇਆ, ਅਸੀਂ ਸਕੂਲ ਲੈ ਜਾਈਏ, ਅਸੀਂ ਇਸ ਤਰੀਕੇ ਨਾਲ ਕਰੀਏ। ਸੋ ਸਾਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਪੈਣਾ ਅਦਰ ਦੈਨ ਗੁਰਦੁਆਰਿਆਂ ਤੋਂ। ਮੈਂ ਇਹ ਨਹੀਂ ਕਹਿੰਦੀ ਗੁਰਦੁਆਰੇ ਨਾ ਜਾਓ, ਪਰ ਉਹ ਤੋਂ ਇਲਾਵਾ ਵੀ ਆਪਾਂ ਨੂੰ ਦੱਸਣਾ ਪੈਣਾ ਵੀ ਅਸੀਂ ਕੌਣ ਹੈ, ਤੁਹਾਡੇ ਨੈਕਸਟ ਡੋਰ ਕੌਣ ਹੈ ਨਾ। ਹੁਣ ਮੈਂ ਜਿਸ ਕਮਿਊਨਿਟੀ 'ਚ ਰਹਿੰਦੀ ਹਾਂ, ਉੱਥੇ ਸਾਰੇ ਗੋਰੇ ਨੇ ਮੇਰੇ ਇਰਦ ਗਿਰਦ, ਹੈ ਨਾ, ਅਤੇ ਨਾਲ ਵਾਲੇ ਜਿਹੜੇ ਗੋਰੇ ਨੇ ਉਹਨਾਂ ਦੀ ਵੀ ਮੇਰੇ ਕੋਲ ਚਾਬੀ ਹੈ ਸਾਡੀ ਇੱਕ ਦੂਜੇ ਨਾਲ, ਚਾਹੇ ਅਸੀਂ ਸਾਲ ਭਰ ਇੱਕ ਦੂਜੇ ਨੂੰ ਨਾ ਦੇਖੀਏ, ਪਰ ਫੋਨ ਕਰਕੇ ਟੈਕਸਟ ਕਰਕੇ ਆਹ ਕਰ ਦੇਂਗਾ, ਇਹ ਕਰ ਦੇਂਗੀ, ਅਸੀਂ ਸਾਰੇ ਕਰਦੇ ਹਾਂ। ਜੇ ਮੈਂ ਘਰ ਤੋਂ ਬਾਹਰ ਨਾ ਫਰੰਟ 'ਤੇ ਨਾ ਆਵਾਂ ਨਾ, ਅਤੇ ਨਵੇਂ ਆਏ ਸੀਗੇ, ਉਹਨਾਂ ਨੂੰ 3 ਸਾਲ ਹੀ ਹੋਏ ਨੇ, ਅਤੇ ਉਹ ਮੈਨੂੰ ਈਮੇਲ ਕਰਕੇ ਓਲਡਰ ਕਪਲ ਪੁੱਛਦਾ ਸੀਗਾ, ਇਜ਼ ਐਵਰੀਥਿੰਗ ਓਕੇ, ਵੀ ਤੂੰ ਬਾਹਰ ਨਹੀਂ ਨਿਕਲੀ ਕਈ ਦਿਨਾਂ ਦੀ, ਹੈ ਨਾ। ਅਤੇ ਤੁਸੀਂ ਦੇਖੋ ਸਾਨੂੰ ਨੇਬਰਹੁੱਡ ਦਾ ਵੀ ਹੋਣਾ
ਹਰ ਕਿਸਮ ਦੇ ਨੈਸ਼ਨੈਲਿਟੀ ਦੇ ਬੰਦੇ ਦਾ ਮਿਲਣਾ ਵੀ ਬਹੁਤ ਜ਼ਰੂਰੀ ਹੈ। ਤੇ ਮੈਂ ਦੇਖਿਆ ਕਿ ਆਪਣਾ 80% ਟ੍ਰੈਂਡ ਕੀ ਹੈ ਕਿ ਆਪਾਂ ਨੇ ਪੰਜਾਬੀਆਂ 'ਚ ਹੀ ਰਹਿਣਾ ਹੈ ਨਾ, ਉੱਥੇ ਹੀ ਹੈ। ਸਾਊਥ ਇੰਡੀਅਨ ਨਾਲ ਵੀ ਨਹੀਂ ਜ਼ਿਆਦਾ ਜਾਣਾ ਵੀ ਮੈਨੂੰ ਤਾਂ ਫੂਡ ਨਹੀਂ ਅੱਛਾ ਲੱਗਦਾ, ਜਾਂ ਇਹ ਪੀਣ ਪਣਾਉਣ ਵਾਲੇ ਨਹੀਂ ਆ, ਉੱਥੇ ਬਿਲਕੁਲ ਹੀ ਨਹੀਂ ਜਾਣਾ। ਸੋ ਆਪਾਂ ਨੇ ਇੰਨਾ ਨੈਰੋ ਮਾਈਂਡਡ ਕਰਤਾ ਆਪਣਾ ਸਰਕਲ ਹੀ ਨਾ, ਹੈ ਨਾ। ਤੇ ਠੀਕ ਹੈ, ਕਿਆ ਕਹਿੰਦੇ, ਬਾਹਰ ਜਦੋਂ ਨਿਕਲਦੇ ਹੋ ਤੁਸੀਂ, ਤੇ ਇਹ ਮੰਨਣ ਵਾਲੀ ਗੱਲ ਹੈ ਕਿ ਕਈ ਘਟਨਾਵਾਂ ਹੋ ਸਕਦੀਆਂ ਨੇ, ਮਤਲਬ ਜਿਸ ਤਰ੍ਹਾਂ ਬਈ ਪਰ ਤੁਹਾਡਾ ਜਿਸ ਪਿਆਰ ਨਾਲ ਤੁਸੀਂ ਆਏ ਹੋ, ਕਹਿੰਦੇ ਨਾ, ਜੇ ਅਗਲਾ ਬੰਦੇ ਨੂੰ ਤੁਸੀਂ ਜਿਹਨੂੰ ਪਿਆਰ ਕਰਦੇ ਹੋ ਉਹਨੂੰ ਬਾਹਰ ਛੱਡੋਗੇ, ਹੈ ਨਾ, ਜੇ ਉਹ ਮੁੜ ਕੇ ਆਉਂਦਾ ਉਹ ਤੁਹਾਡਾ ਹੀ ਸੀਗਾ, ਹੈ ਨਾ। ਜੇ ਮੁੜ ਕੇ ਆਇਆ ਹੀ ਨਹੀਂ, ਭਾਵੇਂ ਕਿੰਨਾ ਅੰਦਰ ਬੰਦ ਕਰ ਲਓ, ਉਹ ਤੁਹਾਡਾ ਸੀਗਾ ਹੀ ਨਹੀਂ, ਹੈ ਨਾ। ਤੇ ਕਈ ਵਾਰ ਆਪਾਂ ਕੁੜੀਆਂ ਵੀ ਇਹ ਦੇਖਦੀਆਂ, ਜੇ ਤੁਹਾਨੂੰ ਪਤਾ ਹੈ ਤੁਹਾਡਾ ਘਰ ਵਾਲਾ ਉਹ ਨਹੀਂ ਹੈ ਤੁਹਾਡੇ ਨਾਲ ਰਹਿਣਾ ਚਾਹੁੰਦਾ, ਔਰ ਉਹਦੀਆਂ ਐਕਟੀਵਿਟੀਜ਼ ਤੋਂ ਪਤਾ ਚੱਲ ਰਿਹਾ ਨਹੀਂ ਹੋ ਸਕਦਾ, ਤੇ ਛੱਡੋ ਇਸ ਪਿਆਰ ਨੂੰ, ਹੈ ਨਾ। ਤੇ ਲੋ ਇੱਕ ਡਿਸੀਜ਼ਨ ਲੈਣਾ ਸ਼ੁਰੂ ਕਰੋ, ਗੁੱਸੇ 'ਚ ਨਹੀਂ ਕਰਨਾ। ਮੇਰੀ ਇੱਕ ਫਰੈਂਡ ਦੀ ਬੇਟੀ ਹੈ, ਉਹਨਾਂ ਦੀ ਬੜੀ ਮਿਸਅੰਡਰਸਟੈਂਡਿੰਗ ਸੀ। ਉਹ ਅਮਰੀਕਨ ਬੌਰਨ ਲੜਕੀ ਤੇ ਉਹ ਇੰਡੀਆ ਦਾ ਬੌਰਨ ਸੀਗਾ। ਤੇ ਉਸ ਲੜਕੀ ਦੇ ਇੱਕ ਪੁਆਇੰਟ ਇਸ ਤਰ੍ਹਾਂ ਹੈ, ਉਹ ਕਹਿੰਦੀ ਮੈਨੂੰ ਕੁਛ ਨਹੀਂ ਚਾਹੀਦਾ ਇਹਦੇ ਤੋਂ, ਬਸ ਜਸਟ ਲੈਟਸ ਸਾਈਨ ਐਂਡ, ਤਾਂ ਕਿ ਮੈਂ ਮੈਂਟਲ ਪੀਸ ਮੈਨੂੰ ਆ ਜਾਵੇ। ਐਂਡ ਬੜੇ ਆਰਾਮ ਨਾਲ ਹੋ ਗਿਆ। ਉਹਨਾਂ ਨੂੰ ਤਾਂ ਬਹੁਤ ਹੀ ਖੁਸ਼ੀ ਹੋਈ ਕਿ ਸਾਡੇ ਤੋਂ ਕੁਛ ਲਿੱਤਾ ਨਹੀਂ, ਸਾਡੇ ਕੋਲ ਜਿਹੜਾ ਦਿੱਤਾ ਸੀ ਉਹ ਵੀ ਰਹਿ ਗਿਆ ਸਾਡੇ ਕੋਲ, ਦੇਖਿਆ ਜਾਵੇ, ਰਾਈਟ। ਪਰ ਇੱਥੇ ਇਸ ਤਰ੍ਹਾਂ ਦੀਆਂ ਵੀ ਬੱਚੀਆਂ ਨੇ, ਹੈ ਨਾ, ਜਿਹੜੀਆਂ ਉੱਥੇ ਦੀਆਂ ਰੇਸਡ ਨੇ ਕਿ ਬਈ ਨਹੀਂ, ਮੈਂਟਲ ਪੀਸ ਮੋਰ ਇੰਪੋਰਟੈਂਟ ਹੈ ਦੈਨ ਖੱਚ ਪੱਚ 'ਚ ਰਹਿਣਾ। ਤੇ ਸੋ ਬਹੁਤ ਸੋਚਣ ਵਾਲੀਆਂ ਗੱਲਾਂ ਨੇ ਕਿ ਅਸੀਂ ਕੁੜੀਆਂ ਨੂੰ ਇੰਡੀਪੈਂਡੈਂਟ ਕਿਵੇਂ ਬਣਾਈਏ, ਹੈ ਨਾ। ਇਹ ਤਾਂ ਬੜੀ ਦੂਰ ਤੱਕ ਪਿੱਛੇ ਤੱਕ ਗੱਲ ਜਾਂਦੀ ਹੈ। ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦੀ ਹਾਂ ਕਿ ਹੁਣ ਮੇਰੀ ਬੇਟੀ ਪ੍ਰੈਗਨੈਂਟ ਸੀਗੀ, ਉਹਦੀ ਬੇਟੀ ਹੋਈ ਹੈ ਹਲੇ 4-4.5 ਮਹੀਨੇ ਦੀ ਹੈ, ਤੇ ਉਹਦੇ ਕਮਰੇ ਵਿੱਚ ਲਿਖ ਕੇ ਉਹਨੇ ਲਾਇਆ ਹੋਇਆ ਕਿ ਉਹ ਵੀ ਰੂਪੀ ਕੌਰ ਦੀ ਇੱਕ ਨਵੀਂ ਪੋਇਮ, ਹੈ ਨਾ। ਆਪਾਂ ਡਿਫਰੈਂਟ ਆਰਟੀਕਲਸ ਪਰ ਉਹਦੇ 'ਚ ਕਿ ਜੇ ਤੂੰ ਇਸ ਦੁਨੀਆ 'ਚ ਜਦੋਂ ਆਏਂਗੀ ਨਾ, ਤੂੰ ਰੈੱਡ ਕਾਰਪੇਟ 'ਤੇ ਆ ਰਹੀ ਹੈ, ਔਰ ਤੂੰ ਨੌਲੇਜ, ਤੇਰੇ 'ਚ ਇੰਨੀ ਜਾਣਕਾਰੀ ਹੈ ਤੈਨੂੰ ਕਿ ਜੋ ਕੁਝ ਤੂੰ ਬਾਹਰ ਜਾ ਕੇ ਬਣਨਾ ਚਾਹੁੰਦੀ ਹੈ ਨਾ, ਬਣ ਸਕਦੀ ਹੈ। ਹੁਣ ਦੇਖੋ ਉਹਦੇ ਕਮਰੇ 'ਚ ਜਿਹੜੇ ਬੱਚੇ ਨੂੰ ਹਾਲੇ ਪੜ੍ਹਨਾ ਨਹੀਂ ਆਉਂਦਾ, ਪਰ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਉਹਦੇ ਇਰਦ ਗਿਰਦ, ਅਤੇ ਬੱਚੇ ਨੂੰ ਕੌਨਫੀਡੈਂਸ ਆਏਗਾ ਅਤੇ ਡਿਸੀਜ਼ਨ ਠੀਕ ਲੈਣਗੇ। ਪਰ ਸਾਡੇ ਮਨ 'ਚ ਕੀ ਆ ਜਾਂਦਾ ਆਪਣੀ ਕਲਚਰ 'ਚ, ਕਈ ਵਾਰ ਇੰਨੀ ਕੌਨਫੀਡੈਂਟ ਨਾ ਕਰ ਦਿਓ ਕਿ ਕਿਸੇ ਦੇ ਨਾਲ ਰਹਿ ਹੀ ਨਾ ਸਕੇ। ਦੇਖੋ ਆਪਾਂ ਨੇ ਹਮੇਸ਼ਾ ਨੈਗੇਟਿਵ ਸੋਚਣਾ। ਔਰ ਅਸੀਂ ਇਹ ਸ਼ਬਦ ਨੇ ਜਿਹੜੇ ਮਤਲਬ ਇੱਕ ਮੇਲ ਬੱਚੇ ਲਈ ਨਹੀਂ ਵਰਤਦੇ, ਹੈ ਨਾ। ਉਹਨੂੰ ਅਸੀਂ ਕਹਿੰਦੇ ਕਿ ਦੁਨੀਆਦਾਰੀ ਨੂੰ ਸਮਝ, ਬਾਹਰ ਜਾ, ਘਰ ਤੋਂ ਬਾਹਰ ਜਾਣਾ ਤੇਰਾ ਕੰਮ ਹੈ, ਤੂੰ ਦੁਨੀਆ ਨੂੰ ਵੇਖੇਂਗਾ, ਹੈ ਨਾ। ਇਸੇ ਲਈ ਜਿਹੜੇ ਮੁੰਡੇ ਨੇ ਉਹ ਮੇਰੇ ਖਿਆਲ ਆਪਣੀ ਜ਼ਿੰਦਗੀ ਦਾ ਫੈਸਲਾ ਫਿਰ ਵੀ ਕੁੜੀਆਂ ਦੇ ਮੁਕਾਬਲੇ ਜ਼ਿਆਦਾ ਚੰਗੇ ਤਰੀਕੇ ਨਾਲ ਕਰ ਲੈਂਦੇ ਨੇ, ਜ਼ਿਆਦਾ ਲੈ ਲੈਂਦੇ ਨੇ। ਔਰ ਸਾਨੂੰ ਇਹ ਮੁੰਡਿਆਂ ਨੂੰ ਕੰਮਾਂ 'ਚ ਆਦਤ ਪਾਈਏ। ਜਿਸ ਤਰ੍ਹਾਂ ਸਾਡੇ ਘਰ 'ਚ ਬੱਚੇ ਨੇ, ਬੇਟੇ ਆ, ਅਤੇ ਮੈਂ ਉਹਨੂੰ ਕਹਿੰਦੀ ਹੁੰਦੀ ਹਾਂ, ਜੇ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਤਾਂ ਫਿਰ ਤਾਂ ਤੁਸੀਂ ਭੁੱਖੇ ਹੀ ਰਹੋਗੇ ਜਾਂ ਬਾਹਰ ਤੋਂ ਹੀ ਖਾਓਗੇ, ਹੈ ਨਾ। ਵੀ ਤੁਹਾਨੂੰ ਆਉਣਾ ਚਾਹੀਦਾ ਆਪਣੇ ਆਪ ਰਹਿਣ ਵਾਸਤੇ। ਤੁਸੀਂ ਵਾਈਫ ਇਸ ਕਰਕੇ ਨਹੀਂ ਲੈ ਕੇ ਆਉਂਦੇ ਹੋ ਜਿਹਨੇ ਕੁਕਿੰਗ ਹੀ ਕਰਨਾ ਔਰ ਘਰ ਹੀ ਰਹਿਣਾ, ਹੈ ਨਾ। ਉਹਦੇ ਵੀ ਤੁਹਾਡੇ ਵਰਗੀ ਜੋਬ ਹੋ ਸਕਦੀ ਹੈ। ਫਿਰ ਅੱਛਾ, ਹੁਣ ਤਾਂ ਆਪਾਂ ਨੇ ਗੱਲ ਕੀਤੀ ਹੈ ਜਿਨ੍ਹਾਂ ਨੇ ਪੜ੍ਹੀਆਂ ਲਿਖੀਆਂ ਨਹੀਂ ਆਈਆਂ ਅਤੇ ਇੱਥੇ ਸਿਰਫ ਸਿੰਪਲ ਜਗ੍ਹਾ 'ਚ ਆਪਣੀਆਂ ਜੋਬਸ ਕਰਨ ਲੱਗ ਗਈਆਂ ਨੇ, 9 to 5 ਜਾਂਦੀਆਂ ਨੇ, ਅਤੇ ਫਿਰ ਦਿਨ ਰਾਤ ਕੰਮਾਂ 'ਚ ਲੱਗੀਆਂ ਰਹਿੰਦੀਆਂ। ਬਟ ਕਈ ਇਸ ਤਰ੍ਹਾਂ ਦੀਆਂ ਵੀ ਆ ਜਿਹੜੀਆਂ ਆਊਟ ਗੋਇੰਗ ਨੇ, ਹੈ ਨਾ, ਅਤੇ ਬਹੁਤ ਜ਼ਿਆਦਾ ਆਪਣਾ ਕਰੀਅਰ ਬਣਾਉਣਾ ਚਾਹੁੰਦੀਆਂ ਨੇ। ਉਹਨਾਂ ਨੂੰ ਵੀ ਕਈ ਵਾਰ ਖਿੱਚ ਹੁੰਦੀ ਹੈ ਕਿ ਨਹੀਂ, ਜੇ ਬਾਹਰ ਚਲੀ ਗਈ ਕਿਤੇ ਐਂ ਨਾ ਹੋਵੇ, ਫਿਰ ਕਿਆ ਕਹਿੰਦੇ ਸਾਡੇ ਮੁੰਡੇ ਨੂੰ ਹੀ ਛੱਡ ਜਾਵੇ, ਹੈ ਨਾ। ਹੁਣ ਆ ਵੀ ਮੇਰੇ ਨਾਲ ਹੁੰਦਾ ਸੀਗਾ ਜਦੋਂ ਮੈਂ ਨਰਸਿੰਗ ਕਰਦੀ ਸੀ, ਅਤੇ ਮੇਰੇ ਸੱਸ ਸਹੁਰਾ ਸਾਨੂੰ ਮਿਲਣ ਉੱਥੇ ਗਏ, 2 ਮਹੀਨੇ ਵਾਸਤੇ ਗਏ, ਤਾਂ ਉਹਨਾਂ ਨੇ ਉਹਨੂੰ ਕਾਲ ਕਰਕੇ ਕਹਿਣਾ ਤੂੰ ਤਾਂ ਚੈੱਕ ਬੁੱਕ ਵੀ ਇਹਨੂੰ ਦੇਤੀ ਹੈ, ਪੜ੍ਹਾਉਣ ਵੀ ਲਾਤਾ, ਇਹਨੇ ਤੈਨੂੰ ਛੱਡ ਜਾਣਾ 2 ਸਾਲ 'ਚ। ਅੱਛਾ। ਅਤੇ ਫਿਰ ਮੈਨੂੰ ਬੜੇ ਪਿਆਰ ਨਾਲ ਬੀਜੀ ਨੂੰ ਕਹਿਣਾ ਪਿਆ, ਬੈਠਣਾ ਪਿਆ ਉਹਨਾਂ ਨਾਲ। ਮੈਂ ਕਿਹਾ ਬੀਜੀ, ਵਿਆਹ ਤੁਸੀਂ ਕਰਵਾਇਆ ਸੀ ਸਾਡਾ, ਹੈ ਨਾ, ਵੀ ਸਾਡੀ ਅਰੇਂਜਡ ਮੈਰਿਜ ਸੀ, ਪਰ ਪਿਆਰ ਹੁਣ ਸਾਡਾ ਦੋਨਾਂ ਦਾ ਹੈ। ਮੈਂ ਨਹੀਂ ਛੱਡੂੰਗੀ ਇਹਨੂੰ, ਨਹੀਂ, ਮੈਂ ਇਸ ਤਰ੍ਹਾਂ ਨਹੀਂ ਛੱਡਣ ਲੱਗੀ। ਪਰ ਦੇਖੋ ਫਿਰ ਤੁਸੀਂ ਆਪਣੀ ਸੋਚ ਦੇਖੋ ਨਾ ਆਪਣੀ, ਕਿ ਇਹਨੂੰ ਜੇ ਚੈੱਕ ਬੁੱਕ ਦੇਤੀ ਹੈ ਜਾਂ ਬਾਹਰ ਕੱਢਤਾ, ਇਹਨੇ ਨਹੀਂ ਰਹਿਣਾ ਤੇਰੇ ਨਾਲ, ਹੈ ਨਾ। ਔਰ ਦੇਖੋ ਇਹ ਚੀਜ਼ ਵੀ ਕਿੰਨੇ ਸਵਾਲ ਖੜੇ ਕਰਦੀ ਹੈ ਕਿ ਫੀਮੇਲ ਲਈ ਇਹ ਸੋਚ ਆ ਸਾਡੀ, ਹੈ ਨਾ। ਜਦ ਕਿ ਤੁਹਾਡੇ ਵਿਆਹ ਨੂੰ ਚਾਹੇ 10 ਦਿਨ ਹੋਏ ਹੋਣ, ਮਤਲਬ ਬੰਦਾ ਘਰ ਤੋਂ ਬਾਹਰ ਜਾ ਰਿਹਾ ਹੁੰਦਾ, ਕੰਮ ਕਰ ਰਿਹਾ ਹੁੰਦਾ, ਉਹਨੂੰ ਸਾਰੇ ਤਰ੍ਹਾਂ ਦੀ ਅਥਾਰਟੀਜ਼ ਹੁੰਦੀਆਂ ਨੇ, ਇਕਨੋਮਿਕਲ ਡਿਸੀਜ਼ਨ ਉਹ ਲੈ ਰਿਹਾ ਸਾਰੇ, ਹੈ ਨਾ। ਅਤੇ ਔਰਤ ਦੇ ਅੰਦਰ ਇਹ ਬੇਤਵਾਰੀ ਸ਼ਾਇਦ ਉਨੀ ਨਹੀਂ ਹੈਗੀ ਕਿ ਉਹ ਬਾਹਰ ਜਾਊਗਾ ਤਾਂ ਉਹ ਚਲਾ ਜਾਊਗਾ, ਹੈ ਨਾ, ਜਦ ਕਿ ਹੋਣੀ ਚਾਹੀਦੀ ਆ। ਕਿਉਂਕਿ ਆਪਾਂ ਹਮੇਸ਼ਾ ਸੁਣਦੇ ਹਾਂ ਕਿ ਬਹੁਤ ਸਾਰੇ ਕੇਸਿਸ ਦੇ ਵਿੱਚ ਜਦੋਂ ਆਪਾਂ ਐਕਸਟਰਾ ਮੈਰਿਟਲ ਅਫੇਅਰਸ ਦੀ ਵੀ ਗੱਲ ਕਰਦੇ ਹਾਂ ਤਾਂ ਬੰਦੇ ਵੱਲੋਂ ਪਹਿਲ ਕੀਤੀ ਜਾਂਦੀ ਹੈ ਨਾ,
ਪਰ ਉੱਥੇ ਔਰਤਾਂ ਵੀ ਬਰੀ ਨਹੀਂ ਹੁੰਦੀਆਂ। ਆਪਾਂ ਕਹਿੰਦੇ ਹਾਂ ਵੀ ਜੇ ਬੰਦਾ ਬਾਹਰ ਜਾ ਕੇ ਕਿਸੇ ਨੂੰ ਪਹਿਲ ਕਰ ਰਿਹਾ ਤਾਂ ਇੱਕ ਔਰਤ ਨੂੰ ਹੀ ਕਰ ਰਿਹਾ, ਤੇ ਇੱਕ ਔਰਤ ਹੀ ਉਹਦੀ ਪਹਿਲ ਨੂੰ ਐਕਸੈਪਟ ਕਰ ਰਹੀ ਹੈ ਨਾ। ਤੇ ਕੁੜੀ ਲਈ ਜਿਵੇਂ ਖਾਸ ਕਰਕੇ ਮਤਲਬ ਮੈਨੂੰ ਤੁਹਾਡੇ ਲਈ ਵੀ ਇਹ ਚੀਜ਼ ਸੁਣਨੀ ਅਜੀਬ ਲੱਗੀ ਕਿ ਅਰੇਂਜ ਮੈਰਿਜ ਤੋਂ ਬਾਅਦ ਵੀ ਡਾਊਟ ਕੀਤਾ ਜਾਂਦਾ ਹੈ ਨਾ। ਦੇਖੋ ਅਰੇਂਜਡ ਮੈਰਿਜ ਵੀ ਇਸ ਸ਼ਹਿਰ 'ਚ ਕਰਨ ਆਏ, ਪਰ ਬੜੇ ਆਰਾਮ ਨਾਲ ਇਹ ਟੌਪਿਕਸ ਸਾਡੇ ਆਪਸ 'ਚ ਮਿਸਅੰਡਰਸਟੈਂਡਿੰਗ ਬਹੁਤ ਲਿਆ ਸਕਦੇ ਸੀਗੇ, ਰਾਈਟ, ਕਿ ਬਈ ਮੈਂ ਤਾਂ ਇਸ ਤਰ੍ਹਾਂ ਸੋਚਿਆ ਹੀ ਨਹੀਂ ਹੈ, ਇਸ ਤਰ੍ਹਾਂ ਸੋਚਿਆ ਹੀ ਨਹੀਂ ਹੈ, ਪਰ ਉਹ ਸੋਚ ਪਾਸ ਔਨ ਹੁੰਦੀ ਰਹਿੰਦੀ ਹੈ, ਇਫੈਕਟ ਪੈਂਦਾ। ਸੋ ਸਾਡਾ ਸਾਰਿਆਂ ਦਾ, ਮੁੰਡਿਆਂ ਨੂੰ ਵੀ ਸੋਚਣਾ। ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਵਿਆਹ ਤੋਂ ਪਹਿਲਾਂ ਮੁੰਡਿਆਂ ਨੂੰ ਇੱਕ ਕੋਰਸ ਦੇਣਾ ਚਾਹੀਦਾ, ਕੁੜੀਆਂ ਨੂੰ ਡਿਫਰੈਂਟ ਕਿਸਮ ਦਾ ਕੋਰਸ, ਬਟ ਮੁੰਡਿਆਂ ਨੂੰ ਇਹ ਕਿ ਮਾਂ ਭੈਣ ਅਤੇ ਵਾਈਫ ਨੂੰ ਹਰ ਕਿਸੇ ਨੂੰ ਉਹਨਾਂ ਦਾ ਹੱਕ ਦਿਓ, ਅਤੇ ਉਹਨਾਂ ਨੂੰ ਹਰ ਕਿਸੇ ਨੂੰ ਉਹਨਾਂ ਦੀ ਲਿਮਿਟ 'ਚ ਰੱਖੋ, ਅਤੇ ਹਰ ਕਿਸੇ ਦਾ ਪਿਆਰ ਬਣਾਉਣਾ ਉਹਦੇ ਹੱਥ 'ਚ ਬਹੁਤ ਵੱਡੀ ਤਾਕਤ ਹੈ। ਇਹ ਕੁੜੀ ਦੇ ਹੀ ਹੱਥ 'ਚ ਤਾਕਤ ਨਹੀਂ ਹੈ, ਇਹ ਮੁੰਡੇ ਦੇ ਹੱਥ 'ਚ ਵੀ ਤਾਕਤ ਹੈ। ਜੇ ਮੁੰਡਾ ਹੁਣ ਕਿਆ ਕਹਿੰਦੇ, ਤੁਸੀਂ ਆਪਣੇ ਆਪ ਹੀ ਦੇਖੋ ਆਪਣੀ ਕਲਚਰ 'ਚ, ਜੇ ਮੁੰਡਾ ਕੋਈ ਆਪਣੀ ਜਾ ਕੇ ਸੱਸ ਨਾਲ ਜ਼ਿਆਦਾ ਗੱਲਾਂ ਕਰਨ ਲੱਗ ਜਾਣ ਤੇ ਪਹਿਲਾਂ ਹੀ ਕਹਿਣ ਲੱਗ ਜਾਂਦੇ ਲੈ ਇਹ ਤਾਂ ਸੱਸ ਦਾ ਹੀ ਹੋ ਗਿਆ, ਹੈ ਨਾ। ਅਤੇ ਹੁਣ ਸਾਡੇ ਪਰਿਵਾਰ ਦੀ ਗੱਲ ਦੇਖੋ, ਸਾਡੇ ਜਵਾਈ ਆਏ ਆ ਅਤੇ ਉਹ ਉਹਨਾਂ ਦੇ ਮੰਮੀ ਡੈਡੀ ਉੱਥੇ ਮਿਲਣ ਆਏ ਨੇ, ਅਤੇ ਮੈਂ ਜਦੋਂ ਉਹਨਾਂ ਦੇ ਘਰ ਜਾਣਾ ਉਹ ਅੱਗੇ ਪਿੱਛੇ ਆਏ ਮੇਰੇ ਘੁੰਮਦੇ ਨੇ ਵੀ ਇਹਨਾਂ ਨੂੰ ਕੀ ਖਿਲਾ ਦਈਏ, ਕਿੱਥੇ ਬਿਠਾ ਦਈਏ, ਅਤੇ ਉਹ ਮੈਨੂੰ ਮੰਮਾ ਕਰਦਾ ਘੁੰਮਦਾ ਹਮੇਸ਼ਾ ਕਿ ਵੀ ਹੋਰ ਮੰਮਾ ਕੀ ਕਰਨਾ। ਹਾਲੇ ਮੇਰੀ ਬੇਟੀ ਨੂੰ ਮੰਮਾ ਕਹਿੰਦੇ ਟਾਈਮ ਲੱਗ ਰਿਹਾ, ਜਦ ਕਿ ਮੈਂ ਉਹਨੂੰ ਰੋਜ਼ ਕਹਿੰਦੀ ਹਾਂ ਬੇਟੇ ਇਹ ਕੀ ਗੱਲ ਹੈ, ਇਹ ਡਿਸਟੈਂਸ ਕਿਉਂ ਹੈ, ਅਤੇ ਉਹ ਕਹਿੰਦੀ ਨਹੀਂ ਮੈਂ ਕਹਿੰਦੀ ਹਾਂ, ਮੈਂ ਕਰਦੀ ਹਾਂ, ਬਟ ਮੈਂ ਜਿਸ ਤਰ੍ਹਾਂ ਕਹਿੰਦੇ ਦੇਖੋ ਤੁਸੀਂ ਆਪਣੇ ਆਪ ਸੋਚੋ, ਜੇ ਉਹ ਸੋਚਣ ਲੱਗ ਜਾਣ ਕਿ ਲੈ ਇਹ ਤਾਂ ਇਹਨਾਂ ਦਾ ਹੀ ਹੋ ਗਿਆ, ਹੁਣ ਤਾਂ ਇਹਨਾਂ ਸਾਡੇ ਨਾਲ, ਉਹਨਾਂ ਨੂੰ ਹੋਰ ਖੁਸ਼ੀ ਚੜ੍ਹਦੀ ਹੈ ਕਿ ਅੱਛਾ ਤੁਸੀਂ, ਔਰ ਮੇਰਾ ਉਹ ਬਾਰ-ਬਾਰ ਮੇਰਾ ਥੈਂਕਸ ਕਰਦੇ ਹੋ ਕਿ ਜਿਹੜਾ ਕੰਮ ਸਾਨੂੰ ਕਰਨਾ ਚਾਹੀਦਾ ਸੀ 4 ਮਹੀਨੇ ਤੱਕ ਦੀ ਤੁਸੀਂ ਕੁੜੀ ਵੱਡੀ ਕੀਤੀ ਹੈ, ਤੁਸੀਂ ਸਾਡਾ ਕੰਮ ਕੀਤਾ, ਅਸੀਂ ਤੁਹਾਡੇ ਕਿਵੇਂ ਹੱਥ ਜੋੜ ਕੇ ਮੈਨੂੰ ਥੈਂਕਸ ਕਰ ਰਹੇ ਨੇ। ਅਤੇ ਮੈਂ ਕਹਿੰਦੀ ਹਾਂ ਵਾਹਿਗੁਰੂ ਇਸ ਤਰ੍ਹਾਂ ਦੇ ਵੀ ਬੰਦੇ ਹੁੰਦੇ ਨੇ ਦੁਨੀਆ 'ਚ। ਸੋ ਆਪਣੀ ਸਾਰੀ ਹੁਣ ਟਾਈਮ ਆ ਗਿਆ ਚੇਂਜ ਹੋਣ ਦਾ, ਹੈ ਨਾ। ਮੁੰਡਾ ਹੈ ਕਿ ਕੁੜੀ ਹੈ, ਇਹ ਇੱਕ ਜੈਂਡਰ ਦਾ ਨਾਮ ਆ ਗਿਆ। ਕੁੜੀਆਂ ਵੀ ਮੁੰਡੇ ਬਣ ਸਕਦੀਆਂ, ਮੁੰਡੇ ਵੀ ਕੁੜੀਆਂ ਬਣ ਸਕਦੀਆਂ, ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ ਨਾ। ਆਪਾਂ ਜਿੱਥੇ ਸਾਨੂੰ ਲੱਗਦਾ ਹੈ ਕਿ ਕੋਈ ਸੁਸਾਇਟੀ ਵਿੱਚ ਕੋਈ ਚੀਜ਼ ਇਸ ਤਰ੍ਹਾਂ ਦੀ ਹੋ ਰਹੀ ਹੈ, ਉੱਥੇ ਕਦਮ ਉਠਾਉਣ ਦੀ ਕੋਸ਼ਿਸ਼ ਕਰੋ, ਚਾਹੇ ਕਦਮ ਤੁਹਾਡਾ ਛੋਟਾ ਹੀ ਹੋਵੇ, ਹੈ ਨਾ। ਅਤੇ ਮੈਂ ਇਹ ਵੀ ਦੇਖਿਆ ਕਿ ਹਾਂ ਸਾਨੂੰ ਪਤਾ ਹੈ ਗਲਤ ਹੋ ਰਿਹਾ, ਪਰ ਸਾਡੇ ਘਰ ਦੇ ਕੀ ਕਹਿਣਗੇ, ਹੈ ਨਾ। ਅਤੇ ਤੁਸੀਂ ਦੇਖੋ ਵੀ ਤੁਸੀਂ ਘਰਦਿਆਂ ਤੋਂ ਕਈ ਵਾਰ ਹੋਰ ਬੜੀਆਂ ਵੱਡੀਆਂ ਗੱਲਾਂ ਕਰਵਾ ਲੈਂਦੇ ਹੋ, ਇੰਨੀ ਕੁ ਗੱਲ ਕਿਸੇ ਵਾਸਤੇ ਨਹੀਂ ਉਹਦੇ ਫੇਵਰ ਦੀ ਕਰਵਾ ਸਕਦੇ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਘਰ ਦੇ ਗਲਤ ਕਰ ਰਹੇ ਨੇ, ਇਹਦਾ ਮਤਲਬ ਹਾਲੇ ਤੁਹਾਡਾ ਵੀ ਮਨ ਨਹੀਂ ਬਣਿਆ ਵੀ ਮੈਂ ਕਿਸੇ ਦੀ ਹੈਲਪ ਕਰਦਾ, ਹੈ ਨਾ। ਸੋ ਹਾਂਜੀ ਮੈਂ ਸੌਰੀ ਤੁਹਾਨੂੰ ਕੱਟ ਰਹੀ ਹਾਂ, ਮਤਲਬ ਇੱਕ ਚੀਜ਼ ਜਿਵੇਂ ਮੈਂ ਬਹੁਤ 3 ਜਾਂ 4 ਸਾਲ ਪਹਿਲਾਂ ਦੀ ਗੱਲ ਹੈ ਕਿ ਕਿਸੇ ਮੁੰਡੇ ਨਾਲ ਮੈਂ ਇੱਕ ਇੰਟਰਵਿਊ ਕੀਤੀ ਸੀਗੀ, ਤਾਂ ਉਹਦੇ 'ਚੋਂ ਮੈਂ ਬੜੀ ਚੰਗੀ ਇੱਕ ਗੱਲ ਸਿੱਖੀ ਸੀਗੀ। ਉਹਨੇ ਕਿਹਾ ਸੀਗਾ ਕਿ ਮੁੰਡਾ ਜਦੋਂ ਕਿਸੇ ਕੁੜੀ ਦੇ ਚਪੇੜ ਮਾਰਦਾ ਹੈ ਨਾ, ਤਾਂ ਉਹ ਬਾਹਰ ਜਾ ਕੇ ਸਾਰਿਆਂ ਨੂੰ ਦੱਸ ਸਕਦੀ ਹੈ, ਰੌਲਾ ਪਾ ਸਕਦੀ ਹੈ ਕਿ ਇਹਨੇ ਮੈਨੂੰ ਕੁੱਟਿਆ ਜਾਂ ਇਹ ਮੇਰੇ ਨਾਲ ਇੱਦਾਂ ਦਾ ਮਿਸਬਿਹੇਵ ਕਰ ਰਿਹਾ। ਉਹ ਕਹਿੰਦਾ ਕਿ ਜਿਵੇਂ ਤੁਸੀਂ ਬਿਲਕੁਲ ਕਿਹਾ ਕਿ ਮਨਦੀਪ ਦੇ ਕੋਈ ਨੇਬਰ ਕਹਿ ਰਹੇ ਨੇ ਕਿ ਉਹ ਬਹੁਤ ਪ੍ਰਵੋਕ ਕਰਦੀ ਸੀ ਉਹਨੂੰ, ਹੈ ਨਾ। ਅਤੇ ਉਹ ਕਹਿੰਦੇ ਕਿ ਕੁੜੀਆਂ ਕਈ ਵਾਰੀ ਮੈਂਟਲੀ ਤੁਹਾਨੂੰ ਇੰਨਾ ਜ਼ਿਆਦਾ ਟੌਰਚਰ ਕਰ ਸਕਦੀਆਂ ਨੇ, ਅਤੇ ਮੁੰਡੇ ਇੰਨੀ ਸ਼ਰਮ ਮਹਿਸੂਸ ਕਰਦੇ ਨੇ ਕਿ ਉਹ ਦੋਸਤ ਨੂੰ ਵੀ ਜਾ ਕੇ ਨਹੀਂ ਦੱਸਣਗੇ ਕਿ ਮੇਰੀ ਵਾਈਫ ਨੇ ਅੱਜ ਮੈਨੂੰ ਆਹ ਮਾੜਾ ਲਫ਼ਜ਼ ਬੋਲਿਆ। ਜਾਂ ਫਿਰ ਆਪਾਂ ਮਤਲਬ ਇਹ ਵੀ ਚੀਜ਼ਾਂ ਹੁਣ ਛੋਟੀਆਂ ਨਹੀਂ ਰਹੀਆਂ, ਆਪਾਂ ਕਹਿੰਦੇ ਕੁੜੀਆਂ ਮੁੰਡੇ ਬਰਾਬਰ ਨੇ, ਕਿ ਕਈ ਵਾਰ ਕੁੜੀਆਂ ਵੀ ਹੱਥ ਚੁੱਕਦੀਆਂ ਨੇ ਮੁੰਡਿਆਂ ਦੇ, ਹੈ ਨਾ, ਅਤੇ ਉਹ ਜਾ ਕੇ ਵੀ ਉਹ ਕਿਸੇ ਨਾਲ ਸਾਂਝੀ ਨਹੀਂ ਕਰਦੇ। ਅਤੇ ਤੁਹਾਨੂੰ ਲੱਗਦਾ ਹੈ ਕਿ ਮੁੰਡੇ ਵੀ ਇਹੋ ਜਿਹੀ ਹਿੰਸਾ ਦੇ ਸ਼ਿਕਾਰ ਨੇ, ਜਾਂ ਮੁੰਡੇ ਵੀ ਵਿਆਹ ਵਰਗੇ ਇਸ ਰਿਸ਼ਤੇ 'ਚ ਬਹੁਤ ਕੁਛ ਹੰਢਾਉਂਦੇ ਹੋਣਗੇ? ਹਾਂ, ਉਹ ਵੀ ਉਹਨਾਂ ਦੇ, ਹਾਂਜੀ ਮੈਂ ਬੜੇ ਮੁੰਡਿਆਂ ਦੀ ਵੀ ਮੈਂ ਕਹਾਣੀਆਂ ਸੁਣੀਆਂ ਹੋਈਆਂ, ਔਰ ਅਮਰੀਕਾ 'ਚ ਵੀ ਜਿਹੜੇ ਗੋਰੇ ਵੀ ਆ ਉਹਨਾਂ 'ਚ ਵੀ ਮੁੰਡਿਆਂ ਦੇ ਨਾਲ ਸੁਣਿਆ ਹੋਇਆ ਕਿ ਵਾਈਫਸ ਨੇ ਕੀ ਕੀਤਾ ਉਹਨਾਂ ਦੇ ਨਾਲ। ਪਰ ਚੱਕਰ ਫਿਰ ਉਹੀ ਆ ਜਾਂਦਾ ਕਿ ਕੌਨਫੀਡੈਂਸ ਉਹਨਾਂ 'ਚ ਕਿੰਨਾ ਸੀਗਾ, ਹੈ ਨਾ। ਅਤੇ ਤੁਸੀਂ ਸ਼ਰਮ ਜਿਹੜੀ ਆ ਨਾ ਸਾਡੀ, ਅਸੀਂ ਇਹਦੀ ਡੈਫੀਨੇਸ਼ਨ ਇਸ ਤਰੀਕੇ ਨਾਲ ਕਰਤੀ ਹੈ ਕਿ ਮੈਂ ਦੁਨੀਆ ਦੀ ਨਜ਼ਰਾਂ 'ਚ ਹਮੇਸ਼ਾ ਚੰਗਾ ਲੱਗਣਾ ਚਾਹੀਦਾ। ਜੇ ਮੈਂ ਕੋਈ ਆਪਣੀ ਗਲਤ ਗੱਲ ਦੱਸਦੀ ਤਾਂ ਮੈਨੂੰ ਕੀ ਦੁਨੀਆ ਸੋਚੇਗੀ ਇਹਦੇ ਬਾਰੇ, ਹੈ ਨਾ। ਅਤੇ ਉਹ ਚੀਜ਼ ਨੂੰ ਪਿੱਛੇ ਛੱਡਣ ਵਾਸਤੇ ਸਾਨੂੰ ਐਜੂਕੇਸ਼ਨ ਦੀ ਲੋੜ ਹੈ ਨਾ। ਔਰ ਸਾਨੂੰ ਕੌਨਫੀਡੈਂਸ ਤੋਂ ਇਲਾਵਾ ਸਾਨੂੰ ਲੋੜ ਹੈ ਕਿ ਅਸੀਂ ਹੋਰ ਕਿਹੜੇ ਰਸਤੇ ਅਪਣਾਉਂਦੇ ਹਾਂ, ਹੈ ਨਾ। ਚਲੋ ਇੱਕ ਵਾਰ ਕਿਸੇ ਦੇ ਨਾਲ ਹੋਇਆ, 2 ਵਾਰ ਹੋਇਆ, ਤੀਸਰੀ ਵਾਰ ਦੇਖੋ ਕਿ ਕੀ ਉਹ ਕਮਾ ਕੇ ਆ ਰਹੀ ਹੈ,
ਔਰ ਕਿਆ ਕਹਿੰਦੇ ਇਹਦੇ ਕੋਲ ਇਹਦੇ ਹੱਥ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਚੰਗੀ ਜੌਬ ਨਹੀਂ ਹੈ, ਜਾਂ ਇਹ ਵਿਹਲਾ ਬੈਠਾ ਕੰਮ ਨਹੀਂ ਕਰ ਰਿਹਾ, ਜਾਂ ਉਹ ਦੂਜੇ ਪਾਸੇ ਇਸ ਤਰ੍ਹਾਂ ਵਿਹਲੀ ਬੈਠੀ, ਹੋਰ ਕਿਹੜੇ ਕਾਰਨ ਨੇ, ਹੈ ਨਾ। ਅਤੇ ਕਈ ਵਾਰ ਉਹਨਾਂ ਨੂੰ ਮੁੰਡਿਆਂ ਨੂੰ ਵੀ ਔਰ ਕੁੜੀਆਂ ਨੂੰ ਵੀ ਪਤਾ ਹੁੰਦਾ ਵੀ ਕਾਰਨ ਕੀ ਹੈ ਜਿਹਦੇ ਕਾਰਨ ਸਾਡੇ ਘਰ 'ਚ ਇਹ ਚੀਜ਼ ਚੱਲ ਰਹੀ ਹੈ, ਉਹ ਆਪਣੇ ਲੈਵਲ 'ਤੇ ਵੀ ਰੋਕ ਸਕਦੇ ਨੇ। ਪਰ ਅੱਜ ਕੱਲ੍ਹ ਦੀ ਦੁਨੀਆ ਜਿਹੜੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਸੋਚਦੀ ਹੈ ਜੇ ਇਹਨੂੰ ਹੋ ਪਰੇ ਕਰਕੇ ਗੱਲ ਛੱਡਤੀ ਨਾ, ਕੱਲ੍ਹ ਨੂੰ ਠੀਕ ਹੋ ਜੂਗੀ ਆਪਣੇ ਆਪ। ਪਰ ਉਹੀ ਗੱਲ ਹੈ ਨਾ ਕਿ ਤੁਸੀਂ ਕਦੋਂ ਐਕਟ ਕਰਦੇ ਹੋ। ਡੂ ਯੂ ਐਕਟ ਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ, ਹੈ ਨਾ, ਅਤੇ ਕਿ ਤੁਸੀਂ ਲੋਕਲ ਲੈਵਲ 'ਤੇ ਵੀ ਕਰ ਸਕਦੇ ਹੋ। ਜਿਸ ਤਰ੍ਹਾਂ ਹੁਣ ਮਨਦੀਪ ਨੂੰ ਉਹਦੇ ਪੇਰੈਂਟਸ ਨੇ ਕਿਹਾ ਕਿ ਵੀ ਤੂੰ ਛੱਡ ਦੇ ਇਹਨੂੰ। ਹੁਣ ਉਹਨਾਂ ਨੇ ਕਹਿੰਦੇ ਕੋਈ, ਜਿਸ ਤਰ੍ਹਾਂ ਮੈਨੂੰ ਪਤਾ ਚੱਲਿਆ ਨਿਊਜ਼ ਤੋਂ ਹੀ ਆ, ਮੈਨੂੰ ਕੋਈ ਪੱਕਾ ਤਾਂ ਨਹੀਂ ਪਤਾ, ਬਈ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਬਈ ਇਹਦੇ ਅਗੇਂਸਟ ਕੇਸ ਚਲਾਤਾ ਸੀ ਮੁੰਡੇ ਦੇ ਅਗੇਂਸਟ, ਹੈ ਨਾ, ਅਤੇ ਉਹ ਮਨਦੀਪ ਨੇ ਡਰੋਪ ਕਰਵਾਤਾ, ਹੈ ਨਾ। ਇਹ ਬੜੀਆਂ ਕੁੜੀਆਂ ਕਰਦੀਆਂ ਨੇ, ਹੈ ਨਾ, ਮੁੰਡੇ ਵੀ ਇਸ ਤਰੀਕੇ ਨਾਲ ਕਰਦੇ ਵੀ ਸ਼ਾਇਦ ਕੱਲ੍ਹ ਨੂੰ ਠੀਕ ਹੋ ਜਾਵੇ ਗੱਲ। ਪਰ ਇੱਕ ਯਾਦ ਰੱਖਿਓ, ਇਹ ਇੱਕ ਸਾਡੇ ਉੱਥੇ ਅਮਰੀਕਨ ਕਲਚਰ 'ਚ ਚੀਜ਼ ਕਹਿੰਦੇ ਨੇ, ਇਹ ਇਸ ਤਰੀਕੇ ਦਾ ਪਿਆਰ ਹੁੰਦਾ ਜਿਹਦੇ ਵਿੱਚ ਜਿਸ ਤਰ੍ਹਾਂ ਜਿਹੜਾ ਬੰਦਾ ਸ਼ਰਾਬ ਪੀਂਦਾ ਨਾ, ਜਦੋਂ ਉਹਦੇ 'ਚ ਨਸ਼ੇ 'ਚ ਆ ਜਾਂਦਾ ਅਤੇ ਜਨਾਨੀ ਨੂੰ ਕੁੱਟਤਾ ਉਹਨੇ, ਹੈ ਨਾ, ਫਿਰ ਉਹ ਤੋਂ ਬਾਅਦ ਕੀ ਹੁੰਦਾ, 2 ਦਿਨ ਉਹਨੂੰ ਸ਼ਰਮ ਮਹਿਸੂਸ ਹੁੰਦੀ ਹੈ, ਜੋ ਕੁਛ ਇੰਨਾ ਪਿਆਰ ਕਰਦਾ ਉਹਦੇ ਵਾਸਤੇ ਇੰਨੀਆਂ ਚੀਜ਼ਾਂ ਲੈ ਕੇ ਆਉਂਦਾ, ਫਿਰ ਉਹ ਤੋਂ ਬਾਅਦ ਉਹਨੂੰ ਜਦੋਂ ਨਸ਼ਾ ਉਹ ਚੜ੍ਹਦਾ ਫਿਰ ਕੁੱਟਦਾ। ਅਤੇ ਇਹ ਤੁਸੀਂ ਸਰਕਲ, ਵਿਸ਼ਿਅਸ ਸਰਕਲ 'ਚ ਪੈ ਜਾਂਦੇ ਹੋ ਕਿ ਪਰ ਪਿਆਰ ਤਾਂ ਕਰਦੇ, ਹਾਂ, ਅਤੇ ਮੈਨੂੰ ਪਿਆਰ ਤਾਂ ਕਰਦਾ, ਉਹ ਤੋਂ ਬਾਅਦ ਮੇਰੇ ਨਾਲ ਕਿੰਨਾ ਕੁਛ ਕੀਤਾ। ਅਤੇ ਫਿਰ ਜਦੋਂ ਤੁਸੀਂ ਕਦਮ ਉਠਾਉਣ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਸੋਚਦੇ ਹੋ ਮੇਰਾ ਪਿਆਰ ਵੀ ਗਿਆ, ਹੈ ਨਾ। ਅਤੇ ਕੁੜੀਆਂ ਤੁਸੀਂ ਦੇਖਿਓ ਮੁੰਡਿਆਂ ਤੋਂ ਜ਼ਿਆਦਾ ਅਟੈਚ ਹੋ ਜਾਂਦੀਆਂ ਬੰਦਿਆਂ ਨਾਲ, ਹੈ ਨਾ। ਹੋ ਸਕਦਾ ਉਹ ਕੁੜੀ ਬਹੁਤ ਪਿਆਰ ਕਰਦੀ ਹੋਵੇ ਕਿ ਉਹ ਛੱਡਣਾ ਚਾਹੁੰਦੀ ਹੋਈ ਨਹੀਂ ਸੀ ਉਹਨੂੰ, ਹੈ ਨਾ, ਤੁਸੀਂ ਇਹ ਵੀ ਸੋਚੋ। ਪਰ ਫਿਰ ਉਹ ਰਿਐਲਿਟੀ ਚੈੱਕ ਉਹਨੂੰ ਕਿਵੇਂ ਕਰਵਾਇਆ ਜਾਏ, ਹੈ ਨਾ। ਰਿਐਲਿਟੀ ਚੈੱਕ ਵਾਸਤੇ ਤਾਂ ਕਿਸੇ ਨੂੰ ਬੈਠਣਾ ਪਏਗਾ ਨਾ ਉਹਦੇ ਨਾਲ ਗੱਲ, ਕਿਤੇ ਤੂੰ ਕਿਵੇਂ ਸੋਚਦੀ ਹੈ, ਜੇ 8-9 ਸਾਲ 'ਚ ਉਹਨੇ ਨਹੀਂ ਕੀਤਾ ਅਤੇ ਹੁਣ ਹੋ ਜਾਏਗਾ ਉਹਨੂੰ ਤੇਰੇ ਨਾਲ ਉਹ ਨਹੀਂ ਹੈ ਚੀਜ਼, ਹੈ ਨਾ। ਅਤੇ ਆਪਾਂ ਲੈ ਨਹੀਂ ਸਕਦੇ ਇਹ ਚੀਜ਼, ਅਤੇ ਮੇਰੀ ਈਗੋ, ਹੈ ਨਾ, ਮੇਰੇ ਨਾਲ ਪਿਆਰ ਕਿਉਂ ਨਹੀਂ, ਮੈਂ ਦੇਖਣ ਨੂੰ, ਉਹ ਕਿੰਨੀ ਦੇਖਣ ਨੂੰ ਸੋਹਣੀ ਹੈ, ਹੈ ਨਾ। ਅਤੇ ਉਹਦਾ ਕਿਆ ਕਹਿੰਦੇ, ਇਹ ਚੀਜ਼ ਵੀ ਹੋ ਸਕਦੀ ਹੈ। ਹੁਣ ਸਾਨੂੰ ਉਹ ਚੀਜ਼ਾਂ ਦਾ ਕੁਛ ਨਹੀਂ ਪਤਾ, ਪਰ ਆਪਾਂ ਜਸਟ ਸੋਚ ਕੇ ਕਹਿ ਰਹੇ ਹਾਂ ਕਿ ਜਦੋਂ ਪ੍ਰੋਬਲਮ ਆਵੇ, ਇਹ ਚੀਜ਼ਾਂ ਦੀ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਵਿਕਟਮਾਈਜੇਸ਼ਨ ਅਸੀਂ ਆਪਣੇ ਆਪ ਤਾਂ ਨਹੀਂ ਕ੍ਰੀਏਟ ਕੀਤੀ ਹੋਈ ਆ। ਮਾਰ ਖਾਈ ਜਾਣੀ ਹੈ, ਫਿਰ ਪਿਆਰ ਨਾਲ ਭੁੱਲ ਜਾਣਾ, ਫਿਰ ਮਾਰ ਖਾਈ ਜਾਣੀ, ਫਿਰ ਪਿਆਰ ਨਾਲ ਭੁੱਲ ਜਾਣਾ। ਇਹਨੂੰ ਇੱਕ ਕਨਸੈਪਟ ਕਹਿੰਦੇ ਹੁੰਦੇ ਨੇ ਅਮਰੀਕਨ ਕਲਚਰ 'ਚ, ਅਤੇ ਮੈਂ ਉਹ ਭੁੱਲ ਗਈ ਉਹਦਾ ਨਾਂ, ਪਰ ਇਹਦੇ 'ਚੋਂ ਸਾਨੂੰ ਬਾਹਰ ਨਿਕਲਣਾ ਪੈਣਾ। ਮੈਨੂੰ ਲੱਗਦਾ ਰਿਸ਼ਤੇ ਵੀ ਕਈ ਵਾਰੀ ਤੁਹਾਡੀ ਐਡਿਕਸ਼ਨ ਬਣ ਜਾਂਦੇ ਨੇ, ਹੈ ਨਾ, ਕਿ ਤੁਸੀਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਈ ਵਾਰੀ ਮੰਨ ਲਓ ਕਿ ਮੈਨੂੰ ਕਿਸੇ ਹੋਰ ਪਾਸਿਓਂ ਜ਼ਿੰਦਗੀ 'ਚ ਬਹੁਤ ਕੁਝ ਮਿਲ ਰਿਹਾ, ਮੇਰੇ ਬੱਚੇ ਮੈਨੂੰ ਬਹੁਤ ਪਿਆਰ ਕਰ ਰਹੇ ਨੇ, ਮੇਰੇ ਮਾਂ-ਪਿਓ ਮੈਨੂੰ ਬਹੁਤ ਪਿਆਰ ਕਰ ਰਹੇ ਨੇ, ਪਰ ਮੇਰਾ ਫੋਕਸ ਸਿਰਫ ਇੱਕ ਜਗ੍ਹਾ ਟਿਕਿਆ ਹੋਇਆ ਕਿ ਜੇ ਮੇਰਾ ਹਸਬੈਂਡ ਮੈਨੂੰ ਪਿਆਰ ਕਰੂਗਾ ਤਾਂ ਮੇਰੀ ਜ਼ਿੰਦਗੀ ਸੋਹਣੀ ਹੋਊ ਔਰ ਤਾਂ ਮੈਨੂੰ ਸੁਸਾਇਟੀ 'ਚ ਰਿਸਪੈਕਟ ਮਿਲੂਗੀ, ਹੈ ਨਾ। ਜਾਂ ਮੇਲ ਵੀ ਕਈ ਵਾਰੀ ਇਹੀ ਸੋਚ ਲੈਂਦੇ ਆ ਕਿ ਭਾਵੇਂ ਮੈਨੂੰ ਆਲੇ ਦੁਆਲੇ ਦੁਨੀਆ 'ਚ ਹਰ ਜਗ੍ਹਾ ਇੱਜ਼ਤ ਮਿਲ ਰਹੀ ਆ, ਪਰ ਜੇ ਮੇਰੀ ਵਾਈਫ ਨਾਲ ਮੇਰਾ ਰਿਸ਼ਤਾ ਸੋਹਣਾ ਤਾਂ ਹੀ ਮੈਂ ਖੁਸ਼ ਰਹਿ ਸਕਦਾ, ਹੈ ਨਾ। ਅਤੇ ਮੈਨੂੰ ਲੱਗਦਾ ਇਸ ਐਡਿਕਸ਼ਨ ਨੂੰ ਸਮਝਣ ਲਈ ਵੀ ਸਾਨੂੰ ਇੱਕ ਮੇਰੇ ਹਿਸਾਬ ਨਾਲ ਕਾਉਂਸਲਿੰਗ ਜਾਂ ਕੁਛ ਇੱਦਾਂ ਦੀ ਥਿਊਰੀਜ਼ ਪੜ੍ਹਨੀਆਂ ਚਾਹੀਦੀਆਂ ਨੇ ਕਿ ਅਸੀਂ ਦੋਨਾਂ ਚੀਜ਼ਾਂ 'ਚ ਅੰਤਰ ਮਹਿਸੂਸ ਕਰ ਸਕੀਏ ਨਾ। ਅਤੇ ਉੱਥੇ ਕਾਉਂਸਲਿੰਗ ਸਰਵਿਸਿਜ਼ ਬੜੀਆਂ ਨੇ, ਆਪਾਂ ਨੂੰ ਉਹਨਾਂ ਦਾ ਫਾਇਦਾ ਲੈਣਾ ਚਾਹੀਦਾ। ਜੇ ਤੁਸੀਂ ਹੈਲਥ ਇੰਸ਼ੋਰੈਂਸ ਵੀ ਲਿੱਤੀ ਹੋਈ ਹੈ, ਉਹਨਾਂ 'ਚ ਵੀ ਫ੍ਰੀ ਕਾਉਂਸਲਿੰਗ ਹੈ। ਪਰ ਆਪਣਾ ਜਿਹੜਾ ਟੈਬੂ ਬਣ ਗਿਆ ਨਾ, ਜਿਹੜਾ ਵੀ ਇਹ ਤਾਂ ਜੇ ਤੁਸੀਂ ਜਾ ਰਹੇ ਹੋ ਕਾਉਂਸਲਿੰਗ ਵਾਸਤੇ ਕੋਈ ਚੀਜ਼ ਗਲਤ ਹੈ, ਪਰ ਅਸੀਂ ਆਪਣੇ ਘਰ 'ਚ ਇੰਨੀ ਨੋਰਮਲ ਕੀਤੀ ਹੋਈ ਹੈ। ਮੈਂ ਅਤੇ ਬੇਟਾ ਅਤੇ ਬੇਟੀ ਹਾਂ, ਸਾਡੀ ਮਿਸਅੰਡਰਸਟੈਂਡਿੰਗ ਹੁੰਦੀ ਸੀਗੀ ਜਿਹਦੇ 'ਚ ਲੱਗਦਾ ਸੀ ਮੈਂ ਹੀ ਗੱਲ ਠੀਕ ਹੈ, ਉਹ ਕਹਿੰਦਾ ਸੀ ਮੈਂ ਹੀ ਠੀਕ ਹੈ, ਮੈਂ ਹੀ ਠੀਕ ਹੈ। ਅਤੇ ਅਸੀਂ ਇੱਕ ਦੂਜੇ ਨੂੰ ਆਫਰ ਕੀਤੀ ਕਾਉਂਸਲਿੰਗ ਦਾ ਕਿ ਤੂੰ ਕਾਉਂਸਲਰ ਕੋਲ ਜਾ, ਤੂੰ ਕਾਉਂਸਲਰ ਕੋਲ ਜਾ। ਅਤੇ ਮੈਂ ਆਪਣੇ ਆਪ ਬੱਚਿਆਂ ਨੂੰ ਕਿਹਾ ਕਿ ਕਾਉਂਸਲਰ ਕੋਲ ਜਾਓ, ਮੈਂ ਆਪਣੇ ਆਪ ਜਾਵਾਂਗੀ। ਪਰ ਜਦੋਂ ਸਾਨੂੰ ਕਾਉਂਸਲਰ ਸੁਜੈਸਟ ਕਰੂਗਾ ਕਿ ਆਪਾਂ ਤਿੰਨੋਂ ਬੈਠ ਕੇ ਇਕੱਠੇ ਗੱਲ ਕਰੀਏ ਤਾਂ ਗੱਲ ਬੜੀ ਚੰਗੀ ਹੋ ਸਕਦੀ ਹੈ। ਪਰ ਗੱਲ ਕੀ ਹੋਈ ਕਿ ਉਹਨਾਂ ਨੇ ਕਿਸੇ ਨੂੰ ਜਾ ਕੇ ਬਸ ਦੱਸਣੀ ਸੀ ਆਪਣੀ ਗੱਲ, ਅਤੇ ਦੱਸ ਕੇ ਉਹਨਾਂ ਦੀਆਂ ਸੋਲਵ ਹੋ ਗਈਆਂ। ਅਤੇ ਕਦੀ ਇਹ ਵੀ ਨਹੀਂ ਵਾਰੀ ਆਈ ਕਿ ਅਸੀਂ ਆਪਸ 'ਚ ਸਾਡੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਹੁੰਦੀ ਸੀਗੀ ਵੀ ਜਿਹਦੇ 'ਚ ਲੜਾਈ ਝਗੜੇ ਦੀ ਕੋਈ ਗੱਲ ਹੋ ਗਈ। ਪਰ ਸਾਨੂੰ ਦੇਣੀ ਪੈਣੀ ਹੈ ਕਾਉਂਸਲਿੰਗ ਸਰਵਿਸਿਜ਼। ਉਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਤੁਹਾਡਾ ਡਿਵੋਰਸ ਕਰਾ ਦੇਣਾ, ਉਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਤੁਹਾਨੂੰ ਤੁਹਾਡੇ ਅਗੇਂਸਟ ਭੜਕਾ ਦੇਣਾ। ਉਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਉਸ ਬੰਦੇ ਨੂੰ ਵੀ ਦੇਖਣਾ ਹੈ ਵੀ ਇਹਦੀ ਸੋਚ ਕਿੱਥੇ ਤੱਕ ਹੈ, ਇਹਨੂੰ ਰਸਤੇ ਹੀ ਨਹੀਂ ਪਤਾ ਹੋਰ, ਤਾਂ ਉਹਨੂੰ ਰਸਤੇ ਵੀ ਦੱਸਣਗੇ ਉਹ। ਸੋ ਫਿਰ ਅਗੇਨ ਆਪਣਾ ਉਹੀ ਆ ਜਾਂਦਾ ਹੈ ਕਿ ਬਈ ਸਟਿਗਮਾ ਕਿ ਵੀ ਕਾਉਂਸਲਰ ਕੋਲ ਜਾ ਰਿਹਾ। ਅਤੇ ਮੈਂ ਹੁਣ ਜਿੱਥੇ ਵੀ ਜਾਂਦੀ ਹਾਂ ਮੈਨੂੰ ਕੋਈ ਦੱਸਣ ਦੀ ਲੋੜ ਨਹੀਂ ਹੈ ਕਿ ਮੇਰੇ ਬੱਚੇ ਕਾਉਂਸਲਿੰਗ ਵਾਸਤੇ ਗਏ ਨੇ। ਮੈਨੂੰ ਇਹਦੇ 'ਚ ਕੋਈ ਸ਼ਰਮ ਮਹਿਸੂਸ ਦੀ ਗੱਲ ਨਹੀਂ ਹੈ।
ਇਟ ਇਜ਼ ਓਕੇ। ਇੱਕ ਹੋਰ ਬੰਦਾ ਕੋਈ ਸਮਝ ਸਕਦਾ ਉਹਨਾਂ ਨੂੰ, ਮੇਬੀ ਮੈਂ ਉਸ ਇੰਟੈਂਸਿਟੀ ਨਾਲ ਉਸ ਟਾਈਮ 'ਤੇ ਨਹੀਂ ਸਮਝ ਸਕੀ, ਹੈ ਨਾ। ਲੇਟਰ ਔਨ ਉਹ ਦੇਖੋ ਫਿਰ ਬੱਚੇ ਨੇ ਕਿਹਾ ਕਿ ਮੈਂ ਸਾਲ 1.5 ਸਾਲ ਕਰ ਲਈ, ਹੁਣ ਮੈਨੂੰ ਬਿਲਕੁਲ ਠੀਕ ਠਾਕ ਹੈ ਨਾ, ਸਾਰਾ ਕੁਛ ਹੈ। ਅਤੇ ਇਹ ਨਹੀਂ ਹੈ ਕਿ ਸਾਡੇ ਮਾਰ ਮਰਾਈ ਦੇ ਝਗੜੇ ਆਉਂਦੇ ਸੀਗੇ, ਹੈ ਨਾ। ਪਰ ਇਹ ਬਾਹਰ ਤੋਂ ਸਾਰਿਆਂ ਨੂੰ ਸਭ ਕੁਛ ਅੱਛਾ ਲੱਗਦਾ, ਕਹਿੰਦੇ ਨੇ ਅਸਲੀ ਕਹਾਣੀ ਬੰਦ ਦਰਵਾਜ਼ੇ ਦੇ ਅੰਦਰ ਹੈ ਨਾ, ਅੰਦਰ ਕੀ ਚੱਲ ਰਿਹਾ। ਅਤੇ ਉੱਥੇ ਵੀ ਲੋਕ ਕਰਦੇ ਨੇ ਸੁਸਾਈਡ। ਤਾਂ ਤੁਸੀਂ ਕਹੋਗੇ ਹਾਏ ਇਹ ਬੱਚਾ ਤਾਂ ਬੜਾ ਚੰਗਾ ਸੀ, ਇਹ ਕਿਵੇਂ ਕਰ ਗਿਆ, ਇਹ ਤਾਂ ਬਹੁਤ ਹੀ, ਇਹ ਤਾਂ ਪੜ੍ਹਨ ਨੂੰ ਇੰਨਾ ਅੱਛਾ, ਇਹ ਤਾਂ ਫਰੈਂਡਸ ਵੀ ਬਹੁਤ ਅੱਛੇ ਸੀਗੇ, ਪਰ ਸਾਰਿਆਂ ਦੇ ਵਿੱਚੋਂ ਕਰਕੇ ਫਿਰ ਸੁਸਾਈਡ ਕਰ ਲਿਆ। ਇਹਦਾ ਮਤਲਬ ਉਹਨੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ, ਹੈ ਨਾ, ਔਰ ਕਿਸੇ ਨੇ ਉਹਦੀ ਪਹਿਚਾਣ ਹੀ ਨਹੀਂ ਰੱਬ ਮਤਲਬ ਯੰਗ ਬੱਚਿਆਂ ਵਾਸਤੇ ਤਾਂ ਆਪਾਂ ਸੋਚ ਸਕਦੇ ਹਾਂ ਦੇ ਆਰ ਆਲਵੇਜ਼ ਔਨ ਕਿਆ ਕਹਿੰਦੇ ਫੋਨਸ 'ਤੇ ਨੇ ਜਾਂ YouTube 'ਤੇ ਨੇ, ਅਤੇ ਉਹ ਸੋਚਦੇ ਨੇ ਜਿਹਨੇ ਕਿਸੇ ਨੇ ਕੋਈ ਚੀਜ਼ ਪੋਸਟ ਕਰਤੀ ਹੈ ਉਹਦੀ ਬੈਸਟ ਲਾਈਫ ਹੈ। ਇਹ ਸਾਡੀ ਕੁੜੀਆਂ ਅਤੇ ਮੁੰਡਿਆਂ ਨੂੰ ਵੀ ਇਫੈਕਟ ਕਰ ਰਹੀਆਂ ਨੇ। ਸਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਕਿੰਨੀ ਕੁ ਵਾਰ ਅਸੀਂ ਜਿਹੜੀਆਂ ਪੋਸਟ ਦੇਖਦੇ ਹਾਂ ਐਕਚੁਅਲ 'ਚ ਉਹ ਸਾਰਾ ਸਾਲ ਉਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਜੀ ਰਹੇ, ਹੈ ਨਾ। ਇਹ ਵੀ ਇੱਕ ਆਪਾਂ ਨੂੰ ਸੋਚਣਾ ਪੈਣਾ ਕਿ ਉਹ ਵੀ ਇੰਜੋਇਮੈਂਟ ਕਰਨ ਵਾਸਤੇ ਮੇ ਵੀ 2 ਦਿਨ ਜਾਂਦੇ ਨੇ ਜਾਂ 3 ਦਿਨ ਜਾਂਦੇ ਨੇ। ਡੇਲੀ ਦੀ ਜਿਹੜੀ ਵੀ ਪਿਕਚਰ ਪਾ ਰਹੇ ਆ ਦੈਟ ਇਜ਼ ਨਾਟ ਦ ਰੀਅਲ ਪ੍ਰੂਫ ਆਫ ਦੇਅਰ ਹੈਪੀ ਲਾਈਫ, ਹੈ ਨਾ। ਸੋ ਆਪਾਂ ਨੂੰ ਇੱਥੇ ਵੀ ਉਹਨਾਂ ਨੂੰ ਟ੍ਰੇਨ ਕਰਨਾ ਚਾਹੀਦਾ। ਅਤੇ ਬਾਕੀ ਇਹ ਹੈ ਕਿ ਸੰਸਥਾਵਾਂ ਬਹੁਤ ਨੇ ਉੱਥੇ। ਹੁਣ ਸਿੱਖ ਫੈਮਿਲੀ ਸੈਂਟਰ ਜਿਹੜਾ, ਜਿਹਦਾ ਮੈਂ ਇੱਥੇ ਸਾਰਿਆਂ ਵਾਸਤੇ ਸਪੈਸ਼ਲੀ ਅਮਰੀਕਾ 'ਚ ਨੰਬਰ ਛੱਡ ਕੇ ਜਾਣਾ ਚਾਹੁੰਦੀ ਹਾਂ ਕਿ ਉਸ ਨੂੰ ਸੈਂਟਰ ਨੂੰ ਜਦੋਂ ਤੁਸੀਂ ਕਾਲ ਕਰੋਗੇ ਉੱਥੇ ਤੁਹਾਨੂੰ ਹੈਲਪ ਇਸ ਤਰੀਕੇ ਦੀ ਮਿਲੇਗੀ ਕਿ ਤੁਹਾਨੂੰ ਸੋਚ ਦੇ ਨਵੇਂ ਰਸਤੇ ਦੱਸਣਗੇ। ਅਗਰ ਤੁਹਾਡਾ ਰਿਲੇਸ਼ਨਸ਼ਿਪ ਬਹੁਤ ਮਨਦੀਪ ਵਰਗੇ ਜਗ੍ਹਾ ਤੱਕ ਪਹੁੰਚ ਚੁੱਕਿਆ ਤਾਂ ਕਿਸ ਤਰ੍ਹਾਂ ਤੁਹਾਨੂੰ ਉਸ ਦੇ ਵਿੱਚੋਂ ਕੱਢ ਕੇ ਆਰਾਮ ਨਾਲ, ਪਰ ਬਿਨਾਂ ਕਿਸੇ ਸੋਸ਼ਲ ਸਟਿਗਮੇ ਤੋਂ ਬਿਨਾਂ, ਔਰ ਤੁਹਾਡੀ ਆਈਡੈਂਟੀਟੀ ਨੂੰ ਉਹ ਕਾਮਯਾਬ ਰੱਖਣਗੇ। ਕਿਸੇ ਨੂੰ ਨਹੀਂ ਦੱਸਣਗੇ ਕਿ ਤੁਸੀਂ ਇੱਥੇ ਆਏ ਹੋ ਜਾਂ ਇਹਨਾਂ ਦੇ ਨਾਲ ਗੱਲ ਕਰ ਰਹੇ ਹੋ, ਪਰ ਤੁਹਾਨੂੰ ਜੀਣ ਦੇ ਡਿਫਰੈਂਟ ਚੀਜ਼ਾਂ ਦੱਸ ਸਕਦੇ ਨੇ, ਗੱਲਾਂ ਦੱਸ ਸਕਦੇ ਨੇ। ਅਤੇ ਸਾਨੂੰ ਉਹਨਾਂ ਨੰਬਰਸ ਨੂੰ ਕਾਲ ਕਰਨੀ ਚਾਹੀਦੀ ਹੈ, ਪਤਾ ਕਰਨਾ ਚਾਹੀਦਾ ਉਹਨਾਂ ਨਾਲ। ਅਤੇ ਮੈਂ ਕਹਾਂਗੀ ਸਿੱਖ ਫੈਮਿਲੀ ਸੈਂਟਰ ਤਾਂ ਬਹੁਤ ਹੀ ਵੱਡੀ ਚੀਜ਼ ਹੈ। ਇਹਨਾਂ ਦੇ ਐਡਵੋਕੇਟਸ ਟ੍ਰੇਨਿੰਗਸ ਹੈ ਇਹਨਾਂ ਦੀ, ਗੁਰਦੁਆਰਿਆਂ 'ਚ ਹੋਰ ਹੋਣੀ ਚਾਹੀਦੀ ਹੈ ਟ੍ਰੇਨਿੰਗ। ਅਤੇ ਉੱਥੇ ਨੰਬਰ ਪਏ ਹੋਣੇ ਚਾਹੀਦੇ ਨੇ ਹਰ ਗੁਰੂ ਘਰ 'ਚ, ਕਿ ਤਾਂ ਕਿ ਕੋਈ ਵੀ ਬੱਚਾ ਕਿਤੇ ਵੀ, ਲੜਕੀ ਹੋਵੇ ਲੜਕਾ ਹੋਵੇ, ਉਹਨੂੰ ਚੱਕ ਸਕੇ ਅਤੇ ਉਹਨਾਂ ਨਾਲ ਗੱਲ ਕਰ ਸਕੇ, ਆਪਣੇ ਮਨ ਦੀ ਗੱਲ ਕਰ ਸਕੇ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦੀ ਹਾਂ, ਜਿਵੇਂ ਇੱਕ ਫੇਸਬੁੱਕ 'ਤੇ ਭੈਣ ਨੇ ਚਰਨਪ੍ਰੀਤ, ਉਹਨਾਂ ਨੇ ਇੱਕ ਦਿਨ ਲਿਖਿਆ ਹੋਇਆ ਸੀਗਾ ਕਿ ਜਿਵੇਂ ਤੁਸੀਂ ਕਿਹਾ ਕਿ ਆਪਣੀ ਕਮਿਊਨਿਟੀ 'ਚੋਂ 5 'ਚੋਂ 2 ਔਰਤਾਂ ਨੇ ਜਿਹੜੀਆਂ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਨੇ, ਹੈ ਨਾ। ਉਹ ਇਹੋ ਜਿਹੇ ਰਿਸ਼ਤਿਆਂ 'ਚੋਂ ਬਾਹਰ ਨਹੀਂ ਆ ਸਕਦੀਆਂ, ਪਰ ਉਹ ਚੱਲ ਰਹੀਆਂ ਨੇ। ਉਹਨਾਂ ਨੇ ਵੀ ਲਿਖਿਆ ਹੋਇਆ ਸੀਗਾ ਕਿ ਉਹ ਜਿੱਦਾਂ ਤੁਸੀਂ ਕਿਹਾ ਕਿ ਵਲੰਟੀਅਰ ਵਰਕ ਕਰਦੇ ਸੀਗੇ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ 80% ਆਪਣੀ ਕਮਿਊਨਿਟੀ ਦੇ ਕੇਸ ਸੀਗੇ, ਹੈ ਨਾ, ਪੰਜਾਬੀ ਕਮਿਊਨਿਟੀ। ਅਤੇ ਕਾਰਨ ਕਿਤੇ ਨਾ ਕਿਤੇ ਮਤਲਬ ਹਰ ਬੰਦਾ ਇਹੀ ਮੈਂਸ਼ਨ ਕਰਦਾ ਹੁੰਦਾ ਕਿ ਬਹੁਤ ਜ਼ਿਆਦਾ ਕੇਸਿਸ ਦੇ ਵਿੱਚ ਅਬਿਊਜ਼ ਦਾ ਕਾਰਨ ਐਕਸਟਰਾ ਮੈਰੀਟਲ ਅਫੇਅਰਸ ਹੁੰਦੇ ਨੇ, ਹੈ ਨਾ, ਮੁੰਡੇ ਦੇ ਬਾਹਰ। ਅਤੇ ਉਹਦਾ ਕਾਰਨ ਕਿਤੇ ਨਾ ਕਿਤੇ ਇਹ ਹੁੰਦਾ ਕਿ ਜਦੋਂ ਤੁਸੀਂ ਵਿਆਹ ਦੇ ਯੋਗ ਹੁੰਦੇ ਹੋ ਉੱਧਰਲੇ ਮੁੰਡੇ, ਤਾਂ ਮਾਂ ਪਿਓ ਨੂੰ ਹਮੇਸ਼ਾ ਲੱਗਦਾ ਕਿ ਇੰਡੀਆ ਤੋਂ ਅਸੀਂ ਕੁੜੀ ਲੈ ਕੇ ਆਈਏ, ਪੰਜਾਬ ਤੋਂ ਕੁੜੀ ਲੈ ਕੇ ਆਈਏ, ਹੈ ਨਾ, ਜਿਹੜੀ ਕਿ ਫਿਰ ਉਹਨਾਂ ਨਾਲ ਪੈਰ ਨਾਲ ਪੈਰ ਮਿਲਾ ਕੇ ਚੱਲ ਨਹੀਂ ਸਕਦੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਲੱਗ ਮਾਹੌਲ 'ਚ ਬੜੀ ਆ, ਇਹ ਉਨੀ ਖੁੱਲ੍ਹੀ ਨਹੀਂ ਹੈਗੀ ਮਿਜ਼ਾਜ ਦੀ, ਉਨੀ ਫੈਸ਼ਨੇਬਲ ਨਹੀਂ ਹੈ, ਜਾਂ ਜਿੱਦਾਂ ਦੀਆਂ ਫੀਲਿੰਗਸ ਉਹ ਚਾਹੁੰਦੇ ਨੇ ਕਿ ਉਹ ਐਕਸਪ੍ਰੈਸ ਕਰੇ, ਕੁੜੀਆਂ ਉਨੀਆਂ ਐਡਵਾਂਸ ਨਹੀਂ ਹੁੰਦੀਆਂ। ਤਾਂ ਇਹਦੇ ਕਾਰਨ ਐਕਸਟਰਾ ਮੈਰੀਟਲ ਅਫੇਅਰ ਹੁੰਦੇ। ਤੁਹਾਨੂੰ ਵੀ ਲੱਗਦਾ ਕਿ ਅਬਿਊਜ਼ ਦਾ ਕਾਰਨ ਕਿਤੇ ਨਾ ਕਿਤੇ ਇਹ ਆ, ਅਤੇ ਫੋਰਸਫੁਲੀ ਬਿਲਕੁਲ ਅਲੱਗ ਮਾਹੌਲ ਦੇ ਬੱਚੇ ਨਾਲ ਆਪਣੇ ਬੱਚੇ ਨੂੰ ਵਿਆਹ ਦੇਣਾ, ਜਿਵੇਂ ਤੁਸੀਂ ਕਿਹਾ ਕਿ ਕੁੜੀ ਅਮੈਰੀਕਨ ਸੀ ਅਤੇ ਮੁੰਡਾ ਇੰਡੀਆ ਦਾ, ਹੈ ਨਾ, ਵੀ ਇਹ ਚੀਜ਼ ਵੀ ਇੱਕ ਬਹੁਤ ਵੱਡਾ ਗੈਪ ਕ੍ਰੀਏਟ ਕਰਦੀ ਆ। ਇਹ ਤੁਸੀਂ ਬਹੁਤ ਵੱਡੀ ਅੱਛੀ ਗੱਲ ਕੀਤੀ ਹੈ। ਬਟ ਇਸ ਕੇਸ 'ਚ ਮੁੰਡੇ ਦੇ ਉੱਤੇ ਬਹੁਤ ਅਬਿਊਜ਼ ਹੋਈ, ਜਿਹੜੀ ਕੁੜੀ ਇੱਥੋਂ ਗਈ। ਮੈਂ ਉਸ ਤਰ੍ਹਾਂ ਦੀ ਫੈਮਿਲੀ ਨੂੰ ਬਹੁਤ ਕਲੋਜ਼ ਤੋਂ ਜਾਣਦੀ ਹਾਂ ਕਿ ਉਹ ਵਿਚਾਰੇ ਨੇ ਜਿਹੜਾ ਆਪਣੇ ਵਿਆਹ ਤੋਂ ਪਹਿਲਾਂ ਕਹਿੰਦੇ ਹੁੰਦੇ ਆ ਗਲਾਸ ਵੀ ਨਹੀਂ ਚੱਕ ਕੇ ਰੱਖਦਾ ਸੀਗਾ, ਉਹ ਸਾਰੇ ਉਹਦੇ ਕੰਮ ਕਰ ਰਿਹਾ, ਪਰ ਉਹ ਫਿਰ ਵੀ ਖੁਸ਼ ਨਹੀਂ। ਔਰ ਫਿਰ ਵੀ ਉਹਨੇ ਕਿਆ ਕਹਿੰਦੇ ਉਹਨਾਂ ਦੀ ਆਪਸ 'ਚ ਜੋ ਵੀ ਕੁਛ ਹੋਈ, ਡੈਫੀਨੇਟਲੀ ਸੈਪਰੇਸ਼ਨ ਹੋਈ ਹੈ ਉਹਨਾਂ ਦੀ। ਸੋ ਇਹ ਡੈਫੀਨੇਟਲੀ ਸਾਨੂੰ ਧਿਆਨ ਦੇਣਾ ਪੈਣਾ ਪੇਰੈਂਟਸ ਨੂੰ। ਅਗਰ ਬੱਚਾ ਜਿੱਥੇ ਚਾਹੁੰਦਾ ਉੱਥੇ ਜ਼ਰੂਰ ਕਰੋ, ਹੈ ਨਾ। ਹੁਣ ਟਾਈਮ ਆ ਚੁੱਕਿਆ,
ਤੁਸੀਂ ਅਗਰ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਾਡੀ ਸੁਸਾਇਟੀ 'ਚ ਹੀ ਕਰੇ ਇਸ ਤਰੀਕੇ ਨਾਲ, ਤੇ ਉਹ ਟਾਈਮ ਹੈ ਤੁਹਾਡਾ ਜਦੋਂ ਬਚਪਨ 'ਚ ਵੱਡਾ ਹੋ ਰਿਹਾ, ਉਹਦੇ ਨਾਲ ਗੱਲਬਾਤ ਕਰੋ, ਉਹਦੇ ਨਾਲ ਚਾਹੇ ਉਹ ਸੁਣ ਵੀ ਰਿਹਾ, ਚਾਹੇ ਉਹ ਵਿਆਹ ਦੀ ਏਜ 'ਚ ਹੈਗਾ ਨਹੀਂ ਆ, ਇਹਦੇ ਕੀ ਫਾਇਦੇ ਨੇ, ਇਹਦੇ ਕੀ ਨਹੀਂ ਫਾਇਦੇ, ਕਿਉਂਕਿ ਬੱਚੇ ਸੁਣ ਰਹੇ ਹੁੰਦੇ ਨੇ। ਆਪਾਂ ਨੂੰ ਲੱਗਦਾ ਕਿ ਨਹੀਂ ਇਹਨਾਂ ਨੂੰ ਹਾਲੇ ਕੀ ਪਤਾ, ਇਹਨਾਂ ਦਾ ਕਿਹੜਾ ਵਿਆਹ ਦਾ ਟਾਈਮ ਹੈ, ਉਸ ਟਾਈਮ 'ਤੇ ਗੱਲਾਂ ਕਰੀਏ। ਯੈਸ, ਸਾਨੂੰ ਜ਼ਬਰਦਸਤੀ ਕਿਤੇ ਵੀ ਵਿਆਹ ਨਹੀਂ ਕਰਨਾ ਚਾਹੀਦਾ, ਪਰ ਦੈਨ ਐਟ ਦ ਸੇਮ ਟਾਈਮ ਕਿਆ ਕਹਿੰਦੇ, ਜੇ ਕੁੜੀਆਂ ਵੀ ਉੱਥੇ ਜਾਂਦੀਆਂ ਨੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਉਹਨਾਂ ਨੂੰ ਵੀ ਆਪਣੇ ਗੁਲਾਮ ਬਣਾ ਕੇ ਨਹੀਂ ਰੱਖ ਸਕਦੀਆਂ, ਹੈ ਨਾ, ਮੁੰਡਿਆਂ ਨੂੰ, ਹੈ ਨਾ। ਜੇ ਉਹ ਹੁਣ ਕਲੱਬ 'ਚ ਜਾਣ ਦੇ ਯੂਜ਼ ਟੂ ਨੇ, ਉਹਨਾਂ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਜਾਣਾ, ਜਾਂ ਤਾਂ ਉਹ ਕਹਿੰਦੇ ਨੇ, ਆਫਰ ਕਰਦੇ ਨੇ ਵੀ ਤੂੰ ਵੀ ਆ ਜਾ ਮੇਰੇ ਨਾਲ, ਉਹਨਾਂ ਦੇ ਪੇਰੈਂਟਸ ਵੀ ਓਪਨ ਨੇ ਵੀ ਤੂੰ ਵੀ ਚਲੀ ਜਾ, ਪਰ ਉਹਦਾ ਜੇ ਇਹਦੇ 'ਤੇ ਬਿਗ ਉਹ ਹੈ ਕਿ ਵੀ ਮੈਂ ਨਹੀਂ ਜਾਣਾ ਪਰ ਮੈਂ ਜਾਣ ਵੀ ਨਹੀਂ ਦੇਣਾ, ਫਿਰ ਉੱਥੇ ਵੀ ਸੋਚਣ ਦੀ ਗੱਲ ਹੈ ਨਾ ਵੀ ਕੀ ਹੋਏਗਾ, ਉਹਦਾ ਐਂਡ ਰਿਜ਼ਲਟ ਕੀ ਹੋਏਗਾ, ਹੈ ਨਾ। ਸੋ ਯੈਸ, ਕਾਰਨ ਕੁਝ ਵੀ ਹੋ ਸਕਦੇ ਨੇ। ਐਕਸਟਰਾ ਮੈਰਿਟਲ ਅਫੇਅਰ ਦੇ ਕਾਰਨ ਕਹਿੰਦੇ ਹੁੰਦੇ ਨੇ, ਇਹ ਨਹੀਂ ਅਸੀਂ ਕਹਿ ਸਕਦੇ ਕਿ ਇਸ ਬੰਦੇ ਦੀ ਗਲਤੀ ਨਾਲ ਸੀ ਜਾਂ ਉਸ ਦੀ ਗਲਤੀ ਨਾਲ ਸੀ, ਇਹ ਕਿਸੇ ਵੀ ਕਾਰਨ ਹੋ ਸਕਦੇ ਨੇ, ਪਰ ਸਾਨੂੰ ਇਹ ਦੇਖਣਾ ਹੋਏਗਾ ਕਿ ਜੇ ਮੈਂ ਦੂਜੀ ਔਰਤ ਹਾਂ ਤਾਂ ਮੈਂ ਪਹਿਲੀ ਵਾਲੀ ਨੂੰ, ਮੈਂ ਉਸ ਦੇ ਸ਼ੂਜ਼ 'ਚ ਹੁੰਦੀ ਤਾਂ ਕੀ ਕਰਦੀ, ਹੈ ਨਾ। ਜੇ ਸਾਨੂੰ ਹਰ ਪਹਿਲੂ 'ਤੇ ਨਜ਼ਰ ਮਾਰਨੀ ਪੈਣੀ ਆ, ਆਪਾਂ ਇਹ ਨਹੀਂ ਕਹਿ ਸਕਦੇ ਇਹ ਗਲਤ ਹੈ ਅਤੇ ਇਹੀ ਠੀਕ ਹੈ ਨਾ। ਜਾਂ ਇਹ ਵੀ ਤਾਂ ਹੋ ਸਕਦਾ ਵੀ ਉਹਦੇ ਵਿਆਹ ਕਰਨ ਤੋਂ ਪਹਿਲਾਂ ਉਹਦੇ ਨਾਲ, ਉਹ ਮੁੰਡੇ ਦੇ ਰਿਸ਼ਤੇ, ਉਹ ਚਾਹੁੰਦਾ ਸੀਗਾ ਮੇਰਾ ਇਹਦੇ ਨਾਲ ਵਿਆਹ ਹੋਵੇ, ਤਾਂ ਉੱਥੇ ਪੇਰੈਂਟਸ ਨੂੰ ਸਟਾਪ ਕਰਨਾ ਚਾਹੀਦਾ ਕਿ ਬਈ ਤੁਸੀਂ ਕਿਉਂ ਜ਼ਬਰਦਸਤੀ ਲੈ ਕੇ ਗਏ, ਹੈ ਨਾ। ਐਜੂਕੇਸ਼ਨ ਹਰ ਕਿਸੇ ਨੂੰ ਲੋੜ ਹੈ, ਪਰ ਉੱਥੇ ਮੈਂ ਮੁੰਡੇ ਦਾ ਵੀ ਕਹਿੰਦੀ ਹਾਂ ਵੀ ਤੈਨੂੰ ਫੜ ਕੇ ਅਟੈਚੀ 'ਚ ਤਾਂ ਨਹੀਂ ਲੈ ਕੇ ਗਏ ਸੀਗੇ, ਤੂੰ ਉੱਥੇ ਜਾ ਕੇ ਵੀ ਨਾ ਕਰ ਦਿੰਦਾ। ਸੋ ਤੁਸੀਂ ਜੋ ਐਕਸ਼ਨ ਹੈ ਨਾ, ਰੈਦਰ ਦੈਨ ਸੇਇੰਗ ਕਿ ਪੇਰੈਂਟ ਕਰਕੇ ਹੋਇਆ, ਮੁੰਡੇ ਕਰਕੇ ਹੋਇਆ, ਕੁੜੀ ਕਰਕੇ ਹੋਇਆ, ਜਿਹਦੇ ਉੱਤੇ ਹੋ ਰਿਹਾ ਉਹ ਰਿਸਪੋਂਸੀਬਿਲਟੀ ਲਵੇ। ਮੈਂ ਕੀ ਕਰ ਸਕਦਾ ਸੀਗਾ, ਮੈਂ ਉੱਥੇ ਹਾਂ ਕਰ ਸਕਦਾ ਸੀ, ਨਾ ਕਰ ਸਕਦਾ ਸੀ, ਮੈਨੂੰ ਜੇ ਮੇਰੇ ਬਾਹਰ ਵੀ ਇਸ ਤਰ੍ਹਾਂ ਦਾ ਅਫੇਅਰ ਹੈ, ਮੈਨੂੰ ਕਿਸ ਚੀਜ਼ ਦੀ ਭੁੱਖ ਹੈ ਨਾ। ਇਜ਼ ਦੈਟ ਜਸਟ ਦ ਕਲਚਰ ਹੈ, ਅਮਰੀਕਨ ਕਲਚਰ ਵੀ ਉਹ ਕਿਸੇ ਦੇ ਨਾਲ ਵੀ ਐਂ ਘੁੰਮਣਾ ਸ਼ੁਰੂ ਹੋ ਜਾਂਦੇ ਨੇ, ਨਾਨ ਸੀਰੀਅਸ ਟਾਈਪ ਦੀਆਂ ਚੀਜ਼ਾਂ ਨੇ ਇਸ ਤਰੀਕੇ ਦੀ, ਉਹਦੇ 'ਤੇ ਵੀ ਵਿਚਾਰ ਕਰਨੀ ਪਏਗੀ, ਉਹਦੇ 'ਤੇ ਵੀ ਕਾਉਂਸਲਿੰਗ ਕਰਨੀ ਪਏਗੀ ਕਿ ਮੈਂ ਐਂ ਕਿਉਂ ਕਰ ਰਿਹਾ, ਹੈ ਨਾ। ਕਿਸੇ ਨਾ ਕਿਸੇ ਨੂੰ ਕਿਆ ਕਹਿੰਦੇ ਆਪਣੇ, ਔਰ ਅੱਛਾ ਤੁਸੀਂ ਇੱਕ ਯਾਦ ਰੱਖਿਓ ਕਿ ਜਿਹੜਾ ਜ਼ਮਾਨਾ ਅੱਜ ਕੱਲ੍ਹ ਆ ਗਿਆ ਨਾ, ਇਹ ਹੈਗਾ ਬਹੁਤ ਹੀ ਕੰਪਿਊਟਰ ਔਰ ਮੀਡੀਏ ਦਾ। ਅਸੀਂ ਆਪਣੇ ਮਨ ਦੇ ਨਾਲ ਗੱਲਬਾਤ ਕਿੰਨੀ ਕੁ ਵਾਰ ਕਰਦੇ ਹਾਂ, ਕਦੋਂ ਇਕੱਲੇ ਹੁੰਦੇ ਹਾਂ, ਪਰ ਜਦੋਂ ਮਨ ਦੇ ਨਾਲ ਗੱਲ ਕਰੋਗੇ ਨਾ ਤਾਂ ਉਹ ਜਵਾਬ ਦਿੰਦਾ ਅੰਦਰੋਂ, ਹੈ ਨਾ, ਉਹ ਹਮੇਸ਼ਾ ਠੀਕ ਹੁੰਦਾ। ਗੱਟ ਫੀਲਿੰਗ ਜਿਹਨੂੰ ਆਪਾਂ ਕਹਿੰਦੇ ਹਾਂ, ਹੁਣ ਹੈ ਬੱਚਿਆਂ ਕੋਲ ਟਾਈਮ ਇਸ ਚੀਜ਼ ਦਾ, ਜਿਹੜੀ ਯੰਗ ਜਨਰੇਸ਼ਨ ਹੈ, ਕਿ ਗੱਟ ਫੀਲਿੰਗ ਨੂੰ ਸੁਣ ਸਕਣ। ਤੁਸੀਂ ਇੱਕ ਬੜੀ ਖੂਬਸੂਰਤ ਗੱਲ ਕਹੀ ਸੀ ਜਦੋਂ ਆਪਾਂ ਸ਼ੁਰੂ 'ਚ ਗੱਲਾਂ ਕਰ ਰਹੇ ਸੀ ਕਿ ਜਦੋਂ ਬੱਚਾ 4-5 ਸਾਲ ਦਾ ਹੁੰਦਾ ਹੈ ਨਾ, ਸਕੂਲ ਜਾਂਦਾ, ਆਪਾਂ ਉਹਨੂੰ ਆਏ ਨੂੰ, ਮਤਲਬ ਅਜੇ ਉਹ ਤੋਤਲੀ ਆਵਾਜ਼ 'ਚ ਹੀ ਤੁਹਾਨੂੰ ਦੱਸ ਰਿਹਾ ਹੁੰਦਾ, ਪਰ ਆਪਾਂ ਉਹਨੂੰ ਆਏ ਨੂੰ ਸਾਰਾ ਦਿਨ ਪੁੱਛਦੇ ਹਾਂ ਕਿਹੜੀ ਟੀਚਰ ਨੇ ਕੀ ਪੜ੍ਹਾਇਆ, ਕਿਹੜੇ ਦੋਸਤ ਨੂੰ ਤੂੰ ਕਿਵੇਂ ਮਿਲਿਆ, ਹੈ ਨਾ। ਅਤੇ ਜਦੋਂ ਉਹਦੀ ਦੱਸਣ ਦੀ ਉਮਰ ਹੁੰਦੀ ਆ, ਜਦੋਂ ਉਸ ਉਮਰ 'ਚੋਂ ਵੱਧ ਰਿਹਾ ਹੁੰਦਾ, ਜਿੱਥੇ ਉਹਨੂੰ ਉਲਝਣਾਂ ਵੀ ਹੁੰਦੀਆਂ ਨੇ, ਬਾਹਰ ਮਿਲਣ ਵਾਲੇ ਲੋਕਾਂ ਲਈ ਵੀ ਉਹਦੇ ਮਨਾਂ 'ਚ ਕਨਫਿਊਜ਼ਨਸ ਹੁੰਦੀਆਂ ਨੇ, ਉਹਦੇ ਆਪਣੇ ਹਾਰਮੋਨ ਚੇਂਜ ਹੋ ਰਹੇ ਹੁੰਦੇ ਨੇ, ਉਸ ਚੀਜ਼ ਲਈ ਵੀ ਉਹ ਮਤਲਬ ਦਚਿੱਤੀ 'ਚ ਹੁੰਦਾ ਨਾ, ਚਾਹੇ ਉਹ ਮੇਲ ਆ ਚਾਹੇ ਫੀਮੇਲ ਚਾਈਲਡ ਆ ਜਿਹੜਾ, ਉਸ ਟਾਈਮ ਆਪਾਂ ਉਹਨੂੰ ਸੁਣਨਾ ਬੰਦ ਕਰ ਦਿੰਦੇ ਹਾਂ, ਹੈ ਨਾ। ਅਤੇ ਮੈਨੂੰ ਇਹ ਚੀਜ਼ ਬਹੁਤ ਸੋਹਣੀ ਲੱਗੀ ਸੀ ਤੁਹਾਡੀ, ਕਿ ਪਹਿਲੀ ਵਾਰ ਇਸ ਚੀਜ਼ ਤੋਂ ਮੈਂ ਵੀ ਸੋਚਿਆ। ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ, ਸਾਨੂੰ, ਚਾਹੇ ਉਹ ਕੁੜੀ ਆ ਚਾਹੇ ਉਹ ਮੁੰਡਾ, ਉਹਨੂੰ ਵੱਡਾ ਕਿਵੇਂ ਕਰਨਾ ਚਾਹੀਦਾ ਕਿ ਉਹ ਮੈਂਟਲੀ, ਆਪਾਂ ਫਿਜ਼ੀਕਲੀ ਤਾਂ ਉਹਦੇ ਸੱਟ ਵੀ ਲੱਗਦੀ, ਆਪਾਂ ਜਦ ਡਾਕਟਰ ਕੋਲ ਲੈ ਕੇ ਜਾਂਦੇ ਹਾਂ ਨਾ, ਮੈਂਟਲੀ ਬੱਚਾ ਜਿਹੜਾ ਇੱਕ ਹੈਲਦੀ ਲਾਈਫ 'ਚ ਆਵੇ। ਅਤੇ ਮੈਂਟਲੀ ਤਾਂ ਮੇਰਾ ਉਹੀ, ਜਿਸ ਤਰ੍ਹਾਂ ਆਪਾਂ ਨੇ ਗੱਲ ਕੀਤੀ ਸੀ ਕਿ ਜਦੋਂ ਉਹ ਬੱਚਾ ਪਹਿਲਾਂ ਤਾਂ ਤੁਹਾਡੇ ਕੋਲ ਆਉਂਦਾ, ਤੋਤਲੀ ਆਵਾਜ਼ ਤੋਂ ਬਾਅਦ ਗੱਲਾਂ ਕਰਨਾ ਚਾਹੁੰਦਾ, ਟਾਈਮ ਉਦੋਂ ਵੀ ਕੱਢੋ, ਔਰ ਉਹ ਜੋ ਵੀ ਕਹਿ ਰਿਹਾ ਉਹਨੂੰ ਬੜੇ ਧਿਆਨ ਨਾਲ ਸੁਣੋ, ਅਤੇ ਉਹਨੂੰ ਇਹ ਨਾ ਮਹਿਸੂਸ ਹੋਵੇ ਕਿ ਮੈਨੂੰ ਪਹਿਲਾਂ ਜ਼ਿਆਦਾ ਪਿਆਰ ਕਰਦੇ ਸੀ, ਹੁਣ ਇਹਨਾਂ ਕੋਲ ਟਾਈਮ ਨਹੀਂ ਹੈ ਪਿਆਰ ਦਾ। ਕਿਉਂਕਿ ਸਭ ਤੋਂ ਵੱਡੀ ਗੱਲ, ਜੇ ਉਹ ਪੀਅਰ ਪ੍ਰੈਸ਼ਰ ਜਾਂ ਆਪਣੇ ਕਲਾਸ ਫੈਲੋਜ਼ ਜਾਂ ਆਪੋਜ਼ਿਟ ਕਿਸੇ ਵੀ ਸੈਕਸ ਦੇ ਨਾਲ ਜ਼ਿਆਦਾ ਉਹਦੀ ਇੰਟਰੈਕਸ਼ਨ ਹੋਣੀ ਸ਼ੁਰੂ ਹੋ ਰਹੀ ਹੈ, ਉਹ ਕਿਉਂ ਹੁੰਦੀ ਹੈ? ਕਿਉਂਕਿ ਉਹਨੂੰ ਲੱਗਦਾ ਮੈਨੂੰ ਘਰ ਪਿਆਰ ਨਹੀਂ ਮਿਲ ਰਿਹਾ, ਘਰੇ ਮੈਨੂੰ ਸੁਣਿਆ ਨਹੀਂ ਕਿਸੇ ਨੇ, ਠੀਕ ਹੈ ਨਾ। ਸੁਣੋ, ਅੱਛਾ ਸੁਣਨ ਤੋਂ ਬਾਅਦ ਜੱਜਮੈਂਟ ਪਾਸ ਨਾ ਕਰੋ ਇੱਕਦਮ, ਹੈ ਨਾ। ਅਗਰ ਉਹ ਬੱਚਾ ਲੈ ਕੇ ਆਇਆ ਮੇਰੀ ਸਹੇਲੀ ਜਾਂ ਮੇਰੇ ਦੋਸਤ ਨਾਲ ਇਸ ਤਰ੍ਹਾਂ ਮੰਮੀ ਬਾਹਰ ਹੋਇਆ, ਫਿਰ ਉਹਨੇ ਐਂ ਕੀਤਾ, ਫਿਰ ਉਹਨੇ ਐਂ ਕੀਤਾ, ਫਿਰ ਉਹ ਸਟਾਪ ਕਰਦਾ ਗੱਲ ਤੋਂ ਬਾਅਦ ਨਾ, ਉਹ ਦੇਖਣਾ ਚਾਹੁੰਦਾ ਵੀ ਤੁਹਾਡਾ ਰਿਐਕਸ਼ਨ ਕੀ ਹੈ। ਇਮੀਡੀਏਟਲੀ, ਚਾਹੇ ਤੁਹਾਨੂੰ ਪਤਾ ਹੈ ਵੀ ਮੈਂ ਇਸ 'ਚ ਐਗਰੀ ਕਰਦੀ ਹਾਂ ਚਾਹੇ ਨਹੀਂ ਕਰਦੀ ਹਾਂ, ਤੁਸੀਂ ਬਿਲਕੁਲ ਆਪਣੀ ਹਾਮੀ ਅਤੇ ਨਾ ਨਹੀਂ ਕਹਿਣੀ ਹੈ ਉੱਥੇ,
ਮੈਂ ਇਹ ਆਪਣੀ ਜ਼ਿੰਦਗੀ 'ਚ ਲਰਨ ਕੀਤਾ ਕਿ ਉੱਥੇ ਤੁਸੀਂ ਸਿਰਫ ਕਹੋ ਕਿ ਤੂੰ ਕੀ ਸੋਚਦਾ ਹੈ ਨਾ, ਕਿਉਂਕਿ ਉਹ ਆਪਣੀ ਹੀ ਗੱਲ ਕਰ ਰਿਹਾ ਉਸ ਟਾਈਮ 'ਤੇ, ਸਾਨੂੰ ਲੱਗਦਾ ਕਿਸੇ ਹੋਰ ਦਾ ਨਾਮ ਲੈ ਕੇ ਕਰ ਰਿਹਾ। ਪਰ ਜੇ ਅਸੀਂ ਉਹਨਾਂ ਨੂੰ ਇਹ ਆਪਰਚੁਨਿਟੀ ਦਿੱਤੀ ਕਿ ਅਸੀਂ ਕਿਹਾ ਵੀ ਤੂੰ ਕੀ ਸੋਚਦਾ, ਫਿਰ ਉਹ ਆਪਣੀ ਸੋਚ 'ਚ ਕੁਝ ਕਹਿੰਦਾ ਜਿਹੜਾ ਕਿ ਤੁਹਾਡੇ ਓਪੀਨੀਅਨ ਵਾਸਤੇ ਕੰਪਲੀਟਲੀ ਗਲਤ ਹੋ ਸਕਦਾ। ਫਿਰ ਵੀ ਤੁਸੀਂ ਉਹਨੂੰ ਕਹਿਣਾ ਓ ਅੱਛਾ, ਤੇ ਫਿਰ ਤੂੰ ਕਿਸ ਤਰ੍ਹਾਂ ਸੋਚਦਾ ਵੀ ਇਹ ਕਿਵੇਂ ਗੱਲ ਸੋਲਵ ਹੋ ਸਕਦੀ ਹੈ, ਕਿਉਂਕਿ ਅਸੀਂ ਉਹਨੂੰ ਐਕਸਪਲੋਰ ਕਰਨਾ। ਅਸੀਂ ਸਾਡੇ ਤਾਂ ਡਿਸੀਜ਼ਨ ਬਣ ਚੁੱਕੇ ਨੇ। ਫਿਰ ਉਹ ਤੋਂ ਬਾਅਦ ਤੁਸੀਂ ਦੇਖਿਓ ਵੀ ਉਹ ਬੱਚਾ ਬਾਰ-ਬਾਰ ਆਏਗਾ ਕਿ ਮਮ ਨੇ ਮੈਨੂੰ ਪਾਵਰ ਦਿੱਤੀ ਸੀਗੀ ਵੀ ਮੇਰਾ ਡਿਸੀਜ਼ਨ ਇਹਦੇ 'ਚ ਕੀ ਹੋਊਗਾ। ਫਿਰ ਉਹ ਗੱਲ ਛੁਪਾਏਗਾ ਨਹੀਂ, ਹੈ ਨਾ। ਜਿੱਥੇ ਜਦੋਂ ਅਸੀਂ ਇੱਕੋ ਦਮ ਆ ਕੇ ਕਹਿ ਦਿੰਦੇ ਅੱਛਾ ਗੋਰੀਆਂ ਦੇ ਨਾਲ ਗੱਲ ਨਹੀਂ ਕਰਨੀ ਆ, ਕੋਈ ਫਰੈਂਡ ਨਾ ਤੇਰੀ ਬਣੇ, ਇਹ ਨਾ ਹੋਵੇ, ਅੱਛਾ ਤੈਨੂੰ ਕਿਆ ਕਹਿੰਦੇ, ਤੇ ਉਹ ਕਹਿੰਦਾ ਵੀ ਮੇਰੇ ਤਾਂ ਮਾਂ ਨੇ ਜੇ ਮੈਂ ਘਰ ਜਾ ਕੇ ਦੱਸਤਾ ਉਹਨੂੰ ਤਾਂ ਗੁੱਸੇ ਹੋ ਜਾਣਾ, ਹੈ ਨਾ। ਹੁਣ ਮੇਰੇ ਬੇਟੇ ਦੀ ਗੱਲ ਸੀਗੀ ਤੇ ਉਹਨੇ ਛੋਟੇ ਹੁੰਦੇ ਹੀ ਤਾਂ ਉੱਥੇ ਮਿਡਲ ਸਕੂਲ 'ਚ ਚਿੱਠੀਆਂ ਲਿਖਣ ਲੱਗ ਜਾਂਦੇ, ਤੇ ਉਹਨੂੰ ਪਤਾ ਸੀਗਾ। ਮੈਂ ਕਿ ਉਹ ਮੈਨੂੰ ਆ ਕੇ ਪੁੱਛਦਾ ਕਿਉਂ ਨਹੀਂ ਗਰਲਫ੍ਰੈਂਡ ਬਣਾ ਸਕਦੇ, ਤੇ ਮੈਂ ਕਿਹਾ ਬੇਟੇ ਅਸੀਂ ਗਰਲਫ੍ਰੈਂਡ ਉਦੋਂ ਬਣਾਉਂਦੇ ਹਾਂ ਜਦੋਂ ਸਾਡਾ ਦਿਮਾਗ ਸੋਚ ਸਕਦਾ ਵੀ ਇਹਦਾ ਮਤਲਬ ਕੀ ਹੈ। ਜਦੋਂ ਅਸੀਂ ਪੜ੍ਹ ਲਿਖ ਜਾਂਦੇ ਹਾਂ ਉਦੋਂ ਸੋਚ ਸਕਦੇ ਹਾਂ ਵੀ ਜਦੋਂ ਇੱਕ ਨੂੰ ਕਿਸੇ ਨੂੰ ਗਰਲਫ੍ਰੈਂਡ ਦਾ ਨਾਮ ਦੇਤਾ ਨਾ, ਫਿਰ ਉਹਦੇ ਨਾਲ ਵਿਆਹ ਕਰਾਈਦਾ, ਹੈ ਨਾ। ਇਹ ਮੇਰੀ ਕਲਚਰ ਕਹਿੰਦੀ ਹੈ, ਮੈਨੂੰ ਇੰਨੀ ਕੀ ਸਮਝ ਹੈ ਨਾ। ਤੇ ਮੈਨੂੰ ਬੜੀ ਹੈਰਾਨਗੀ ਹੱਸਣ ਵਾਲੀ ਗੱਲ ਲੱਗਦੀ ਸੀ ਕਿ ਉਹ ਜਾ ਕੇ ਸਾਰੀਆਂ ਕੁੜੀਆਂ ਨੂੰ ਕਹਿੰਦੇ ਸੀਗਾ ਮੇਰੀ ਗਰਲਫ੍ਰੈਂਡ ਤਾਂ ਉਦੋਂ ਹੋਊਗੀ ਜਿਹਦੇ ਨਾਲ ਮੈਂ ਵਿਆਹ ਕਰਾਉਣਾ, ਤੇ ਆ ਕੇ ਨਾ ਚਿੱਠੀਆਂ ਮੇਰੇ ਅੱਗੇ ਆ ਕੇ ਗਿਰ ਦਿੰਦਾ ਸੀ, ਅੱਜ ਮੈਨੂੰ ਇੰਨੀਆਂ ਚਿੱਠੀਆਂ ਲਿਖੀਆਂ ਕੁੜੀਆਂ ਨੇ, ਆ ਲਓ ਮੰਮੀ, ਹੈ ਨਾ। ਪਰ ਦੇਖੋ ਇਹ ਗੱਲ ਕਰਨ ਤੇ ਸੀ ਨਾ ਇਸ ਤਰੀਕੇ ਨਾਲ। ਫਿਰ ਇੱਕ ਇਨਸੀਡੈਂਸ ਇਸ ਤਰ੍ਹਾਂ ਦਾ ਵੀ ਹੋਇਆ, ਬੱਚੇ ਜਦੋਂ ਤੁਸੀਂ ਰੇਸ ਕਰ ਰਹੇ ਹੋ ਉਹਨਾਂ ਨੂੰ ਕਹੋ ਮੈਨੂੰ ਸਾਰਾ ਕੁਝ ਦੱਸ ਜਿੱਥੇ ਵੀ ਤੂੰ ਜਾਣਾ। ਹੁਣ ਜਦੋਂ ਮੈਂ ਇਕੱਲੀ ਰੇਸ ਕੀਤਾ ਮੈਂ ਉਹਨਾਂ ਨੂੰ ਕਹਿੰਦੀ ਸੀ ਬੇਟਾ ਜੇ ਕਲੱਬ ਵੀ ਜਾਂਦੇ ਹੋ ਮੈਨੂੰ ਦੱਸ ਕੇ ਜਾਇਓ, ਹੈ ਨਾ। ਜੇ ਕਿਤੇ ਹੋਰ ਜਗ੍ਹਾ 'ਤੇ ਵੀ ਤੁਹਾਨੂੰ ਲੱਗਦਾ ਮੰਮੀ ਨਾ ਕਰੂਗੀ ਦੱਸਿਓ ਜ਼ਰੂਰ। ਉਹ ਕਹਿੰਦੇ ਸੀ ਕਿਉਂ? ਮੈਂ ਕਿਹਾ ਬੇਟਾ ਮੈਂ ਹਾਂ ਇਕੱਲੀ ਇਸ ਸੁਸਾਇਟੀ 'ਚ, ਇਸ ਸੁਸਾਇਟੀ 'ਚ ਉਹਨਾਂ ਨੇ ਇਹ ਨਹੀਂ ਕਹਿਣਾ, ਉਹਨਾਂ ਨੇ ਆ ਕੇ ਮੈਨੂੰ ਇੱਕਦਮ ਕਹਿਣਾ ਅੱਛਾ ਤੁਹਾਡਾ ਬੇਟਾ ਜੀ ਉੱਥੇ ਦੇਖਿਆ ਸੀ, ਤੇ ਮੈਂ ਇੱਕਦਮ ਕਹੂੰਗੀ ਹਾਂਜੀ ਮੈਨੂੰ ਪਤਾ ਹੈ, ਤੇ ਉੱਥੋਂ ਇੰਨੇ ਵਜੇ ਵਾਪਸ ਆਇਆ ਸੀ। ਇੱਕ ਤਾਂ ਤੁਹਾਡੇ ਦਾ ਕੌਨਫੀਡੈਂਸ ਵੱਧ ਜਾਏਗਾ, ਇੱਕ ਉਹਨਾਂ ਦਾ ਹੋਏਗਾ ਕਿ ਵੀ ਇਹਦੀ ਮਦਰ ਨੂੰ ਸਾਰਾ ਕੁਝ ਪਤਾ ਹੈ। ਤੇ ਇਹ ਸਾਨੂੰ ਬੱਚਿਆਂ ਨੂੰ ਦੱਸਣਾ ਪੈਣਾ। ਔਰ ਜੇ ਬੱਚੇ ਕਹਿਣ ਕਿ ਇਸ ਜਗ੍ਹਾ 'ਤੇ ਅਸੀਂ ਜਾ ਰਹੇ ਹਾਂ, ਹੁਣ ਉਹ ਪੀਂਦਾ ਨਹੀਂ ਆ ਨਾ ਬੇਟੀ ਪੀਂਦੀ ਆ, ਪਰ ਕਲੱਬਸ ਜਾਂਦੇ ਨੇ, ਇਹ ਕੋਈ ਗਲਤ ਚੀਜ਼ ਨਹੀਂ ਹੈ। ਉਹਨਾਂ ਦਾ ਦਿਲ ਕਰਦਾ, ਉਹਨਾਂ ਦੇ ਨਾਲ ਵਾਲੇ ਫਰੈਂਡਸ ਪੀ ਰਹੇ ਨੇ, ਐਕਸੈਪਟ ਕਰੋ। ਜਿਸ ਸੁਸਾਇਟੀ 'ਚ ਗਏ ਹੋ ਉੱਥੇ ਐਕਸੈਪਟ ਕਰੋ ਕਿ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਰੇਸ ਕਰ ਸਕਦੇ ਹੋ, ਤਾਂ ਕਿ ਉਹ ਆ ਕੇ ਤੁਹਾਨੂੰ ਗੱਲਾਂ ਦੱਸ ਸਕਣ। ਜਦੋਂ ਤੁਹਾਡੇ ਉਹ ਦੋਸਤ ਨਹੀਂ ਬਣਦੇ ਨਾ, ਤੇ ਫਿਰ ਸਾਰੀ ਕਹਾਣੀਆਂ ਬਿਹਾਈਂਡ ਦਾ ਡੋਰਸ ਰਹਿ ਜਾਂਦੀਆਂ ਨੇ। ਫਿਰ ਗਲਤ ਮੈਚ ਮੇਕਿੰਗ ਹੋ ਜਾਂਦੀ ਹੈ, ਗਲਤ ਕੌਨਫੀਡੈਂਸ ਹੋ ਜਾਂਦਾ। ਉਹਨਾਂ ਨੂੰ ਆਪ ਹੀ ਨਹੀਂ ਪਤਾ ਚੱਲਦਾ ਕਿ ਮੈਂ ਆਪਣੀ ਘਰ ਵਾਲੀ ਨੂੰ ਕਿਵੇਂ ਰੱਖਾਂ ਤੇ ਮਾਂ ਨੂੰ ਕਿਵੇਂ ਰੱਖਾਂ, ਤੇ ਸਾਨੂੰ ਉਹਨਾਂ ਦੇ ਟੀਚਰ ਬਣਨਾ ਪੈਣਾ। ਮੈਂ ਇੱਕ ਛੋਟਾ ਜਿਹਾ ਮਤਲਬ ਜਵਾਬ ਤੁਹਾਡੇ ਤੋਂ ਜ਼ਰੂਰ ਚਾਹੂੰਗੀ, ਜਿਵੇਂ ਆਪਣੀ ਮੁਲਾਕਾਤ ਬਹੁਤ ਲੰਮੀ ਹੋ ਗਈ ਹੈ ਨਾ, ਕਿ ਜਿਵੇਂ ਹੁਣ ਤੁਸੀਂ ਕਿਹਾ ਕਿ ਸਾਲ ਤੱਕ ਹੋ ਸਕਦਾ ਮੈਂ ਆਪਣੇ ਬੇਟੇ ਦਾ ਵਿਆਹ ਕਰ ਲਵਾਂ, ਹੈ ਨਾ। ਤੇ ਤੁਸੀਂ ਆਪਣੇ ਬੱਚੇ ਨੂੰ, ਜਿਵੇਂ ਤੁਸੀਂ ਕਿਸੇ ਘਰ 'ਚ ਜਦੋਂ ਗਏ ਸੀ ਤੁਹਾਡੇ ਵੀ ਬਹੁਤ ਸਾਰੇ ਸੁਪਨੇ ਹੋਣਗੇ ਕਿ ਮੇਰਾ ਹਸਬੈਂਡ ਇੱਦਾਂ ਦਾ ਹੋਣਾ ਚਾਹੀਦਾ ਨਾ। ਲੱਕੀਲੀ ਉਹ ਸਭ ਕੁਝ ਤੁਹਾਡੀ ਜ਼ਿੰਦਗੀ 'ਚ ਸੱਚ ਹੋਇਆ, ਸਰ ਦਾ ਸੁਭਾਅ ਬਹੁਤ ਵਧੀਆ ਸੀ। ਹੁਣ ਆਪਣੇ ਬੇਟੇ ਨੂੰ ਉਸ ਚੀਜ਼ ਲਈ ਪ੍ਰਿਪੇਅਰ ਕਰਦੇ ਹੋ ਕਿ ਇੱਕ ਨੂੰਹ ਆਏਗੀ ਘਰ 'ਚ, ਉਹਨੂੰ ਮਤਲਬ ਇੱਕ ਫੀਮੇਲ ਹੋਣ ਦੇ ਨਾਤੇ ਇਹੋ ਜਿਹੀ ਕੋਈ ਸਮੱਸਿਆ ਨਾ ਆਵੇ ਕਿ ਉਹਨੂੰ ਲੱਗੇ ਕਿ ਮੇਰਾ ਹਸਬੈਂਡ ਆ ਜਿਹੜਾ ਮੇਲ ਜੈਂਡਰ ਹੋਣ ਦੇ ਨਾਤੇ ਉਹਨੂੰ ਜ਼ਿਆਦਾ ਪ੍ਰੈਫਰੈਂਸ ਮਿਲ ਰਹੀ ਆ, ਜਾਂ ਉਹ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਉਹਦੇ ਲਈ ਖੁੱਲ੍ਹੀਆਂ ਨੇ ਨਾ। ਹਾਂਜੀ, ਤੇ ਕਰ ਰਹੇ ਹੋ ਤੁਸੀਂ ਬੇਟੇ ਨੂੰ? ਸੋ ਇਹ ਬਹੁਤ ਹੀ ਸੋਹਣਾ ਤੁਸੀਂ ਕੁਐਸਚਨ ਪੁੱਛਿਆ ਕਿ ਜਦ ਇੱਕ ਵਾਰ ਅਸੀਂ ਅੱਜ ਤੋਂ 6 ਜਾਂ 8 ਸਾਲ ਪਹਿਲਾਂ ਮੈਂ ਬੈਠੀ ਸੀਗੀ, ਤੇ ਮੈਂ ਕਿਹਾ ਜਦੋਂ ਤੂੰ ਕੋਈ ਲੜਕੀ ਲੱਭਣੀ ਹੈ ਤੈਨੂੰ ਪਤਾ ਹੈ ਕੀ ਕ੍ਰਾਈਟੀਰੀਆ ਤੇਰੇ? ਤੇ ਉਹ ਕਹਿੰਦਾ ਕਹਿੰਦਾ ਹਾਂ ਮੈਨੂੰ ਪਤਾ। ਮੈਂ ਕਿਹਾ ਤੈਨੂੰ ਪਤਾ ਮੇਰੇ ਕ੍ਰਾਈਟੀਰੀਆ ਕੀ ਆ? ਤੇ ਕਹਿੰਦਾ ਵੈਸੇ ਤੁਹਾਡੇ ਨਾਲ ਹੀ ਮੈਂ ਵੱਡਾ ਹੋਇਆ ਤੇ ਮੈਨੂੰ ਪਤਾ ਹੈ। ਮੈਂ ਕਿਹਾ ਅੱਛਾ ਚੱਲ ਤੂੰ ਲਿਖ ਕੇ ਦੱਸ। ਤੇ ਸਾਡੀ ਸਾਰੀਆਂ ਚੀਜ਼ਾਂ ਮੈਚ ਕਰਦੀਆਂ ਸੀਗੀਆਂ। ਨਾਟ ਕਿ ਵੀ ਮੈਂ ਚਾਹੁੰਦੀ ਹਾਂ ਮੇਰੇ ਪਸੰਦ ਹੀ ਕਰੇ, ਪਰ ਮੈਂ ਉਹਨੂੰ ਕਿਹਾ ਹਮੇਸ਼ਾ ਆਪਣੀ ਪਸੰਦ ਹੀ ਕਰ। ਪਰ ਉਹਨੂੰ ਜਦ ਮੈਂ ਪੁੱਛਿਆ ਕਿ ਇੱਕ ਔਰਤ ਨੂੰ ਆਪਾਂ ਨੇ ਕੀ ਹੱਕ ਦੇਣਾ, ਤੇ ਉਹ ਨਾ ਹੱਸ ਕੇ ਬੋਲਿਆ, ਕਹਿੰਦਾ ਮੈਂ 2 ਔਰਤਾਂ 'ਚ ਰਿਹਾ ਮੰਮੀ, ਭੈਣ ਤੇ ਤੁਹਾਡੇ ਅੰਦਰ, ਤੇ ਮੈਨੂੰ ਤਾਂ ਐਂ ਲੱਗਦਾ ਵੀ ਮੇਰਾ ਜੈਂਡਰ ਹੀ ਘੱਟ ਰਹਿ ਗਿਆ, ਇੱਥੇ ਫੀਮੇਲ ਨੇ ਓਵਰ ਪਾਵਰ ਕੀਤਾ। ਤੇ ਫਿਰ ਉੱਥੇ ਮੈਨੂੰ ਬਹੁਤ ਸੋਚ ਲੱਗ ਗਈ ਕਿ ਸੱਚੀ ਕਿਤੇ ਅਸੀਂ ਇਹ ਮੁੰਡੇ ਨੂੰ ਇੰਨਾ ਕੌਨਫੀਡੈਂਸ ਹੀ ਨਹੀਂ ਦਿੱਤਾ ਕਿ ਮਤਲਬ ਆਪਣੇ ਡਿਸੀਜ਼ਨ ਹੀ ਨਾ ਲੈ ਸਕੇ। ਤੇ ਪਰ ਉਹਨੇ ਹੁਣ ਜਿਹੜਾ ਡਿਸੀਜ਼ਨ ਲੈ ਰਿਹਾ, ਜਿਸ ਰਸਤੇ ਵੱਲ ਜਾ ਰਿਹਾ, ਜਿਸ ਕੁੜੀ ਦੇ ਨਾਲ ਵਾਹਿਗੁਰੂ ਜੋ ਵੀ ਹੋਏਗਾ ਦੇਖੀ ਜਾਏਗੀ, ਪਰ ਉਹ ਬੜੀ ਫੈਮਿਨਿਸਟ ਹੈ ਨਾ। ਐਂਡ ਹੀ ਇਜ਼ ਅਸੈਪਟਿੰਗ ਦੈਟ, ਕਿਉਂਕਿ ਘਰ 'ਚ ਵੀ ਸਾਰੇ ਅਸੀਂ ਫੈਮਿਨਿਸਟ ਸੀਗੇ ਵੀ ਕੁੜੀਆਂ ਦਾ ਹੱਕ ਹੈ ਨਾ ਹੋ ਜਾਏ,
है ना। पर वो मुंडिਆਂ ਦਾ ਵੀ ਉਹਨੂੰ ਪਤਾ ਹੈ ਕਿ ਮੇਰੀ ਕੀ ਡਿਊਟੀਜ਼ ਨੇ, है ना। ਜੇ ਮੈਂ ਘਰ ਕਿੰਨੇ ਵੀ ਲੋਕ ਆ ਜਾਣ, ਚਾਹੇ ਮੈਂ ਜੇ ਰੋਟੀ ਬਣਾਈ ਹੈ ਤੇ ਭਾਂਡੇ ਮਾਂਜਣ 'ਚ ਉਹਨੂੰ ਕੋਈ ਸ਼ਰਮ ਨਹੀਂ ਹੈ, ਸਾਰੀ ਕਿਚਨ ਸਾਫ਼ ਕਰਨ 'ਚ ਉਹਨੂੰ ਕੋਈ ਸ਼ਰਮ ਨਹੀਂ ਹੈ, ਸਾਰਿਆਂ ਦੇ ਸਾਹਮਣੇ ਮੈਨੂੰ ਅਲੱਗ ਬਿਠਾ ਦਿੰਦਾ ਵੀ ਹੁਣ ਤੁਹਾਡੇ ਬੈਠਣ ਦੀ ਗੱਲ ਹੈ। ਬਟ ਦੈਨ ਮੈਨੂੰ ਇੱਕ ਬਹੁਤ ਅੱਛੀ ਮੇਰੀ ਓਲਡਰ ਸਹੇਲੀ ਨੇ ਗੱਲ ਕਹੀ ਸੀ ਕਿ ਜਦ ਮੁੰਡਾ ਮਾਂ ਦੇ ਨਾਲ ਕਿਚਨ 'ਚ ਕੰਮ ਕਰਾਉਂਦਾ ਨਾ ਤੇ ਬੜਾ ਸੋਹਣਾ ਲੱਗਦਾ ਤੇ ਬੜਾ ਪਿਆਰਾ ਲੱਗਦਾ, ਜਦ ਵਹੁਟੀ ਨਾਲ ਕਰਾਉਂਦਾ ਨਾ ਫਿਰ ਨਹੀਂ ਚੰਗਾ ਲੱਗਦਾ। ਤੇ ਹੁਣ ਮੈਂ ਦੇਖਦੀ ਹਾਂ ਵੀ ਜੇ ਉਹੀ ਲੜਕੀ ਹੋਈ, ਉਹਨਾਂ ਦੇ ਜਾ ਕੇ ਵੀ ਇੱਕ ਦਿਨ ਖਾਣਾ ਬਣਾ ਰਿਹਾ ਸੀ, ਉੱਥੇ ਕਰ ਰਿਹਾ ਸੀ ਸਾਰਾ ਕੁਝ, ਤੇ ਮੈਨੂੰ ਬਹੁਤ ਅੱਛਾ ਲੱਗਿਆ, ਇਨਕਰੇਜਿੰਗ। ਮੇਰਾ ਮਤਲਬ ਤਾਂ ਇਹ ਹੈ ਵੀ ਤੁਸੀਂ ਸਿੱਖੋ, ਹੈ ਨਾ। ਸੋ ਯੈਸ, ਸਾਨੂੰ ਬੱਚੇ ਦੋਨੋਂ ਇਸ ਤਰ੍ਹਾਂ ਦੇ ਤਿਆਰ ਕਰਨੇ ਪੈਣੇ ਨੇ ਕਿ ਜਿੱਥੇ ਵੀ ਉਹ ਦੁਨੀਆ 'ਚ ਜਾਣ, ਨਾਲ ਵਾਲਾ ਥੱਲੇ ਉੱਪਰ, ਮਤਲਬ ਨਾਲ ਵਾਲੇ ਨੂੰ ਇਕੁਅਲ ਰਾਈਟਸ ਦੇਣ। ਅਤੇ ਸਪੈਸ਼ਲੀ ਉਹਦੀ ਇੱਕ ਡਿਮਾਂਡ ਸੀ ਕਿ ਮੈਂ ਕਰੀਅਰ ਓਰੀਐਂਟਡ ਕੁੜੀ ਚਾਹੁੰਦਾ, ਜਿਹਦੇ ਵਿੱਚ ਅੱਛਾ, ਫਿਰ ਦੂਸਰੀ ਉਹਦੀ ਇਹ ਸੀਗੀ ਕਿ ਮੈਂ ਇਸ ਤਰ੍ਹਾਂ ਦੀ ਨਹੀਂ ਚਾਹੁੰਦਾ ਕਿ ਜਿਹੜੇ ਕਿ ਆਪਣੇ ਡਿਸੀਜ਼ਨ ਆਪ ਨਾ ਲੈ ਸਕੇ, ਸਿਰਫ ਮੈਨੂੰ ਹੀ ਪੁੱਛਦੀ ਰਹੇ ਔਰ ਜਿਹਦੇ 'ਚ ਮੇਰੀ એનર્ਜੀ ਕੰਜ਼ਿਊਮ ਹੁੰਦੀ ਰਹੇ, ਅਤੇ ਉਹ ਮੈਂ ਜੋ ਜ਼ਿੰਦਗੀ 'ਚ ਅੱਗੇ ਜਾ ਕੇ ਬਣਨਾ ਉਹਦੇ 'ਚ ਮੈਂ ਪਿੱਛੇ ਰਹਿ ਜਾਵਾਂ ਉਹਦੇ ਡਿਸੀਜ਼ਨ ਵਾਸਤੇ। ਸੋ ਤੁਸੀਂ ਇਹ ਦੇਖੋ ਕਿ ਉਹ ਪਹਿਲਾਂ ਹੀ ਹੈ ਕਿ ਜਿਹੜੀ ਇੰਡੀਪੈਂਡੈਂਟ ਵੂਮਨ ਐਂਡ ਕਰੀਅਰ ਓਰੀਐਂਟਡ ਐਂਡ ਆਪਣੇ ਡਿਸੀਜ਼ਨ ਖੁਦ ਲਵੇ, ਜ਼ਰੂਰ ਪੁੱਛ ਲੈ ਇੱਕ ਦੂਜੇ ਨਾਲ, ਬਟ ਮੈਨੂੰ ਇੰਨਾ ਡਾਊਨ ਨਾ ਕਰਦੇ ਆਪਣੇ ਡਿਸੀਜ਼ਨਸ ਔਰ ਇਮੋਸ਼ਨਸ ਨਾਲ ਕਿ ਜਿੱਥੇ ਮੈਂ ਪਹੁੰਚਣਾ ਮੈਂ ਵੀ ਨਾ ਪਹੁੰਚ ਸਕਾਂ। ਸੋ ਦਿਸ ਇਜ਼ ਐਜ਼ ਵਾਹਿਗੁਰੂ ਅੱਗੇ ਜਾਣਦਾ ਕੀ ਹੋਏਗਾ, ਪਰ ਇਸ ਤਰ੍ਹਾਂ ਹੀ ਉਹ ਮੈਨੂੰ ਇਹੀ ਜਵਾਬ ਦੀ ਉਮੀਦ ਸੀ, ਹੈ ਨਾ। ਪਰ ਬਹੁਤ ਚੰਗਾ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਤੁਹਾਡੇ ਨਾਲ ਗੱਲ ਕਰਕੇ। ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਮੈਂ ਨਵੀਆਂ ਸਿੱਖੀਆਂ ਨੇ, ਪਰ ਮੈਂ ਹਮੇਸ਼ਾ ਚਾਹੁੰਦੀ ਹਾਂ ਕਿ ਹਰ ਇੱਕ ਦੀ ਸੋਚ ਕਮ ਸੇ ਕਮ ਆਪਣੀ ਆਉਣ ਵਾਲੀ ਨੂੰਹ ਲਈ ਬਿਲਕੁਲ ਇੱਦਾਂ ਦੀ ਹੋਣੀ ਚਾਹੀਦੀ ਆ। ਅਤੇ ਸ਼ੁਕਰੀਆ, ਤੁਸੀਂ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ। ਥੈਂਕ ਯੂ ਸੋ ਮਚ ਰੁਪਿੰਦਰ ਐਂਡ ਦ ਟੀਮ, ਸਾਰੀ ਟੀਮ ਦਾ, ਕਿ ਤੁਸੀਂ ਇੰਨੀ ਦੂਰ ਆ ਕੇ ਇਹ ਇੰਟਰਵਿਊ ਲੈ ਰਹੇ ਹੋ। ਅਤੇ ਆਈ ਹੋਪ ਕਿ ਸਾਰੇ ਜਣੇ ਜੋ ਵੀ ਸਾਰੀਆਂ ਔਰਤਾਂ, ਭਾਈ, ਬੰਦੇ, ਸਾਰੇ ਆਪਣੇ ਭਰਾ ਜੋ ਵੀ ਸੁਣ ਰਹੇ ਨੇ, ਇਹ ਯਾਦ ਰੱਖਿਓ, ਇਹ ਹੌਟਲਾਈਨ ਹੈ, ਇਹ ਆਪਣੇ ਘਰਾਂ 'ਚ ਜ਼ਰੂਰ ਰੱਖੋ। ਹੋ ਸਕਦਾ ਤੁਹਾਨੂੰ ਕੋਈ ਲੋੜ ਨਾ ਪਵੇ, ਕਦੀ ਵੀ ਨਾ ਲੋੜ ਪਵੇ, ਪਰ ਜੇ ਕੋਈ ਨਾਲ ਵਾਲਾ ਕੋਈ ਦੇਖ ਲਓ ਜਿਹੜਾ ਕਿ ਉਦਾਸ ਹੈ, ਚਿੰਤਿਤ ਹੈ, ਜਿਹਨੂੰ ਕਿ ਕਿਸੇ ਕਿਸਮ ਦੀ ਵੀ ਹੈਲਪ ਦੀ ਲੋੜ ਹੈ, ਪਰ ਤੁਸੀਂ ਆਪ ਨਹੀਂ ਕਰ ਸਕਦੇ ਹੋ, ਤਾਂ ਅਸੀਂ ਇਹ ਨੰਬਰ ਦੇ ਸਕਦੇ ਹਾਂ ਉਹਨਾਂ ਨੂੰ, ਅਤੇ ਅਸੀਂ ਜ਼ਰੂਰ ਕਰੀਏ। ਅਤੇ ਵਾਹਿਗੁਰੂ ਸਾਰਿਆਂ 'ਤੇ ਮੇਰਾ ਭਰਿਆ ਹੱਥ ਰੱਖੇ। ਬਹੁਤ ਹੀ ਅੱਛਾ ਲੱਗਿਆ ਤੁਹਾਨੂੰ ਦੁਬਾਰਾ ਮਿਲਣ ਵਾਸਤੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਰੁਪਿੰਦਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ ਇਹਨਾਂ ਨੂੰ ਸੁਣਿਆ, ਬਹੁਤ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ, ਪਰ ਫਿਰ ਵੀ ਇਹਨਾਂ ਵੱਲੋਂ ਥੋੜ੍ਹੇ ਜਿਹੇ ਕੰਟੈਕਟ ਨੇ ਜਿਹੜੇ ਉਹ ਆਪਾਂ ਡਿਸਕ੍ਰਿਪਸ਼ਨ 'ਚ ਮੈਂਸ਼ਨ ਕਰਾਂਗੇ, ਜਿਨ੍ਹਾਂ ਤੋਂ ਸਾਡੀਆਂ ਉਹ ਭੈਣਾਂ ਜਿਹੜੀਆਂ ਉਹਨਾਂ ਮੁਲਕਾਂ ਦੇ ਵਿੱਚ ਰਹਿ ਕੇ ਵੀ ਇਹੋ ਜਿਹਾ ਕੁਝ ਸਹਿ ਰਹੀਆਂ ਨੇ, ਉਹਨਾਂ ਨੂੰ ਮਦਦ ਮਿਲ ਸਕੇ। ਬਹੁਤ ਸਾਰੀਆਂ ਗੱਲਾਂ ਮੇਰੇ ਦਿਮਾਗ 'ਚ ਵੀ ਆਈਆਂ। ਸਾਨੂੰ ਵੀ ਆਪਣੇ ਮੁਲਕ 'ਚ ਸਿਰਫ ਇੱਕ ਦੂਜੇ ਵੱਲ ਨਹੀਂ ਝਾਕਣਾ ਚਾਹੀਦਾ, ਬਲਕਿ ਆਪਣੀਆਂ ਕੁੜੀਆਂ ਅਤੇ ਮੁੰਡਿਆਂ ਨੂੰ ਇਸ ਤਰੀਕੇ ਨਾਲ ਵੱਡੇ ਕਰਨਾ ਚਾਹੀਦਾ ਕਿ ਕਮ ਸੇ ਕਮ ਉਹਨਾਂ ਨੂੰ ਵਿਆਹ ਵਰਗੇ ਰਿਸ਼ਤੇ ਨੂੰ ਨਿਭਾਉਣ ਦਾ ਜਿਹੜਾ ਮਤਲਬ ਉਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਕੁੜੀਆਂ ਨੂੰ ਸਿਰਫ ਪੜ੍ਹਾਉਣਾ ਲਿਖਾਉਣਾ ਨਹੀਂ, ਮਾਨਸਿਕ ਤੌਰ 'ਤੇ ਵੀ ਉਹਨਾਂ ਨੂੰ ਆਤਮ ਨਿਰਭਰ ਬਣਾਓ। ਉਹਨਾਂ ਨੂੰ ਇਹ ਨਾ ਦੱਸੋ ਕਿ ਵਿਆਹ ਬਹੁਤ ਜ਼ਰੂਰੀ ਆ, ਉਹਨਾਂ ਨੂੰ ਇਹ ਦੱਸੋ ਕਿ ਖੁਸ਼ਹਾਲ ਵਿਆਹ ਬਹੁਤ ਜ਼ਰੂਰੀ ਹੈ। ਤੁਹਾਡੀ ਜ਼ਿੰਦਗੀ ਆ ਜਿਹੜੀ ਉਸ ਤੋਂ ਛੋਟੀ ਨਹੀਂ ਹੈ, ਉਹਨੂੰ ਪੂਰੀ ਤਰ੍ਹਾਂ ਮਾਣੋ। ਬਿਲਕੁਲ ਮੁੰਡਿਆਂ ਨੂੰ ਵੀ ਇਹੀ ਸਿਖਾਓ ਕਿ ਜਦੋਂ ਅਸੀਂ ਕਿਸੇ ਘਰ ਦੀ ਧੀ ਨੂੰ ਆਪਣੇ ਘਰ ਲੈ ਕੇ ਆਉਂਦੇ ਹਾਂ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਅਤੇ ਅਸੀਂ ਬਿਲਕੁਲ ਉਹਦੀ ਜ਼ਿੰਦਗੀ ਦੇ ਹਾਣੀ ਬਣਨਾ ਹੁੰਦਾ ਹੈ। ਉਹ ਜਿਹੜੇ ਸਾਡੇ ਮਾਂ ਪਿਓ ਜਾਂ ਸਾਡੇ ਪੁਰਾਣੇ ਬਜ਼ੁਰਗ ਜਾਂ ਕੋਈ ਵੀ ਜਿਸ ਤਰੀਕੇ ਦਾ ਵਰਤਾਅ ਹੈ ਜਿਹੜਾ ਆਪਣੇ ਰਿਸ਼ਤੇ ਨਾਲ ਕਰਦਾ ਰਿਹਾ ਹੈ, ਆਪਣੇ ਜ਼ਿੰਦਗੀ ਦੇ ਸਾਥੀ ਨਾਲ ਕਰਦਾ ਰਿਹਾ, ਉਹਨੂੰ ਹੁਣ ਸਾਨੂੰ ਛੱਡ ਦੇਣਾ ਚਾਹੀਦਾ। ਅਤੇ ਸਭ ਤੋਂ ਵੱਡੀ ਗੱਲ ਮੈਮ ਦੀਆਂ ਗੱਲਾਂ ਤੋਂ ਮੈਨੂੰ ਇਹ ਲੱਗੀ ਕਿ ਮੈਂਟਲ ਹੈਲਥ ਆ ਜਿਹੜੀ, ਉਹਦੇ 'ਤੇ ਗੱਲਬਾਤ ਹੋਣੀ ਬਹੁਤ ਜ਼ਰੂਰੀ ਹੈ। ਹਲਕੇ ਜਿਹੇ ਡਿਪਰੈਸ਼ਨ ਨੂੰ ਵੀ ਤੁਸੀਂ ਲਾਈਟਲੀ ਨਾ ਲਵੋ, ਕਾਉਂਸਲਰ ਕੋਲ ਜਾਓ, ਸਾਈਕੈਟ੍ਰਿਕ ਕੋਲ ਜਾਓ। ਇਹ ਕੋਈ ਬਹੁਤ ਵੱਡਾ ਮੁੱਦਾ ਨਹੀਂ, ਤੁਸੀਂ ਦਿਮਾਗੀ ਤੌਰ 'ਤੇ ਬਿਮਾਰ ਨਹੀਂ, ਬਲਕਿ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਕਿ ਸਰੀਰ 'ਤੇ ਛੋਟੀ ਜਿਹੀ ਸੱਟ ਲੱਗੀ ਆ, ਦਿਮਾਗ 'ਤੇ ਵੀ ਛੋਟੀ ਜਿਹੀ ਸੱਟ ਲੱਗ ਸਕਦੀ ਹੈ ਅਤੇ ਉਹਦਾ ਇਲਾਜ ਹੋ ਸਕਦਾ। ਪਰ ਜੇ ਤੁਸੀਂ ਉਸ ਸੱਟ ਦਾ ਇਲਾਜ ਨਹੀਂ ਕਰਾਉਂਦੇ ਤਾਂ ਜਿਵੇਂ ਸਰੀਰ ਦੇ ਜ਼ਖਮ ਨੇ ਜਿਹੜੇ ਨਾਸੂਰ ਬਣ ਜਾਂਦੇ ਨੇ, ਦਿਮਾਗ ਦੇ ਜ਼ਖਮ ਵੀ ਇੱਦਾਂ ਹੀ ਵੱਡੇ ਹੋ ਜਾਂਦੇ ਨੇ। ਉਮੀਦ ਆ ਕਿ ਤੁਸੀਂ ਜ਼ਰੂਰ ਕੁਝ ਸਿੱਖਿਆ ਹੋਵੇਗਾ। ਅਗਲੀ ਵਾਰ ਫਿਰ ਤੋਂ ਕਿਸੇ ਨਾਲ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।